Hello everyone, welcome back to CBO's YouTube channel. So PCS Executive Branch यानी कि रजिस्टर A2 ਤੇ ਰजिस्टर C ਦੀ ਨੋਟੀਫਿਕੇਸ਼ਨ ਆ ਚੁੱਕੀ ਹੈ ਤੇ ਇਹਨੂੰ ਟਾਰਗੇਟ ਕਰਨ ਲਈ ਅਸੀਂ ਆਪਣੇ ਇਸ ਪਲੇਟਫਾਰਮ ਤੇ ਤੁਹਾਡੇ ਵਾਸਤੇ ਇੱਕ ਸਪੈਸ਼ਲ ਸੀਰੀਜ਼ ਲੈ ਕੇ ਆਏ ਹਾਂ ਜਿੱਥੇ ਆਪਾਂ PCS ਐਗਜ਼ੀਕਿਊਟਿਵ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਡਿਸਕਸ ਕਰ ਰਹੇ ਹਾਂ ਈਅਰ ਵਾਈਜ਼ ਤੇ ਸਬਜੈਕਟ ਵਾਈਜ਼। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ 2017 ਦਾ ਪੇਪਰ ਦੇਖਾਂਗੇ ਕਿ 2017 ਵਿੱਚ ਪੀਪੀਐਸਸੀ ਨੇ ਸਾਇੰਸ ਸੈਕਸ਼ਨ ਵਿੱਚੋਂ ਕਿਹੜੇ ਸਵਾਲ ਪੁੱਛੇ, ਕਿਸ ਲੈਵਲ ਦੇ ਸਵਾਲ ਪੁੱਛੇ, ਕਿਹੜੇ ਕਨਸੈਪਟਸ ਦੇ ਉੱਤੇ ਕੁਐਸਚਨ ਫਰੇਮ ਕੀਤੇ ਗਏ ਸੋ ਦੈਟ ਤੁਸੀਂ ਆਪਣੀ ਪ੍ਰੈਪਰੇਸ਼ਨ ਦੇ ਵਿੱਚ ਉਹਨਾਂ ਕਨਸੈਪਟਸ ਦੀ ਕਲੀਅਰ ਅੰਡਰਸਟੈਂਡਿੰਗ ਕਰ ਲਓ ਬਿਕਾਜ਼ ਬਹੁਤ ਸੇ ਕਨਸੈਪਟਸ ਐਸੇ ਹੁੰਦੇ ਨੇ ਜੋ ਕਿ ਅਪਕਮਿੰਗ ਐਗਜ਼ਾਮਸ ਦੇ ਵਿੱਚ ਰਿਪੀਟ ਹੁੰਦੇ ਨੇ। ਸੋ ਆਪਾਂ ਇਸ ਵੀਡੀਓ ਦੇ ਵਿੱਚ ਪੂਰਾ ਸਾਇੰਸ ਸੈਕਸ਼ਨ ਦਾ ਐਨਾਲਿਸਿਸ ਕਰਾਂਗੇ 2017 ਪੇਪਰ ਦਾ। ਠੀਕ ਹੈ ਜੀ, ਸ਼ੁਰੂਆਤ ਕਰਦੇ ਹਾਂ ਅੱਜ ਦੇ ਸਾਡੇ ਪਹਿਲੇ ਕੁਐਸਚਨ ਤੋਂ। ਕੁਐਸਚਨ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਕੁਐਸਚਨ ਕਹਿ ਰਿਹਾ ਹੈ when a cube of ice is floating on water in a beaker melts the level of the water in the beaker। basically ਇਹ ਕਹਿ ਰਿਹਾ ਹੈ ਕਿ ਤੁਹਾਡੇ ਕੋਲ ਕੀ ਹੈ, ਇੱਕ ਬੀਕਰ ਹੈ ਤੇ ਉਸ ਬੀਕਰ ਦੇ ਵਿੱਚ ਕੀ ਪ੍ਰੈਜ਼ੈਂਟ ਹੈ, ਵਾਟਰ ਪ੍ਰੈਜ਼ੈਂਟ ਹੈ ਔਰ ਉਸ ਵਾਟਰ ਦੇ ਉੱਤੇ ਆਈਸ ਜਿਹੜੀ ਹੈਗੀ ਉਹ ਕੀ ਕਰਦੀ ਪਈ ਹੈ, ਫਲੋਟ ਕਰਦੀ ਪਈ ਹੈ। ਹੁਣ ਦੋ ਚੀਜ਼ਾਂ ਨੇ, ਫਲੋਟ ਕਰਨਾ ਤੇ ਸਿੰਕ ਕਰਨਾ। ਜਦੋਂ ਆਪਾਂ ਕਹਿੰਦੇ ਕਿ ਪਾਣੀ ਦੇ ਉੱਤੇ ਕੁਝ ਤੈਰ ਰਿਹਾ ਹੈ, ਉੱਤੇ ਹੈ, ਉਹ ਫਲੋਟ ਕਰ ਰਿਹਾ ਹੈ। ਜਿੱਦਾਂ ਕਿ ਫੋਰ ਐਗਜ਼ਾਮਪਲ ਆਪਾਂ ਪਾਣੀ ਦੇ ਵਿੱਚ ਬਰਫ਼ ਪਾਈ ਤਾਂ ਬਰਫ਼ ਹਮੇਸ਼ਾ ਉੱਤੇ ਫਲੋਟ ਕਰਦੀ ਰਹਿੰਦੀ ਹੈ। ਲੇਕਿਨ ਜੇਕਰ ਤੁਸੀਂ ਪਾਣੀ ਦੇ ਵਿੱਚ ਪੱਥਰ ਪਾ ਦੋਗੇ ਤਾਂ ਉਹ ਪੱਥਰ ਫਲੋਟ ਨਹੀਂ ਕਰਦਾ, ਉਹ ਪੱਥਰ ਕੀ ਕਰ ਜਾਂਦਾ ਹੈ, ਨਾਲ ਦੀ ਨਾਲ ਨੀਚੇ ਜਾ ਕੇ ਬੈਠ ਜਾਂਦਾ, ਜਿਹਨੂੰ ਆਪਾਂ ਕਹਿੰਦੇ ਹਾਂ ਸਿੰਕ ਕਰਨਾ। ਤਾਂ ਇੱਥੇ ਕੀ ਕਿਹਾ ਹੈ ਕਿ ਆ ਸਾਡੇ ਕੋਲ ਬੀਕਰ ਦੇ ਵਿੱਚ ਇੱਕ ਵਾਟਰ ਹੈ ਤੇ ਉਹਦੇ ਉੱਤੇ ਆਈਸ ਕੀ ਕਰਦੀ ਪਈ ਹੈ, ਫਲੋਟ ਕਰਦੀ ਪਈ ਹੈ। ਨਾਓ ਜੇਕਰ ਇਹ ਆਈਸ ਜਿਹੜੀ ਹੈਗੀ ਹੈ ਇਹ ਮੈਲਟ ਕਰ ਜੇਗੀ, ਜਦੋਂ ਇਹ ਆਈਸ ਮੈਲਟ ਕਰ ਜੂਗੀ ਤਾਂ ਜੋ ਬੀਕਰ ਦੇ ਵਿੱਚ ਵਾਟਰ ਦਾ ਲੈਵਲ ਹੈ, ਇਹ ਵਾਟਰ ਦੇ ਲੈਵਲ ਦੇ ਵਿੱਚ ਕੀ ਚੇਂਜ ਆਏਗਾ। ਆਈਸ ਮੈਲਟ ਹੋਣ ਦੇ ਨਾਲ ਵਾਟਰ ਦੇ ਲੈਵਲ ਵਿੱਚ ਕੀ ਚੇਂਜ ਆਏਗਾ, ਕੀ ਵਾਟਰ ਦਾ ਲੈਵਲ ਰਾਈਜ਼ ਕਰੇਗਾ, ਕੀ ਇਹ ਫਾਲ ਕਰੇਗਾ ਜਾਂ ਫਿਰ ਜਿੰਨਾ ਪਹਿਲਾਂ ਸੀ ਓਨਾ ਹੀ ਰਹੇਗਾ ਜਾਂ ਫਿਰ ਪਹਿਲਾਂ ਰਾਈਜ਼ ਕਰੇਗਾ ਤੇ ਬਾਅਦ ਵਿੱਚ ਫਾਲ ਕਰੇਗਾ। ਇਹ ਤੁਹਾਡੇ ਤੋਂ ਕੁਐਸਚਨ ਪੁੱਛਿਆ। ਆਪਾਂ ਆਪਣੀ ਜਨਰਲ ਐਵਰੀਡੇ ਲਾਈਫ 'ਚ ਇਹ ਚੀਜ਼ ਦੇਖਦੇ ਹਾਂ ਕਿ ਪਾਣੀ ਦੇ ਵਿੱਚ ਬਰਫ਼ ਪਾਈ, ਉਹ ਬਰਫ਼ ਉੱਪਰ ਤੈਰਦੀ ਪਈ ਹੈ। ਤੁਹਾਨੂੰ ਇਹ ਪੁੱਛਿਆ ਕਿ ਜਦੋਂ ਉਹ ਬਰਫ਼ ਮੈਲਟ ਕਰ ਜੂਗੀ ਤਾਂ ਉਦੋਂ ਪਾਣੀ ਦਾ ਲੈਵਲ ਵਧੂਗਾ, ਘਟੂਗਾ, ਸੇਮ ਰਹੂਗਾ, ਪਹਿਲਾਂ ਇਨਕਰੀਜ਼ ਕਰੂਗਾ ਜਾਂ ਫਿਰ ਬਾਅਦ ਦੇ ਵਿੱਚ ਡਿਕਰੀਜ਼ ਕਰੂਗਾ। ਇਹ ਤੁਹਾਡੇ ਤੋਂ ਕੁਐਸਚਨ ਪੁੱਛਿਆ ਨਾ। ਇਹ ਜੋ ਕੁਐਸਚਨ ਫਰੇਮ ਕੀਤਾ ਗਿਆ ਹੈ ਇਹ ਜਦੋਂ ਤੁਸੀਂ ਪ੍ਰੋਪਰਟੀਜ਼ ਆਫ ਮੈਟਰ ਪੜ੍ਹਦੇ ਹੋ ਤੇ ਉਹਦੇ ਵਿੱਚ ਵੀ ਜੇ ਆਪਾਂ ਸਪੈਸੀਫਿਕਲੀ ਗੱਲ ਕਰੀਏ, ਜਦੋਂ ਆਪਾਂ ਆਰਕੀਮੀਡੀਜ਼ ਪ੍ਰਿੰਸੀਪਲ ਪੜ੍ਹਦੇ ਹਾਂ, ਆਰਕੀਮੀਡੀਜ਼ ਪ੍ਰਿੰਸੀਪਲ ਸਾਨੂੰ ਸਭ ਤੋਂ ਪਹਿਲਾਂ ਇਹ ਗੱਲ ਦੱਸਦਾ ਹੈ ਕਿ ਕਿੱਦਾਂ ਆਪਾਂ ਡਿਸਾਈਡ ਕਰਦੇ ਹਾਂ ਕਿ ਕਿਹੜਾ ਆਬਜੈਕਟ ਪਾਣੀ ਦੇ ਉੱਤੇ ਫਲੋਟ ਕਰੂਗਾ ਜਾਂ ਫਿਰ ਕਿਹੜਾ ਆਬਜੈਕਟ ਪਾਣੀ ਦੇ ਵਿੱਚ ਸਿੰਕ ਕਰੂਗਾ। ਕਿਹੜਾ ਆਬਜੈਕਟ ਫਲੋਟ ਕਰੂਗਾ ਤੇ ਕਿਹੜਾ ਆਬਜੈਕਟ ਸਿੰਕ ਕਰੂਗਾ, ਇਹ ਡਿਸਾਈਡ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਕਿਹਦਾ ਹੈ, ਡੈਂਸਿਟੀ ਦਾ। ਸਭ ਤੋਂ ਇੰਪੋਰਟੈਂਟ ਰੋਲ ਕਿਹਦਾ ਹੈ, ਡੈਂਸਿਟੀ। ਡੈਂਸਿਟੀ ਦਾ ਫਾਰਮੂਲਾ ਹੁੰਦਾ ਹੈ ਮਾਸ ਅਪਨ ਵੋਲਿਊਮ, ਮਾਸ ਅਪਨ ਵੋਲਿਊਮ। ਜੇਕਰ ਸਾਡਾ ਜਿਹੜਾ ਆਬਜੈਕਟ ਹੈ ਉਹਦੀ ਡੈਂਸਿਟੀ ਜ਼ਿਆਦਾ ਹੈ, ਜੇਕਰ ਆਬਜੈਕਟ ਦੀ ਡੈਂਸਿਟੀ ਜ਼ਿਆਦਾ ਹੈ, ਫੋਰ ਐਗਜ਼ਾਮਪਲ ਇੱਕ ਪੱਥਰ, ਉਹਦਾ ਮਾਸ ਅਪਨ ਵੋਲਿਊਮ ਜ਼ਿਆਦਾ ਹੈ, ਡੈਂਸਿਟੀ ਜੇਕਰ ਜ਼ਿਆਦਾ ਹੈ ਤਾਂ ਉਹ ਆਬਜੈਕਟ ਕੀ ਕਰ ਜਾਏਗਾ, ਸਿੰਕ ਕਰ ਜਾਏਗਾ। ਲੇਕਿਨ ਜੇਕਰ ਡੈਂਸਿਟੀ ਘੱਟ ਹੈ, ਜਿਹੜਾ ਤੁਹਾਡਾ ਆਬਜੈਕਟ ਹੈ ਉਹ ਲਾਈਟਰ ਹੈ, ਲੈਸ ਡੈਂਸਰ ਹੈ ਤੇ ਉਹ ਸਿੰਕ ਨਹੀਂ ਕਰੂਗਾ, ਉਹ ਹਮੇਸ਼ਾ ਕੀ ਕਰਦਾ ਹੈ, ਫਲੋਟ ਕਰਦਾ ਹੈ। ਇਹ ਇੱਕ ਬੇਸਿਕ ਪ੍ਰਿੰਸੀਪਲ ਸਾਨੂੰ ਆਰਕੀਮੀਡੀਜ਼ ਪ੍ਰਿੰਸੀਪਲ ਤੋਂ ਪਤਾ ਲੱਗਦਾ ਹੈ। ਤੇ ਇਸ ਕਰਕੇ ਜੇ ਆਪਾਂ ਇੱਥੇ ਡੀਕੋਡ ਕਰੀਏ ਤਾਂ ਜਿਹੜੀ ਪਹਿਲੀ ਲਾਈਨ ਹੈ ਜਿੱਥੇ ਆਪਾਂ ਨੂੰ ਇਹ ਕਿਹਾ ਗਿਆ that a cube of ice is floating on the water, ਇਹ ਆਪਾਂ ਕਿੱਥੋਂ ਸਾਨੂੰ ਕਲੀਅਰ ਹੁੰਦਾ ਹੈ, ਆਰਕੀਮੀਡੀਜ਼ ਪ੍ਰਿੰਸੀਪਲ ਤੋਂ। ਹੁਣ ਤੁਹਾਨੂੰ ਇੱਕ ਕਨਸੈਪਟ ਦੀ ਅੰਡਰਸਟੈਂਡਿੰਗ ਇੱਥੇ ਹੋਣੀ ਚਾਹੀਦੀ ਹੈ ਕਿ ਸਾਡਾ ਜਿਹੜਾ ਵਾਟਰ ਹੈ ਨਾ, ਵਾਟਰ ਦੀ ਡੈਂਸਿਟੀ, ਵਾਟਰ ਜਿਹੜਾ ਪਾਣੀ ਹੈ ਬੀਕਰ ਦੇ ਵਿੱਚ, ਵਾਟਰ ਦੀ ਡੈਂਸਿਟੀ ਜ਼ਿਆਦਾ ਹੈ ਐਸ ਕੰਪੇਅਰ ਟੂ ਆਈਸ ਦੀ ਡੈਂਸਿਟੀ। ਆਈਸ ਦੀ ਡੈਂਸਿਟੀ ਘੱਟ ਹੈ ਤੇ ਵਾਟਰ ਦੀ ਡੈਂਸਿਟੀ ਜ਼ਿਆਦਾ ਹੈ। ਇਸ ਕਰਕੇ ਕਿਉਂਕਿ ਆਈਸ ਲਾਈਟਰ ਹੈ, ਇਹ ਪਾਣੀ ਉੱਤੇ ਕੀ ਕਰਦੀ ਹੈ, ਫਲੋਟ ਕਰਦੀ ਹੈ।
ਦੇਖੋ ਆਈਸ ਬਣੀ ਤਾਂ ਵਾਟਰ ਤੋਂ ਹੀ ਹੈ, ਲੇਕਿਨ ਸਾਡੇ ਕੋਲ ਜਦੋਂ ਆਪਾਂ ਪ੍ਰੋਪਰਟੀਜ਼ ਆਫ ਮੈਟਰ ਪੜ੍ਹਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਸਾਡੇ ਕੋਲ ਟੈਂਪਰੇਚਰ ਇਦਾਂ ਦਾ ਲੈਵਲ ਤੇ ਪਹੁੰਚਦਾ ਹੈ 0 ਡਿਗਰੀ ਦੇ ਅਰਾਊਂਡ ਪਹੁੰਚਦਾ ਹੈ, 0 to 4 ਡਿਗਰੀ ਦਾ ਟੈਂਪਰੇਚਰ ਐਸਾ ਹੈ ਜਿੱਥੇ ਸਾਨੂੰ ਵਾਟਰ ਇੱਕ ਅਨੋਮਲਸ ਬਿਹੇਵੀਅਰ ਸ਼ੋ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿੱਥੇ ਕਿ ਟੈਂਪਰੇਚਰ ਘਟਣ ਦੇ ਨਾਲ ਜਦੋਂ ਬਰਫ਼ ਜੰਮਣੀ ਹੁੰਦੀ ਹੈ ਤਾਂ ਵਾਟਰ ਐਕਸਪੈਂਡ ਕਰ ਜਾਂਦਾ ਹੈ। ਜਦੋਂ ਵਾਟਰ ਐਕਸਪੈਂਡ ਕਰ ਜਾਂਦਾ, ਤੁਸੀਂ ਦੇਖਿਆ ਹੋਊਗਾ ਜੇਕਰ ਤੁਸੀਂ ਫ੍ਰਿਜ ਦੇ ਵਿੱਚ ਇੱਕ ਫ੍ਰੀਜ਼ਰ ਦੇ ਵਿੱਚ ਇੱਕ ਡੋਂਗੇ ਦੇ ਵਿੱਚ ਪਾਣੀ ਪਾ ਕੇ ਰੱਖ ਦੋ ਬਰਫ਼ ਜਮਾਉਣ ਵਾਸਤੇ, ਤਾਂ ਉਹਦੇ ਵਿੱਚ ਤੁਹਾਨੂੰ ਇੱਕ ਹਲਕੀ ਜੀ ਐਕਸਪੈਂਸ਼ਨ ਦੇਖਣ ਲਈ ਮਿਲਦੀ ਹੈ। ਜਦੋਂ ਤੁਸੀਂ ਬੀਕਰ ਰੱਖਿਆ ਉਦੋਂ ਤਾਂ ਪਾਣੀ ਦਾ ਲੈਵਲ ਕੁਝ ਇਹ ਸੀ, ਲੇਕਿਨ ਬਰਫ਼ ਜੰਮਣ ਤੋਂ ਬਾਅਦ ਸਾਨੂੰ ਇੱਕ ਹਲਕੀ ਜੀ ਐਕਸਪੈਂਸ਼ਨ ਜਿਹੜੀ ਹੈਗੀ ਆ ਉਹ ਦੇਖਣ ਲਈ ਮਿਲਦੀ ਹੈ। ਇਹ ਪ੍ਰੋਪਰਟੀ ਹੈ ਵਾਟਰ ਦੀ ਕਿ ਜਦੋਂ ਵੀ 4 ਡਿਗਰੀ ਸੈਲਸੀਅਸ ਤੋਂ 0 ਡਿਗਰੀ ਸੈਲਸੀਅਸ ਦੀ ਗੱਲ ਕਰੀਏ ਤਾਂ ਇੱਥੇ ਸਾਨੂੰ ਇੱਕ ਅਲੱਗ ਫੀਚਰ ਦੇਖਣ ਲਈ ਮਿਲਦਾ ਹੈ। ਆਮੂਮਨ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਟੈਂਪਰੇਚਰ ਘਟਦਾ ਹੈ ਤਾਂ ਉਦੋਂ ਸਾਡੇ ਆਬਜੈਕਟਸ ਕੀ ਕਰਦੇ ਨੇ, ਕੰਟਰੈਕਟ ਕਰਦੇ ਨੇ, ਵੋਲਿਊਮ ਘਟਦੀ ਹੈ। ਲੇਕਿਨ ਵਾਟਰ ਦੇ ਕੇਸ ਵਿੱਚ ਕੀ ਹੁੰਦਾ ਹੈ ਕਿ ਜਦੋਂ ਇੱਥੇ ਬਰਫ਼ ਜੰਮਣ ਵਾਲਾ ਟੈਂਪਰੇਚਰ ਪਹੁੰਚ ਜਾਂਦਾ ਹੈ 0 ਡਿਗਰੀ, 4 ਡਿਗਰੀ ਤੋਂ ਲੈ ਕੇ 0 ਡਿਗਰੀ ਤੱਕ ਦਾ ਟੈਂਪਰੇਚਰ ਦੇ ਵਿੱਚ, ਟੈਂਪਰੇਚਰ ਘਟਣ ਦੇ ਨਾਲ ਵਾਟਰ ਦੇ ਵਿੱਚ ਐਕਸਪੈਂਸ਼ਨ ਹੁੰਦੀ ਹੈ। ਐਕਸਪੈਂਸ਼ਨ ਹੋਣ ਦੇ ਨਾਲ ਕੀ ਹੋਏਗਾ, ਐਕਸਪੈਂਸ਼ਨ ਹੋਣ ਦੇ ਨਾਲ ਵੋਲਿਊਮ ਵੱਧ ਜਾਏਗੀ, ਤੇ ਜਦੋਂ ਵੋਲਿਊਮ ਵੱਧ ਜਾਏਗੀ ਤਾਂ ਡੈਂਸਿਟੀ ਘਟ ਜਾਏਗੀ। ਇਸ ਕਰਕੇ ਜਿਹੜੀ ਸਾਡੀ ਆਈਸ ਹੈ ਇਹ ਲਾਈਟਰ ਹੁੰਦੀ ਹੈ ਦੈਨ ਦ ਵਾਟਰ। ਜੇਕਰ ਆਪਾਂ ਵੈਲਿਊਜ਼ ਦੀ ਗੱਲ ਕਰੀਏ ਤਾਂ ਵਾਟਰ ਦੀ ਜਿਹੜੀ ਡੈਂਸਿਟੀ ਹੈਗੀ ਹੈ that is 1 ਗ੍ਰਾਮ ਪਰ ਕਿਊਬਿਕ ਮੀਟਰ ਸੈਂਟੀਮੀਟਰ, ਤੇ ਜੇਕਰ ਆਪਾਂ ਆਈਸ ਦੀ ਗੱਲ ਕਰੀਏ ਤਾਂ ਇਹਦੀ ਹੁੰਦੀ ਹੈ 0.92 ਗ੍ਰਾਮਸ ਪਰ ਕਿਊਬਿਕ ਸੈਂਟੀਮੀਟਰ। ਤਾਂ ਆਪਾਂ ਨੂੰ ਕੀ ਸਮਝ ਆਇਆ ਕਿ ਜਦੋਂ ਵਾਟਰ ਦੀ ਆਈਸ ਬਣਦੀ ਹੈ ਤਾਂ ਆਈਸ ਬਣਨੇ ਫ੍ਰੀਜ਼ਿੰਗ ਵਾਲੇ ਟਾਈਮ ਤੇ ਵਾਟਰ ਕੀ ਕਰ ਜਾਂਦਾ ਹੈ, ਐਕਸਪੈਂਡ ਕਰ ਜਾਂਦਾ ਹੈ। ਐਕਸਪੈਂਡ ਕਰਨ ਕਰਕੇ ਵੋਲਿਊਮ ਵੱਧ ਜਾਂਦੀ ਹੈ, ਵੋਲਿਊਮ ਵਧਣ ਕਰਕੇ ਡੈਂਸਿਟੀ ਘਟ ਜਾਂਦੀ ਹੈ। ਇਸ ਕਰਕੇ ਬਰਫ਼ ਪਾਣੀ ਨਾਲੋਂ ਲੈਸ ਡੈਂਸਰ ਹੁੰਦੀ ਹੈ, ਤੇ ਜਦੋਂ ਵੀ ਚਾਹੇ ਕੋਕ ਹੋਵੇ, ਪਾਣੀ ਹੋਵੇ, ਤੁਸੀਂ ਉਹਦੇ ਵਿੱਚ ਬਰਫ਼ ਪਾਉਂਦੇ ਹੋ ਤਾਂ ਬਰਫ਼ ਹਮੇਸ਼ਾ ਉੱਪਰ ਕੀ ਕਰਦੀ ਰਹਿੰਦੀ ਹੈ, ਫਲੋਟ ਕਰਦੀ ਰਹਿੰਦੀ ਹੈ। ਤਾਂ ਇਹ ਪਹਿਲਾ ਕਨਸੈਪਟ ਤੁਹਾਨੂੰ ਇੱਥੋਂ ਕਲੀਅਰ ਹੋਣਾ ਚਾਹੀਦਾ। ਠੀਕ ਹੈ, ਹੁਣ ਇੱਕ ਤਾਂ ਸਾਨੂੰ ਆਰਕੀਮੀਡੀਜ਼ ਆ ਦੱਸਦੀ ਹੈ ਕਿ ਆਪਾਂ ਕਿੱਦਾਂ ਡਿਸਾਈਡ ਕਰਾਂਗੇ ਕਿ ਕਿਹੜਾ ਆਬਜੈਕਟ ਜਿਹੜਾ ਹੈਗਾ ਹੈ ਉਹ ਫਲੋਟ ਕਰੂਗਾ ਜਾਂ ਫਿਰ ਕਿਹੜਾ ਆਬਜੈਕਟ ਸਿੰਕ ਕਰੂਗਾ। ਮੇਨ ਫੈਕਟਰ ਕੀ ਹੈ ਇੱਥੇ, ਦ ਮੇਨ ਫੈਕਟਰ ਇਜ਼ ਡੈਂਸਿਟੀ। ਦੂਸਰੀ ਚੀਜ਼ ਆਰਕੀਮੀਡੀਜ਼ ਪ੍ਰਿੰਸੀਪਲ 'ਚ ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਵੀ ਆਬਜੈਕਟ ਕਿਸੇ ਫਲੂਇਡ ਦੇ ਵਿੱਚ ਇਮਰਸ ਕੀਤਾ ਹੋਇਆ ਹੈ, ਕੋਈ ਵੀ ਆਬਜੈਕਟ ਜੇਕਰ ਉਹ ਕਿਸੇ ਫਲੂਇਡ ਦੇ ਵਿੱਚ ਪਿਆ ਹੈ ਤਾਂ ਲਗਾਤਾਰ ਉਹਦੇ ਉੱਤੇ ਇੱਕ ਅਪਵਰਡ ਫੋਰਸ ਲੱਗਦੀ ਰਹਿੰਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਬਾਇੰਸੀ। ਤੇ ਜਿਹੜੀ ਫੋਰਸ ਹੈ ਇਹ ਕੀ ਕਰੂਗੀ, ਜਿੰਨਾ ਤੁਹਾਡੇ ਉਸ ਆਬਜੈਕਟ ਦਾ weight ਹੋਏਗਾ ਉਨਾ ਵਾਟਰ ਡਿਸਪਲੇਸ ਕਰ ਦੇਗੀ। ਕੀ ਕਹਿ ਰਿਹਾ ਕਿ ਜੇਕਰ ਤੁਹਾਡੇ ਕੋਲ ਕਿਸੇ ਵੀ ਫਲੂਇਡ ਦੇ ਵਿੱਚ ਕੋਈ ਵੀ ਆਬਜੈਕਟ ਜਿਹੜਾ ਹੈਗਾ ਹੈ ਉਹ ਇਮਰਸ ਹੈ ਤਾਂ ਜਿੰਨਾ ਉਸ ਆਬਜੈਕਟ ਦਾ weight ਹੋਏਗਾ ਉਹਦੇ ਇਕੁਅਲ ਉੱਥੇ ਫੋਰਸ ਲੱਗੇਗੀ ਤੇ ਉਨਾ ਲਿਕੁਇਡ ਕੀ ਹੋ ਜਾਏਗਾ, ਡਿਸਪਲੇਸ ਹੋ ਜਾਏਗਾ। ਇਹ ਤਾਂ ਆਪਾਂ ਉਦਾਂ ਵੀ ਦੇਖਦੇ ਹਾਂ ਕਿ ਜਿੰਨਾ ਵੀ ਆਪਾਂ ਕੋਈ ਵੀ ਆਬਜੈਕਟ ਵਾਟਰ ਦੇ ਵਿੱਚ ਪਾਇਆ, ਜਿੰਨਾ ਉਹਦਾ ਭਾਰ ਹੋਏਗਾ ਪਾਉਂਦੀ ਸਾਰ ਉਨਾ ਹੀ ਵਾਟਰ ਕੀ ਹੋ ਜਾਏਗਾ, ਡਿਸਪਲੇਸ ਹੋ ਜਾਏਗਾ, ਉੱਥੋਂ ਰਿਮੂਵ ਹੋ ਜਾਏਗਾ। ਸੋ ਜਦੋਂ ਸਾਡੇ ਕੋਲ ਬੀਕਰ ਦੇ ਵਿੱਚ ਆਈਸ ਪਾਈ, ਹੁਣ ਸਭ ਤੋਂ ਪਹਿਲਾਂ ਆਪਾਂ ਇੱਥੇ ਆਉਂਦੇ ਹਾਂ ਕਿ ਜਦੋਂ ਵੀ ਆਪਾਂ ਆਪਣਾ ਇਹ ਬੀਕਰ ਸੀਗਾ, ਠੀਕ ਹੈ, ਇਹਦੇ ਉੱਤੇ ਤੁਸੀਂ ਕੀ ਕਿਹਾ ਕਿ ਆਈਸ ਜਿਹੜੀ ਹੈਗੀ ਆ ਫਲੋਟ ਕਰਦੀ ਪਈ ਹੈ। ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜੀ ਆਈਸ ਹੈ ਇਹਦਾ ਆਪਣਾ ਕੋਈ weight ਹੋਏਗਾ? ਡੈਫੀਨੇਟਲੀ weight ਹੋਏਗਾ। ਜਿੰਨਾ ਆਈਸ ਦਾ weight ਹੋਏਗਾ ਉਨਾ ਵਾਟਰ ਪਹਿਲਾਂ ਹੀ ਕੀ ਹੋ ਜਾਂਦਾ ਹੈ, ਡਿਸਪਲੇਸ ਹੋ ਜਾਂਦਾ ਹੈ, ਪਹਿਲਾਂ ਹੀ ਡਿਸਪਲੇਸ ਹੋ ਜਾਂਦਾ ਹੈ। This is the first property। ਤਾਂ ਜੇਕਰ ਤੁਹਾਡੇ ਆਈਸ ਦਾ weight 100 ਗ੍ਰਾਮ ਹੈ ਤਾਂ ਜਦੋਂ ਤੁਸੀਂ 100 ਗ੍ਰਾਮ ਦੀ ਆਈਸ ਵਾਟਰ ਦੇ ਵਿੱਚ ਪਾਈ ਤਾਂ ਪਹਿਲਾਂ ਹੀ ਪਾਉਂਦੀ ਸਾਰ ਹੀ ਵਾਟਰ ਕੀ ਹੋ ਜਾਏਗਾ, 100 ਗ੍ਰਾਮ ਡਿਸਪਲੇਸ ਹੋ ਜਾਏਗਾ। That's another Archimedes principle। ਤਾਂ ਫਲੋਟਿੰਗ ਆਈਸ ਜਿਹੜੀ ਹੈਗੀ ਹੈ ਉਹ ਆਪਣੇ weight ਦੇ ਮੁਤਾਬਿਕ ਆਲਰੇਡੀ ਵਾਟਰ ਨੂੰ ਡਿਸਪਲੇਸ ਕਰ ਚੁੱਕੀ ਹੁੰਦੀ ਹੈ। ਇਸ ਕਰਕੇ ਜਦੋਂ ਵੀ ਇਹ ਆਈਸ ਮੈਲਟ ਕਰੇਗੀ, whenever this ice is going to melt, ਹੁਣ ਤੁਸੀਂ 100 ਗ੍ਰਾਮ ਆਈਸ ਪਾਈ ਸੀ, ਜਦੋਂ ਤੁਸੀਂ 100 ਗ੍ਰਾਮ ਆਈਸ ਪਾਈ ਤਾਂ ਉਹਨੇ ਗਲਾਸ ਵਿੱਚੋਂ 100 ਗ੍ਰਾਮ ਪਾਣੀ ਨੂੰ ਪਹਿਲਾਂ ਹੀ ਕੱਢ ਦਿੱਤਾ, ਪਹਿਲਾਂ ਹੀ ਡਿਸਪਲੇਸ ਕਰਤਾ। ਲੇਕਿਨ ਜਦੋਂ ਹੌਲੀ-ਹੌਲੀ ਟੈਂਪਰੇਚਰ ਵਧੇਗਾ ਤੇ 100 ਗ੍ਰਾਮ ਆਈਸ ਮੈਲਟ ਕਰੇਗੀ, ਉਹ 100 ਗ੍ਰਾਮ ਆਈਸ ਕਿਹਦੇ ਵਿੱਚ ਕਨਵਰਟ ਹੋਏਗੀ, 100 ਗ੍ਰਾਮ ਪਾਣੀ ਦੇ ਵਿੱਚ।
ਤਾਂ ਮਤਲਬ ਜਿੰਨਾ ਵਾਟਰ ਪਹਿਲਾਂ ਆਈਸ ਦੇ ਭਾਰ ਨੇ ਡਿਸਪਲੇਸ ਕੀਤਾ ਸੀ, ਜਦੋਂ ਆਈਸ ਮੈਲਟ ਕਰੇਗੀ ਔਰ ਵਾਟਰ ਚ ਕਨਵਰਟ ਹੋਏਗੀ, ਓਨਾ ਹੀ 100 ਗ੍ਰਾਮ ਹੀ ਪਾਣੀ ਕੀ ਹੋ ਜਾਏਗਾ, ਐਡ ਹੋ ਜਾਏਗਾ। ਇਸ ਕਰਕੇ ਚਾਹੇ ਤੁਸੀਂ ਕੋਕ ਨੂੰ ਉੱਤੇ ਬ੍ਰਿਮ ਤੱਕ ਭਰ ਲਓ, ਜਦੋਂ ਤੁਸੀਂ ਆਈਸ ਪਾਈ, ਜੇਕਰ ਤਾਂ ਤੁਸੀਂ ਉੱਪਰ ਤੱਕ ਭਰ ਲਿਆ ਔਰ ਤੁਸੀਂ ਆਈਸ ਪਾਈ ਔਰ ਗਲਾਸ ਛੋਟਾ ਪੈ ਗਿਆ, ਤਾਂ ਉਨਾ ਪਾਣੀ ਬਾਹਰ ਆ ਜਾਏਗਾ, ਉਨਾ ਕੋਕ ਬਾਹਰ ਆ ਜਾਏਗਾ ਜਿੰਨਾ ਤੁਹਾਡੇ ਆਈਸ ਦਾ weight ਹੋਏਗਾ। ਇਸ ਤੋਂ ਬਾਅਦ ਜਦੋਂ ਆਈਸ ਮੈਲਟ ਵੀ ਕਰ ਜਾਂਦੀ ਹੈ, ਕਦੇ ਵੀ ਸਾਡਾ ਵਾਟਰ, ਕਦੇ ਵੀ ਸਾਡੀ ਕੋਲਡ ਡਰਿੰਕ ਓਵਰਫਲੋ ਨਹੀਂ ਕਰਦੀ, ਰਾਦਰ ਉਹਦਾ ਲੈਵਲ ਉਹੀ ਰਹਿੰਦਾ ਹੈ। ਕਿਉਂ? ਕਿ ਜਦੋਂ ਤੁਸੀਂ ਆਈਸ ਪਾਈ ਸੀ ਉਦੋਂ ਉਹਨੇ ਆਪਣੇ weight ਦੇ ਅਕੋਰਡਿੰਗ ਵਾਟਰ ਨੂੰ ਡਿਸਪਲੇਸ ਕਰ ਦਿੱਤਾ ਸੀ। ਐਟ ਲਾਸਟ ਆਈਸ ਜਦੋਂ ਮੈਲਟ ਹੋਏਗੀ ਤੇ ਉਹ ਉਨਾ ਹੀ ਵਾਟਰ ਦੁਬਾਰਾ ਕੀ ਕਰ ਦੇਗੀ, ਐਡ ਕਰ ਦੇਗੀ। ਇਸ ਕਰਕੇ ਜਦੋਂ ਵੀ ਆ ਜੋ ਕੁਐਸਚਨ ਸਾਨੂੰ ਪੁੱਛਿਆ ਗਿਆ, ਆਈਸ ਮੈਲਟ ਕਰੇਗੀ ਤਾਂ ਜਿੰਨਾ ਵਾਟਰ ਇਹਨੇ ਪਹਿਲਾਂ ਡਿਸਪਲੇਸ ਕੀਤਾ ਸੀ ਉਨਾ ਹੀ ਵਾਟਰ ਦੁਬਾਰਾ ਐਡ ਹੋ ਜਾਏਗਾ। ਮਤਲਬ ਜਿਹੜਾ ਸਾਡਾ ਵਾਟਰ ਲੈਵਲ ਹੈ ਉਹ ਕੀ ਰਹੇਗਾ, ਅਨਚੇਂਜਡ ਰਹੇਗਾ, ਸੇਮ ਰਹੇਗਾ। ਵੈਰੀ 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 ਇੰਪੋਰਟੈਂਟ ਕਨਸੈਪਟ। ਤੁਹਾਡੇ ਜੋ ਆਰਕੀਮੀਡੀਜ਼ ਪ੍ਰਿੰਸੀਪਲ ਹੈ ਉੱਥੋਂ ਇਹ ਰਿਲੇਟ ਕਰਦਾ ਹੈ। ਪਾਣੀ ਰਾਈਜ਼ ਨਹੀਂ ਕਰੇਗਾ। ਹੁਣ ਕੀ ਹੁੰਦਾ, ਕਈ ਵਾਰੀ ਅਸੀਂ ਸੋਚਦੇ ਹਾਂ ਕਿ ਗਲਾਸ 'ਚ ਪਹਿਲਾਂ ਹੀ ਪਾਣੀ ਸੀ, ਉੱਤੋਂ ਅਸੀਂ ਬਰਫ਼ ਪਾਤੀ, ਜਦੋਂ ਬਰਫ਼ ਮੈਲਟ ਕਰੇਗੀ ਤਾਂ ਹੋਰ ਪਾਣੀ ਐਡ ਹੋ ਜਾਏਗਾ ਤੇ ਵਾਟਰ ਲੈਵਲ ਰਾਈਜ਼ ਕਰ ਜਾਏਗਾ। ਦਿਸ ਇਜ਼ ਰੋਂਗ। ਆਪਾਂ ਭੁੱਲ ਜਾਂਦੇ ਆ ਕਿ ਜਦੋਂ ਆਪਾਂ ਆਈਸ ਪਾਈ ਸੀ ਉਦੋਂ ਆਲਰੇਡੀ ਜਿਹੜਾ ਵਾਟਰ ਸੀਗਾ, ਜਿੰਨਾ ਆਈਸ ਦਾ ਭਾਰ ਹੈ ਉਹਦੇ ਹਿਸਾਬ ਨਾਲ ਪਹਿਲਾਂ ਹੀ ਡਿਸਪਲੇਸ ਹੋ ਚੁੱਕਿਆ ਹੁੰਦਾ ਹੈ। ਤਾਂ ਜਿਵੇਂ ਜਿਵੇਂ ਆਈਸ ਮੈਲਟ ਕਰੇਗੀ, ਜਿੰਨਾ ਵਾਟਰ ਉਹਨੇ ਪਹਿਲਾਂ ਡਿਸਪਲੇਸ ਕੀਤਾ ਸੀ ਉਨਾ ਹੀ ਕੀ ਹੋ ਜਾਏਗਾ, ਐਡ ਹੋ ਜਾਏਗਾ। ਸੋ ਜੋ ਲੈਵਲ ਹੈ ਉਹ ਕੀ ਰਹੇਗਾ, ਸੇਮ ਰਹੇਗਾ। ਸੋ ਵੈਰੀ ਇੰਪੋਰਟੈਂਟ ਕੁਐਸਚਨ। ਦੇਖੋ ਆਪਾਂ ਇਸ ਤੋਂ ਪਹਿਲਾਂ ਵੀ ਇੱਕ ਪੇਪਰ ਡਿਸਕਸ ਕਰ ਚੁੱਕੇ ਹਾਂ ਤੇ ਆਪਾਂ ਦੇਖ ਰਹੇ ਹਾਂ ਕਿ ਪੀਪੀਐਸਸੀ ਜੋ ਕਨਸੈਪਟਸ ਤੁਸੀਂ ਪੜ੍ਹਦੇ ਹੋ ਉਹਨਾਂ ਦੀ ਐਪਲੀਕੇਸ਼ਨ ਬੇਸਡ ਕੁਐਸਚਨ ਪਾਉਂਦੀ ਹੈ ਕਿ ਤੁਸੀਂ ਐਨਾਲਿਟਿਕਲੀ ਉਹਨਾਂ ਚੀਜ਼ਾਂ ਬਾਰੇ ਸੋਚੋ। ਫਾਈਨ। ਸੋ ਇਹ ਕੁਐਸਚਨ ਚ ਆਈ ਹੋਪ ਤੁਹਾਨੂੰ ਕੋਈ ਦਿੱਕਤ ਨਹੀਂ ਰਹਿਣੀ ਚਾਹੀਦੀ। ਅਗਲਾ ਕੁਐਸਚਨ ਦੇਖ ਲੈਂਦੇ ਹਾਂ। ਨੈਕਸਟ ਕੁਐਸਚਨ, ਅਗੇਨ ਵੈਰੀ ਟੈਕਨੀਕਲ ਕੁਐਸਚਨ ਐਂਡ ਅ ਫੇਵਰੇਟ ਏਰੀਆ ਆਫ ਪੀਪੀਐਸਸੀ। ਇੱਥੋਂ ਤੁਹਾਨੂੰ ਇਨਡਾਇਰੈਕਟਲੀ ਡਾਇਰੈਕਟਲੀ ਬਹੁਤ ਸੇ ਕੁਐਸਚਨ ਹਰ ਸਾਲ ਦੇਖਣ ਲਈ ਮਿਲ ਜਾਂਦੇ ਹਨ। ਕੁਐਸਚਨ ਨੰਬਰ 2 ਇਹ ਕਹਿ ਰਿਹਾ ਹੈ that a rainbow is formed by dash of the light by water droplets। ਹੁਣ ਜਦੋਂ ਤੁਸੀਂ ਆਪਟਿਕਸ ਦਾ ਟੌਪਿਕ ਪੜ੍ਹਦੇ ਹੋ, ਫਿਜ਼ਿਕਸ 'ਚ ਲਾਈਟ ਬਾਰੇ ਪੜ੍ਹਦੇ ਹੋ, ਤਾਂ ਆਪਾਂ ਬਹੁਤ ਸਾਰੀ ਚੀਜ਼ਾਂ ਬਾਰੇ ਪੜ੍ਹਦੇ ਹਾਂ, ਬਹੁਤ ਫਿਨੋਮੀਨਾਸ ਬਾਰੇ ਪੜ੍ਹਦੇ ਹਾਂ। ਰਿਫਲੈਕਸ਼ਨ ਕਿੱਦਾਂ ਹੁੰਦੀ ਹੈ, ਰੀਫ੍ਰੈਕਸ਼ਨ ਕਿੱਦਾਂ ਹੁੰਦੀ ਹੈ, ਡਿਸਪਰਸ਼ਨ ਕੀ ਹੁੰਦਾ ਹੈ, ਟੋਟਲ ਇੰਟਰਨਲ ਰਿਫਲੈਕਸ਼ਨ ਕੀ ਹੈ, ਇਹ ਸਾਰੇ ਫਿਨੋਮੀਨਾਸ ਬਾਰੇ ਤੁਸੀਂ ਪੜ੍ਹਦੇ ਹੋ। ਤੇ ਇੱਥੇ ਤੁਹਾਨੂੰ ਇਹ ਪੁੱਛਿਆ ਗਿਆ ਹੈ ਕਿ ਜਿਹੜਾ ਸਾਨੂੰ ਅਸਮਾਨ ਦੇ ਵਿੱਚ ਰੇਨਬੋ ਦੇਖਣ ਲਈ ਮਿਲਦਾ ਹੈ, ਉਹ ਰੇਨਬੋ ਦੀ ਫਾਰਮੇਸ਼ਨ ਕਿਹੜੇ ਫਿਨੋਮੀਨਾ ਕਰਕੇ ਹੁੰਦੀ ਹੈ? ਆਪਸ਼ਨ ਨੰਬਰ 1 ਇਜ਼ ਡਿਸਪਰਸ਼ਨ, B is scattering, C is total internal reflection and 4 is dispersion and total internal reflection। ਬਹੁਤ ਹੀ ਅੱਛਾ, ਬਹੁਤ ਹੀ conceptual based question ਤੁਹਾਨੂੰ ਇੱਥੇ PPSC ਨੇ ਪੁੱਛਿਆ ਹੈ। ਤਾਂ ਇਹਨੂੰ ਬਿਲਡ ਕਰਦੇ ਹਾਂ। ਪਹਿਲਾਂ ਥੋੜਾ ਮੈਂ ਤੁਹਾਨੂੰ ਦੱਸਦੀ ਹਾਂ ਕਿ ਡਿਸਪਰਸ਼ਨ ਕੀ ਹੁੰਦਾ ਹੈ, ਸਕੈਟਰਿੰਗ ਕੀ ਹੁੰਦਾ ਹੈ, ਰਿਫਲੈਕਸ਼ਨ ਕੀ ਹੁੰਦਾ ਹੈ, ਰੀਫ੍ਰੈਕਸ਼ਨ ਕੀ ਹੁੰਦਾ ਹੈ। ਇੱਕ ਵਾਰੀ ਤੁਸੀਂ ਕੁਇਕਲੀ ਰਿਵਾਈਜ਼ ਕਰ ਲਿਆ ਤਾਂ ਇਹ ਕੁਐਸਚਨ ਤੁਹਾਡੇ ਲਈ ਕੁਝ ਵੀ ਨਹੀਂ ਹੈ। ਇਟਸ ਵੈਰੀ 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 ਈਜ਼ੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਵਾਈਟ ਲਾਈਟ ਦੀ। ਜਿਹੜੀ ਆਪਣੇ ਕੋਲ ਸਨ ਤੋਂ ਰੇਜ਼ ਆਉਂਦੀਆਂ ਨੇ ਨਾ, ਉਹ ਐਕਚੁਅਲੀ 7 ਕਲਰਸ ਦਾ ਮਿਕਸਚਰ ਹੁੰਦੀਆਂ ਨੇ। ਉਹਦੇ ਵਿੱਚ ਉਹਨਾਂ ਰੇਜ਼ ਵਿੱਚ ਵਾਇਲਟ ਹੁੰਦਾ ਹੈ, ਇੰਡੀਗੋ ਹੁੰਦਾ ਹੈ, ਬਲੂ ਕਲਰ ਹੁੰਦਾ ਹੈ, ਗ੍ਰੀਨ, ਯੈਲੋ, ਔਰੇਂਜ, ਰੈਡ। ਇਹ ਸਾਰੇ ਕਲਰ ਮਿਕਸ ਹੋ ਕੇ ਜਦੋਂ ਇਹ ਸਾਰੇ ਕਲਰ ਆਪਸ 'ਚ ਮਿਕਸ ਹੋ ਜਾਂਦੇ ਨੇ ਤਾਂ ਕਿਹੜਾ ਕਲਰ ਬਣ ਜਾਂਦਾ ਹੈ? ਵਾਈਟ। ਹਾਲਾਂਕਿ ਸਨ ਤੋਂ ਆ ਰਹੀ ਰੇਡੀਏਸ਼ਨਸ, ਸਨ ਤੋਂ ਆ ਰਹੀ ਲਾਈਟ ਰੇਜ਼ ਵਿੱਚ ਆ ਸਾਰੇ ਕਲਰਸ ਹੁੰਦੇ ਨੇ, ਬਟ ਜਦੋਂ ਇਹ ਸਾਰੇ ਕਲਰਸ ਆਪਸ 'ਚ ਮਿਕਸ ਹੋ ਜਾਂਦੇ ਨੇ ਤਾਂ ਆਪਾਂ ਨੂੰ ਉਹ ਸਨ ਰੇਜ਼ ਵਾਈਟ ਕਲਰ ਦੀਆਂ ਅਪੀਅਰ ਹੁੰਦੀਆਂ ਨੇ। ਲੇਕਿਨ ਹੁਣ ਜੇਕਰ ਕੀ ਹੋਊਗਾ, ਕੋਈ ਵੀ ਲਾਈਟ ਪਾਸ ਕਰਦੀ ਹੈ ਥਰੂ ਡਿਫਰੈਂਟ ਮੀਡੀਅਮ, ਠੀਕ ਹੈ। ਜਦੋਂ ਆਪਾਂ ਪਿੱਛੇ ਡੈਂਸਿਟੀ ਦੀ ਗੱਲ ਕਰਕੇ ਆਏ, ਜਦੋਂ ਵੀ ਲਾਈਟ ਡਿਫਰੈਂਟ ਮੀਡੀਅਮ ਤੋਂ ਪਾਸ ਕਰਦੀ ਹੈ ਤਾਂ ਸਾਨੂੰ ਲਾਈਟ ਦੇ ਕਰਕੇ ਬੈਂਡਿੰਗ ਦੇਖਣ ਲਈ ਮਿਲਦੀ ਹੈ, ਠੀਕ ਹੈ। ਜਿੱਦਾਂ ਕਿ ਆਪਾਂ ਗੱਲ ਕਰੀਏ ਇਸ ਡਾਇਗਰਾਮ 'ਚ, ਤੁਸੀਂ ਇੱਥੇ ਦੇਖੋ, ਆ ਇੱਕ ਪਾਣੀ ਦਾ ਗਲਾਸ ਹੈ ਤੇ ਉਹਦੇ ਵਿੱਚ ਪੈਨਸਿਲ ਹੈ। ਐਨੀ ਇਮੇਜ ਜਿਹੜੀ ਸਾਨੂੰ ਦਿਖ ਰਹੀ ਹੈ, ਇੱਥੇ ਪੈਨਸਿਲ ਕਿੱਥੇ ਹੈ? ਹਵਾ ਦੇ ਵਿੱਚ ਹੈ, 에ਅਰ ਦੇ ਵਿੱਚ ਹੈ। ਤੇ ਜਿਹੜਾ ਐਨਾ ਸੈਕਸ਼ਨ ਹੈ, ਇੱਥੇ ਪੈਨਸਿਲ ਕਾਦੇ ਵਿੱਚ ਹੈ? ਵਾਟਰ ਦੇ ਵਿੱਚ ਹੈ। ਲੇਕਿਨ ਜਦੋਂ ਆਪਾਂ ਦੇਖਿਆ ਤਾਂ ਜਿਹੜੀ ਲਾਈਟ ਹੈ, ਇੱਕ ਪਾਸੇ ਇਹ ਵਾਟਰ 'ਚ ਜਾ ਰਹੀ ਹੈ ਤੇ ਇੱਕ ਪਾਸੇ ਇਹ 에ਅਰ 'ਚ ਜਾ ਰਹੀ ਹੈ। ਤੇ ਸਾਡੇ ਕੋਲ ਰਿਫ੍ਰੈਕਸ਼ਨ ਦੇ ਵਿੱਚ ਜਦੋਂ ਵੀ ਲਾਈਟ
ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਵਿੱਚ ਪਾਸ ਕਰੇਗੀ, ਹਮੇਸ਼ਾ ਲਾਈਟ ਬੈਂਡ ਕਰਦੀ ਹੈ। ਕਿਉਂ? ਬਿਕਾਜ਼ ਲਾਈਟ ਦੀ ਸਪੀਡ ਚੇਂਜ ਹੋ ਜਾਂਦੀ ਹੈ। ਜਦੋਂ ਆਪਾਂ ਲਾਈਟ ਦੀ ਸਪੀਡ ਬਾਰੇ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਲਾਈਟ ਦੀ ਸਪੀਡ ਮੈਕਸਿਮਮ ਵੈਕਿਊਮ ਦੇ ਵਿੱਚ ਹੁੰਦੀ ਹੈ, ਜਿੱਥੇ ਕੋਈ ਡਿਸਰਪਸ਼ਨ ਨਹੀਂ ਹੈ, ਕੋਈ ਮੀਡੀਅਮ ਨਹੀਂ ਹੈ। ਮੈਕਸਿਮਮ ਸਪੀਡ ਲਾਈਟ ਦੀ ਕਿੱਥੇ ਹੁੰਦੀ ਹੈ? ਵੈਕਿਊਮ ਚ ਹੁੰਦੀ ਹੈ। ਤੇ 에ਅਰ ਚ ਉਸ ਤੋਂ ਘੱਟ, ਪਾਣੀ ਵਿੱਚ ਉਸ ਤੋਂ ਘੱਟ ਤੇ ਗੈਸਿਸ ਵਿੱਚ ਸਭ ਤੋਂ ਘੱਟ। ਤਾਂ ਲਾਈਟ ਦੀ ਜਿਹੜੀ ਸਪੀਡ ਹੈ ਉਹ ਸਭ ਤੋਂ ਮੈਕਸਿਮਮ ਤਾਂ ਕਿੱਥੇ ਹੋਏਗੀ? ਵੈਕਿਊਮ ਦੇ ਵਿੱਚ ਹੋਏਗੀ। ਵੈਕਿਊਮ ਤੋਂ ਘੱਟ ਹੁੰਦੀ ਹੈ 에ਅਰ ਦੇ ਵਿੱਚ, 에ਅਰ ਤੋਂ ਘੱਟ ਹੁੰਦੀ ਹੈ ਵਾਟਰ ਦੇ ਵਿੱਚ, ਤੇ ਉਸ ਤੋਂ ਵੀ ਘੱਟ ਹੁੰਦੀ ਹੈ ਗਲਾਸ ਦੇ ਵਿੱਚ। ਤੁਸੀਂ ਦੇਖੋ ਕਿ ਇੱਥੇ ਕੀ ਹੁੰਦਾ ਜਾ ਰਿਹਾ ਹੈ, ਤੁਹਾਡਾ ਜਿਹੜਾ ਮੀਡੀਅਮ ਹੈ ਉਹ ਕੀ ਹੁੰਦਾ ਜਾ ਰਿਹਾ ਹੈ? ਡੈਂਸਰ ਹੁੰਦਾ ਜਾ ਰਿਹਾ ਹੈ। ਇੱਥੇ ਤੁਹਾਡਾ ਮੀਡੀਅਮ ਕੀ ਸੀਗਾ? ਲਾਈਟਰ ਸੀ। ਰੈਦਰ ਵੈਕਿਊਮ ਦੇ ਵਿੱਚ ਤਾਂ ਕੋਈ ਮੀਡੀਅਮ ਹੈ ਹੀ ਨਹੀਂ, there is nothing। ਸੋ ਜਦੋਂ ਵੀ ਸਾਡੇ ਕੋਲ 에ਅਰ ਆਪਣਾ ਮੀਡੀਅਮ ਚੇਂਜ ਕਰੂਗੀ, ਚਾਹੇ ਉਹ 에ਅਰ ਤੋਂ ਵਾਟਰ 'ਚ ਜਾ ਰਹੀ ਹੈ, ਵਾਟਰ ਤੋਂ 에ਅਰ 'ਚ ਆ ਰਹੀ ਹੈ ਜਾਂ ਗਲਾਸ 'ਚ ਜਾ ਰਹੀ ਹੈ, ਤਾਂ ਡਾਇਰੈਕਸ਼ਨ ਜਿਹੜੀ ਹੈਗੀ ਆ ਉਹ ਚੇਂਜ ਹੋ ਜਾਂਦੀ ਹੈ ਲਾਈਟ ਦੀ। ਕਿਉਂ? ਕਿਉਂਕਿ ਸਪੀਡ ਦੇ ਵਿੱਚ ਫਰਕ ਪੈ ਜਾਂਦਾ ਹੈ। ਤੇ ਜਦੋਂ ਵੀ ਆ ਦੇਖੋ, ਹੁਣ ਤੁਸੀਂ ਸਾਡੇ ਕੋਲ ਐਗਜ਼ਾਮਪਲ ਹੈ, ਲੈਟਸ ਸੇ ਇੱਥੇ ਆ ਕੇ ਤੁਹਾਡੀ ਜਿਹੜੀ ਨਾਰਮਲ ਲਾਈਟ ਹੈਗੀ ਹੈ ਇਹਨੇ ਇਦਾਂ ਪਾਸ ਕਰਨਾ ਸੀ, ਲੇਕਿਨ ਇੱਥੇ ਲੈਟਸ ਸੇ ਇਹ ਲਾਈਟ 에ਅਰ ਚੋਂ ਪਾਸ ਕਰਦੀ ਪਈ ਸੀ, ਜਿੱਥੇ ਕਿ ਲਾਈਟ ਦੀ ਸਪੀਡ ਕੀ ਸੀ? ਜ਼ਿਆਦਾ ਸੀ। ਲੇਕਿਨ ਇੱਕੋ ਦਮ ਗਲਾਸ ਹੈ ਤੇ ਗਲਾਸ ਦੇ ਵਿੱਚ ਵਾਟਰ ਹੈ ਜੋ ਕਿ ਕੀ ਹੈ? ਡੈਂਸਰ ਹੈ। ਇੱਕੋ ਦਮ ਡੈਂਸਰ ਮਟੀਰੀਅਲ ਆ ਗਿਆ ਤੇ ਡੈਂਸਰ ਮਟੀਰੀਅਲ ਚੋਂ ਪਾਸ ਕਰਨ ਦੇ ਵਿੱਚ ਲਾਈਟ ਦੀ ਸਪੀਡ ਘਟ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ। ਇਸ ਕਰਕੇ ਜਿਹੜੀ ਲਾਈਟ ਹੈਗੀ ਹੈ ਉਹ ਆਪਣੇ ਨਾਰਮਲ ਪਾਥ ਤੇ ਨਹੀਂ ਜਾ ਪਾਉਂਦੀ, ਇਹ ਕੀ ਕਰ ਜਾਂਦੀ ਹੈ? ਬੈਂਡ ਕਰ ਜਾਂਦੀ ਹੈ। ਇਸ ਬੈਂਡਿੰਗ ਨੂੰ ਆਪਾਂ ਕੀ ਕਹਿੰਦੇ ਆ? ਰਿਫਰੈਕਸ਼ਨ। ਤਾਂ ਤੁਹਾਨੂੰ ਜਿਹੜੀ ਪੈਨਸਿਲ ਉੱਪਰ ਉਹ ਇਦਾਂ ਆਂਦੀ ਨਜ਼ਰ ਆ ਰਹੀ ਸੀ, ਕਿਉਂਕਿ ਮੀਡੀਅਮ ਚੇਂਜ ਹੋ ਗਿਆ ਤਾਂ ਤੁਹਾਨੂੰ ਇਹ ਕੀ ਲੱਗੇਗਾ ਕਿ ਇਹਦੇ ਵਿੱਚ ਕੀ ਪੈ ਗਿਆ? ਇੱਕ ਬੈਂਡ ਪੈ ਗਿਆ। ਕਿਉਂ ਪੈ ਰਿਹਾ ਹੈ? ਕਿਉਂਕਿ ਲਾਈਟ ਜਿਹੜੀ ਹੈਗੀ ਹੈ ਉਹ ਦੋ ਮੀਡੀਅਮ ਚ ਕ੍ਰਾਸ ਕਰ ਰਹੀ ਹੈ, ਲਾਈਟਰ ਤੋਂ ਡੈਂਸਰ ਵਿੱਚ ਜਾ ਰਹੀ ਹੈ, ਜਿਸ ਕਰਕੇ ਸਪੀਡ ਚੇਂਜ ਹੋ ਜਾਂਦੀ ਹੈ। ਸਪੀਡ ਚੇਂਜ ਹੋਣ ਕਰਕੇ ਲਾਈਟ ਦੀ ਬੈਂਡਿੰਗ ਹੁੰਦੀ ਹੈ। ਇਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਰਿਫਰੈਕਸ਼ਨ। ਰਿਫਰੈਕਸ਼ਨ ਕਲੀਅਰ ਹੋ ਗਿਆ। ਦੂਸਰਾ ਇੱਕ ਇੰਪੋਰਟੈਂਟ ਕਨਸੈਪਟ ਹੈ ਡਿਸਪਰਜਨ। ਆਪਾਂ ਹੁਣ ਗੱਲ ਕੀਤੀ ਸੀ ਕਿ ਜਿਹੜੀ ਸਾਡੀ ਵਾਈਟ ਲਾਈਟ ਹੈ ਇਹ 7 ਕਲਰਸ ਨੂੰ ਮਿਲਾ ਕੇ ਬਣਦੀ ਹੈ। ਜਦੋਂ ਵਾਈਟ ਲਾਈਟ 7 ਕਲਰਸ ਦੇ ਵਿੱਚ ਸਪਲਿਟ ਕਰ ਜੇ, ਕਲਰਸ ਦੇ ਵਿੱਚ ਸਪਲਿਟ ਕਰ ਜੇ, ਇਸ ਪ੍ਰੋਸੈਸ ਨੂੰ ਕਹਿੰਦੇ ਆ ਡਿਸਪਰਜਨ। ਇਹਨੂੰ ਕਹਿੰਦੇ ਆ ਡਿਸਪਰਜਨ। ਇਹ ਕਦੋਂ ਹੁੰਦਾ ਹੈ? ਇਹਦਾ ਇੱਕ ਬਹੁਤ ਫੇਮਸ ਪ੍ਰਿਜ਼ਮ ਐਕਸਪੈਰੀਮੈਂਟ ਹੈ ਜੋ ਕਿ ਕਹਿੰਦਾ ਹੈ ਕਿ ਹਰ ਇੱਕ ਕਲਰ ਦੀ ਨਾ ਆਪਣੀ ਵੇਵਲੈਂਥ ਹੁੰਦੀ ਹੈ। ਜਿਵੇਂ ਤੁਹਾਨੂੰ ਮੈਂ ਪੁੱਛਾਂ ਕਿ ਡੇਂਜਰ ਸਾਈਨਸ ਨੂੰ ਰੈੱਡ ਕਲਰ ਦੇ ਨਾਲ ਕਿਉਂ ਮਾਰਕ ਕਰਦੇ ਨੇ, ਤਾਂ ਆਪਾਂ ਕਹਿੰਦੇ ਕਿ ਜਿਹੜਾ ਰੈੱਡ ਕਲਰ ਹੈ ਨਾ ਇਹਦੀ ਵੇਵਲੈਂਥ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਕਰਕੇ ਇਹ ਦੂਰ ਤੋਂ ਆਪਾਂ ਨੂੰ ਰੈੱਡ ਕਲਰ ਦਿਖ ਜਾਂਦਾ ਹੈ ਤੇ ਆਪਾਂ ਥੋੜੇ ਅਲਰਟ ਹੋ ਜਾਂਦੇ ਹਾਂ ਕਿ ਅੱਗੇ ਬਹੁਤ ਕੁਝ ਰੈੱਡ ਜਾਂ ਤਾਂ ਰੈੱਡ ਲਾਈਟ ਹੋਵੇ, ਕੁਝ ਵੀ ਹੋਵੇ, ਕਿ ਕੁਝ ਡੇਂਜਰ ਹੈ। ਤਾਂ ਹਰ ਕਲਰ ਦੀ ਆਪਣੀ ਕੀ ਹੁੰਦੀ ਹੈ? ਵੇਵਲੈਂਥ ਹੁੰਦੀ ਹੈ। ਜੋ ਵਾਇਲਟ ਕਲਰ ਹੈ ਉਹਦੀ ਸਭ ਤੋਂ ਘੱਟ ਵੇਵਲੈਂਥ ਹੁੰਦੀ ਹੈ। ਜਿਹੜਾ ਰੈੱਡ ਕਲਰ ਹੈ ਉਹਦੀ ਵੇਵਲੈਂਥ ਸਭ ਤੋਂ ਜ਼ਿਆਦਾ ਹੁੰਦੀ ਹੈ। ਤਾਂ ਜਦੋਂ ਵੀ ਲਾਈਟ ਲੈਟਸ ਸੇ ਤੁਹਾਡੀ ਪ੍ਰਿਜ਼ਮ ਦੇ ਵਿੱਚ ਐਂਟਰ ਕਰਦੀ ਹੈ, ਇਸ ਡੈਂਸਰ ਮਟੀਰੀਅਲ ਵਿੱਚ ਐਂਟਰ ਕਰਦੀ ਹੈ, ਇਹ ਵਾਈਟ ਲਾਈਟ ਕੀ ਕਰ ਜਾਂਦੀ ਹੈ? ਸਪਲਿਟ ਕਰ ਜਾਂਦੀ ਹੈ। ਤੇ ਸਪਲਿਟ ਜਿਹੜਾ ਕਲਰ ਸਪਲਿਟ ਕਰਦੇ ਆ ਇਹ ਆਪਣੀ ਵੇਵਲੈਂਥ ਦੇ ਅਕੋਰਡਿੰਗ ਕਰਦੇ ਆ। ਇਸ ਕਰਕੇ ਹਰ ਇੱਕ ਕਲਰ ਅਲੱਗ-ਅਲੱਗ ਤਰੀਕੇ ਨਾਲ ਬੈਂਡ ਕਰਦਾ ਹੈ। ਵਾਇਲਟ ਕਲਰ ਦੀ ਸਭ ਤੋਂ ਘੱਟ ਵੇਵਲੈਂਥ ਹੁੰਦੀ ਹੈ, ਇਸ ਕਰਕੇ ਇਹ ਮੈਕਸਿਮਮ ਬੈਂਡ ਕਰ ਜਾਂਦਾ ਹੈ। ਤੇ ਰੈੱਡ ਕਲਰ ਦੀ ਲੌਂਗੇਸਟ ਵੇਵਲੈਂਥ ਹੁੰਦੀ ਹੈ, ਇਸ ਕਰਕੇ ਇਹ ਮਿਨੀਮਮ ਬੈਂਡ ਕਰਦਾ ਹੈ। ਆ ਜਿਹੜੇ ਕਲਰ ਸੈਪਰੇਟ ਹੋ ਗਏ ਇਹਨੂੰ ਕਿਹਾ ਜਾਂਦਾ ਹੈ ਡਿਸਪਰਜਨ। ਇਹਨੂੰ ਕਿਹਾ ਜਾਂਦਾ ਹੈ ਡਿਸਪਰਜਨ। ਹੁਣ ਰੇਨਬੋ ਧਿਆਨ ਚ ਲੈ ਕੇ ਆਓ, ਰੇਨਬੋ ਚ ਵੀ ਤੁਹਾਨੂੰ ਇਦਾਂ ਹੀ ਕਲਰਸ ਨਜ਼ਰ ਆਉਂਦੇ ਨੇ। ਤਾਂ ਡਿਸਪਰਜਨ ਇੱਕ ਇੰਪੋਰਟੈਂਟ ਮੈਕੈਨਿਜ਼ਮ ਹੈ। ਦੈਨ ਅਗਲਾ ਆ ਜਾਂਦਾ ਹੈ ਟੋਟਲ ਇੰਟਰਨਲ ਰਿਫਲੈਕਸ਼ਨ। ਆ ਦੇਖੋ, ਹੁਣ ਸਾਡੇ ਕੋਲ ਆਪਾਂ ਸੈਕੰਡ ਪੇਪਰ ਡਿਸਕਸ ਕਰਦੇ ਪਏ ਹਾਂ ਸਾਇੰਸ ਦਾ, ਤੇ ਦੂਸਰੇ ਹੀ ਪੇਪਰ ਦੇ ਵਿੱਚ ਟੋਟਲ ਇੰਟਰਨਲ ਰਿਫਲੈਕਸ਼ਨ ਨਾਲ ਜੁੜਿਆ ਹੋਇਆ ਟੌਪਿਕ ਜਿਹੜਾ ਹੈ ਉਹ ਰਿਪੀਟ ਹੋ ਗਿਆ। ਇਟ ਇਜ਼ ਅ ਵੈਰੀ ਇੰਪੋਰਟੈਂਟ ਟੌਪਿਕ ਆਫ ਆਪਟਿਕਸ। ਆਪਾਂ ਕੱਲ ਵੀ ਇਹਦੀ ਗੱਲ ਕੀਤੀ ਸੀ, ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ, ਅੱਜ ਫਿਰ ਡਿਸਕਸ ਕਰਦੇ ਹਾਂ ਕਿ ਟੋਟਲ ਇੰਟਰਨਲ ਰਿਫਲੈਕਸ਼ਨ ਕੀ ਹੁੰਦਾ ਹੈ। ਜਦੋਂ ਸਾਡੀ ਲਾਈਟ ਕਿਸੇ ਡੈਂਸਰ ਮੀਡੀਅਮ ਤੋਂ किसी रेयरर मीडियम च आवे, मतलब डेंस मटीरियल तो डेंस मीडियम तो लाइटर मीडियम च आ जाए, रेयरर मीडियम ते आ जाए, ते जदों लाइट आके बाउंड्री ते स्ट्राइक करती है ते जो एंगल बनता है
दैट इज ग्रेटर देन द क्रिटिकल एंगल। क्रिटिकल एंगल तो जदों ਤੁਹਾਡਾ ਐਂਗਲ ਜਿਹੜਾ ਹੈਗਾ ਗ੍ਰੇਟਰ ਹੈ ਤਾਂ ਉਸ ਕੇਸ 'ਚ ਕੀ ਹੁੰਦਾ ਹੈ, ਲਾਈਟ ਪੂਰੀ ਦੀ ਪੂਰੀ ਰਿਫਲੈਕਟ ਹੋ ਜਾਂਦੀ ਹੈ। ਜਿੰਨੀ ਲਾਈਟ ਆਈ ਪੂਰੀ ਦੀ ਪੂਰੀ ਰਿਫਲੈਕਟ ਹੋ ਜਾਂਦੀ ਹੈ। ਇਹਨੂੰ ਕਿਹਾ ਜਾਂਦਾ ਹੈ ਟੋਟਲ ਇੰਟਰਨਲ ਰਿਫਲੈਕਸ਼ਨ। ਦੋ ਕੰਡੀਸ਼ਨਸ ਨੇ ਜੋ ਕਿ ਰਿਕੁਆਇਰਡ ਨੇ ਟੋਟਲ ਇੰਟਰਨਲ ਰਿਫਲੈਕਸ਼ਨ ਵਾਸਤੇ। ਪਹਿਲੀ, ਇੱਕ ਮੀਡੀਅਮ ਦਾ ਚੇਂਜ ਹੋਣਾ ਚਾਹੀਦਾ ਐਂਡ ਦੈਟ ਟੂ ਲਾਈਟ ਹਮੇਸ਼ਾ ਡੈਂਸਰ ਟੂ ਰੇਅਰਰ ਮੀਡੀਅਮ ਚ ਜਾਣੀ ਚਾਹੀਦੀ ਹੈ। ਡੈਂਸ ਮਟੀਰੀਅਲ ਤੋਂ ਲਾਈਟਰ ਮਟੀਰੀਅਲ, ਡੈਂਸ ਮਟੀਰੀਅਲ ਤੋਂ ਰੇਅਰਰ ਮਟੀਰੀਅਲ ਵੱਲ ਲਾਈਟ ਦੀ ਮੂਵਮੈਂਟ ਹੋਣੀ ਚਾਹੀਦੀ ਹੈ। ਜਿੱਦਾਂ ਕਿ ਵਾਟਰ ਵੱਧ ਡੈਂਸ ਹੈ 에ਅਰ ਨਾਲੋਂ, ਗਲਾਸ ਐਂਡ 에ਅਰ, ਗਲਾਸ ਵੱਧ ਡੈਂਸ ਹੈ 에ਅਰ ਨਾਲੋਂ। ਤਾਂ ਪਹਿਲੀ ਕੰਡੀਸ਼ਨ ਕੀ ਹੈ ਕਿ ਲਾਈਟ ਮਸਟ ਟਰੈਵਲ ਫਰੋਮ ਡੈਂਸਰ ਟੂ ਰੇਅਰਰ ਮਟੀਰੀਅਲ। दूसरा, जिस एंगल ते आके जिहड़ी तुहाडी लाइट हैगी आ स्ट्राइक करदी है, इंसीडेंट रे आपां जिहनूं कहंदे आ, जेकर ओह एंगल ऑफ इंसीडेंस क्रिटिकल एंगल तो वड्डा है तो उस केस विच 100% रिफ्लेक्शन हो जाती है। जिन्नी देखो जिन्नी तुहाडी लाइट आई, हुण देखो की हो रहा इत्थे तुहाडा ਇਹ ਤੁਹਾਡੀ ਜਿੰਨਾ ਤੁਹਾਡੀ ਇੱਥੇ ਲਾਈਟ ਆਈ, ਇਫ ਦਿਸ ਐਂਗਲ ਇਜ਼ ਗ੍ਰੇਟਰ ਦੈਨ ਦ ਕ੍ਰਿਟੀਕਲ ਐਂਗਲ, ਤਾਂ ਜਿੰਨੀ ਲਾਈਟ ਆਈ ਉਨੀ ਹੀ ਲਾਈਟ ਕੀ ਕਰ ਜਾਂਦੀ ਹੈ, ਰਿਫਲੈਕਟ ਕਰ ਜਾਂਦੀ ਹੈ। ਇਹਨੂੰ ਕਿਹਾ ਜਾਂਦਾ ਹੈ ਟੋਟਲ ਇੰਟਰਨਲ ਰਿਫਲੈਕਸ਼ਨ। ਨਾਓ ਇਹ ਮੈਂ ਚਾਹੁੰਦੀ ਸੀ ਕੁਝ ਚੀਜ਼ਾਂ ਤੁਹਾਡੀਆਂ ਰਿਵਾਈਜ਼ ਕਰਾਣਾ। ਹੁਣ ਜੇਕਰ ਆਪਾਂ ਗੱਲ ਕਰੀਏ ਕਿ ਰੇਨਬੋ ਕਿੱਦਾਂ ਬਣਦਾ ਹੈ, ਰੇਨਬੋ ਬਣਨ ਦਾ ਸਭ ਤੋਂ ਇੰਪੋਰਟੈਂਟ ਫਿਨੋਮੀਨਾ ਪਤਾ ਕੀ ਹੈ ਕਿ ਜਦੋਂ ਤੁਹਾਡੀ ਲਾਈਟ ਆਂਦੀ ਹੈ और लाइट पास करती है एक वाटर ड्रॉपलेट तो, जेडे हुण रेनबो कदों मिलता है, मीह पैण तो बाद। ते जदों साडे एटमॉस्फेयर दे विच वाटर ड्रॉपलेट्स होण तां ओह वाटर ड्रॉपलेट्स एक प्रिज्म दी तरह एक्ट करदियां ने, जो कि प्रिज्म आपां पिछे पढ़ के आए सीगे। तां जिद्दां ही सनलाइट इस प्रिज्म दे विच एंटर करेगी, वाटर ड्रॉपलेट दे विच एंटर करेगी, पहली गल तां मीडियम चेंज हो गया, ठीक है। एयर की हैगी है, लाइटर है, रेयरर है, ते थोड़ी जिहड़ी वाटर ड्रॉपलेट है, पानी दी जिहड़ी ड्रॉपलेट है, वो की होएगी, डेंसर होएगी। तां सब तो पहला तो सानू की देखण लई मिल जाएगा, रिफ्रैक्शन। जिहड़ी लाइट हैगी वो की करेगी, बेंड करेगी। तो तुसीं देखो ये थोड़ी सनलाइट आ रही है ते जिद्दां ही यह वाटर ड्रॉपलेट दे विच एंटर करूगी तां सब तो पहला यह की करूगी, बेंड करूगी। और इस फिनोमेना आपां नूं की कहंदे आ, रिफ्रैक्शन। की कहंदे आ, रिफ्रैक्शन। ते दूसरा, क्योंकि जिहड़ी वाटर ड्रॉपलेट है ये इन्नी डेंस है कि यह एक प्रिज्म के तरीके नाल एक्ट करूगी ते जिहड़ी वाइट लाइट सी ओनू यह 7 कलर्स दे विच की कर दिंदी है, स्प्लिट कर दिंदी है, जिन्हों आपां कहंदे आ विबग्योर। विबग्योर मतलब तुहाडे सारे कलर्स जो आपां पिछे पढ़ के आए सीगे। विबग्योर दे विच तुहानू यह वायलेट, इंडिगो, ब्लू, ग्रीन, येलो, ऑरेंज, रेड, इन्हां सारियां नूं आपां शॉर्ट च की कह दिंदे आ, विबग्योर। विबग्योर ਇਹ याद रखोगे। ਇਹਦੇ ਵਿੱਚ ਸਭ ਤੋਂ ਸ਼ਾਰਟੈਸਟ ਵੇਵਲੈਂਥ, ਸਭ ਤੋਂ ਘੱਟ ਵੇਵਲੈਂਥ ਕਿਹਦੀ ਹੈਗੀ ਹੈ, ਵਾਇਲਟ ਕਲਰ ਦੀ, ਤੇ ਸਭ ਤੋਂ ਜ਼ਿਆਦਾ ਵੇਵਲੈਂਥ ਕਿਹਦੀ ਹੈ, ਰੈੱਡ ਕਲਰ ਦੀ। ਜਿੱਦਾਂ ਜਿੱਦਾਂ ਤੁਸੀਂ ਵਾਇਲਟ ਤੋਂ ਰੈੱਡ ਕਲਰ ਵੱਲ ਨੂੰ ਜਾਓਗੇ ਵੇਵਲੈਂਥ ਵੱਧਦੀ ਜਾਊਗੀ। ਮੈਕਸਿਮਮ ਵੇਵਲੈਂਥ ਕਿਹਦੀ ਹੁੰਦੀ ਹੈ, ਰੈੱਡ ਕਲਰ ਦੀ। ਸੋ ਜਿੱਦਾਂ ਹੀ ਤੁਹਾਡੀ ਵਾਟਰ ਡ੍ਰੌਪਲੇਟ पहला एंटर करेगी तो एंटर करते ही, क्योंकि मटीरियल डेंस है, ये पहला की करेगी, बेंड करेगी, जिन्हों आपां कहंदे आ रिफ्रैक्शन। ते बेंड करन तो बाद यह वाइट लाइट अपने 7 कलरां दे विच स्प्लिट कर जाएगी ते सानू इस फिनोमेना नूं आपां कहंदे आ डिस्पर्जन। ये फिनोमेना की है, दिस इज कॉल्ड एज डिस्पर्जन। हुण ड्रॉपलेट दे अंदर जिद्दां ही यह लाइट आके वाटर ड्रॉपलेट दी दूसरी सरफेस नूं टच करेगी, ਇੱਥੇ ਸਾਡੀ ਉਹ ਕੰਡੀਸ਼ਨ ਪੂਰੀ ਹੋ ਜਾਂਦੀ ਹੈ ਕਿ ਇੱਥੇ ਜੋ ਇਨਸੀਡੈਂਟ ਹੈ ਉਹ ਕ੍ਰਿਟੀਕਲ ਐਂਗਲ ਤੋਂ ਵੱਡਾ ਹੋ ਜਾਂਦਾ ਹੈ, ਜਿਸ ਕਰਕੇ ਸਾਨੂੰ ਇੱਥੇ ਕੰਪਲੀਟ ਰਿਫਲੈਕਸ਼ਨ ਦੇਖਣ ਲਈ ਮਿਲ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਆ ਟੋਟਲ ਇੰਟਰਨਲ ਰਿਫਲੈਕਸ਼ਨ। ਟੋਟਲ ਇੰਟਰਨਲ ਰਿਫਲੈਕਸ਼ਨ ਦੇ ਵਿੱਚ ਆਪਾਂ ਕੀ ਕਿਹਾ, ਜਦੋਂ ਸਾਡਾ ਐਂਗਲ ਆਫ ਇਨਸੀਡੈਂਸ क्रिटिकल एंगल तो वड्डा होवे उस केस विच 100% लाइट जिहड़ी हैगी और रिफ्लेक्ट कर जाती है। तो आ डिस्पर्जन होने तो बाद इत्थे की होएगा, 100% रिफ्लेक्शन, जिन्हों आपां कहंदे आ टोटल इंटरनल रिफ्लेक्शन। ते हुण जदों लाइट दोबारा बाहर आएगी तो दोबारा मीडियम चेंज हो गया,
ਹੁਣ ਅੰਦਰ ਡੈਂਸਰ ਮਟੀਰੀਅਲ ਹੈ, ਬਾਹਰ ਰੇਅਰ ਮਟੀਰੀਅਲ ਹੈ, ਫਿਰ ਜਦੋਂ ਲਾਈਟ ਆਪਣਾ ਮੀਡੀਅਮ ਚੇਂਜ ਕਰੇਗੀ ਇੱਕੋਦਮ ਜਿਹੜੀ ਹੈਗੀ ਉਹ ਸਪੀਡ ਵਧੇਗੀ, ਲਾਈਟ ਤੁਹਾਡੀ ਦੁਬਾਰਾ ਬੈਂਡ ਕਰੇਗੀ ਤੇ ਦੁਬਾਰਾ ਕੀ ਹੋ ਜਾਏਗਾ, ਡਿਸਪਰਸ਼ਨ ਹੋ ਜਾਏਗਾ, ਹਰ ਇੱਕ ਕਲਰ ਡਿਸਪਰਸ ਕਰ ਜਾਂਦਾ ਹੈ ਔਰ ਇਸ ਟਾਈਮ ਤੇ ਤੁਹਾਨੂੰ ਕੀ ਦੇਖਣ ਲਈ ਮਿਲ ਜਾਏਗਾ, ਰੇਨਬੋ। ਤਾਂ ਜੋ ਆਪਾਂ ਰੇਨਬੋ ਦੇਖਦੇ ਹਾਂ ਉਹ ਸਤਰੰਗੀ ਪਿੰਕ, ਉਹਦਾ ਜਿਹੜਾ ਫਿਨੋਮੀਨਾ ਹੈ ਉਹ ਬਹੁਤ ਸਾਰੇ ਸਾਇੰਟਿਫਿਕ ਉਹਦੇ ਪਿੱਛੇ ਰੀਜ਼ਨਸ ਨੇ। ਸਨਲਾਈਟ ਪਹਿਲਾਂ ਜਦੋਂ ਵਾਟਰ ਡ੍ਰੌਪਲੇਟ 'ਚ ਜਾਊਗੀ ਸਭ ਤੋਂ ਪਹਿਲਾਂ ਬੈਂਡ ਕਰੂਗੀ, ਜਿਹਨੂੰ ਆਪਾਂ ਕੀ ਕਹਿੰਦੇ ਆ, ਰਿਫਰੈਕਸ਼ਨ। ਬੈਂਡ ਕਰਨ ਦੇ ਨਾਲ ਵਾਈਟ ਲਾਈਟ ਜਿਹੜੀ ਹੈਗੀ ਉਹ ਮੀਡੀਅਮ ਚੇਂਜ ਹੋ ਗਿਆ, ਉਹ ਸਪਲਿਟ ਕਰ ਜੂਗੀ ਇਨਟੂ 7 ਕਲਰਸ, ਜਿਹਨੂੰ ਆਪਾਂ ਕੀ ਕਹਿੰਦੇ ਆ, ਡਿਸਪਰਜਨ। ਸਪਲਿਟ ਕਰਨ ਤੋਂ ਬਾਅਦ ਜਦੋਂ ਇਹ ਵਾਟਰ ਡ੍ਰੌਪਲੇਟ ਦੀ ਸਰਫੇਸ ਤੇ ਜਾ ਕੇ ਟੱਚ ਕਰੂਗੀ ਤਾਂ ਇਹਦਾ ਐਂਗਲ ਆਫ ਇਨਸੀਡੈਂਸ ਕ੍ਰਿਟੀਕਲ ਐਂਗਲ ਤੋਂ ਵੱਡਾ ਹੋਏਗਾ, ਜਿਸ ਕਰਕੇ ਇਹ ਪੂਰੀ ਦੀ ਪੂਰੀ ਲਿਸ਼ਕੋਰ ਵਾਂਗੂ ਰਿਫਲੈਕਟ ਕਰ ਜੇਗੀ ਐਂਡ ਜਦੋਂ ਇਹ ਬਾਹਰ ਆਏਗੀ ਤਾਂ ਦੁਬਾਰਾ ਕੀ ਹੋਏਗਾ, ਰਿਫਰੈਕਸ਼ਨ, ਤੇ ਸਾਨੂੰ ਇਹ 7 ਕਲਰਸ ਜਿਹੜੇ ਹੈਗੇ ਨੇ ਉਹ ਦੇਖਣ ਨੂੰ ਮਿਲਣਗੇ, ਜਿਹਨੂੰ ਆਪਾਂ ਕਹਿੰਦੇ ਆ ਰੇਨਬੋ। ਇਹ ਹੁੰਦਾ ਫਿਨੋਮੀਨਾ। ਤਾਂ ਹੁਣ ਜੇਕਰ ਆਪਾਂ ਕੁਐਸਚਨ ਦੁਬਾਰਾ ਦੇਖੀਏ, ਕੁਐਸਚਨ ਕਹਿ ਰਿਹਾ ਸੀਗਾ ਅ ਰੇਨਬੋ ਇਜ਼ ਫਾਰਮਡ ਬਾय ਡੈਸ਼ ਆਫ ਦ ਲਾਈਟ ਬਾय ਵਾਟਰ ਡ੍ਰੌਪਲੇਟਸ। ਪਹਿਲਾ ਆਪਸ਼ਨ ਡਿਸਪਰਜਨ ਲੱਗ ਤਾਂ ਸਹੀ ਰਿਹਾ ਹੈ, ਕਿਉਂਕਿ ਕਿਉਂ ਹੁੰਦਾ, ਇਹਦੇ ਵਿੱਚ 7 ਕਲਰਸ ਦੇ ਵਿੱਚ ਵਾਈਟ ਲਾਈਟ ਹੈਗੀ ਜਿਹੜੀ ਸਪਲਿਟ ਕਰ ਜਾਂਦੀ ਹੈ। ਸਕੈਟਰਿੰਗ ਆਪਾਂ ਅੱਜ ਵੀ ਪੜ ਲਾਂਗੇ, ਬਟ ਸਕੈਟਰਿੰਗ ਦੇ ਵਿੱਚ ਕੀ ਹੈ, ਜਦੋਂ ਲਾਈਟ ਕਿਸੇ ਆ ਕੇ ਵਿੱਚ ਕਿਸੇ ਪਾਰਟੀਕਲ ਦੇ ਨਾਲ ਆਬਸਟਰਕਟ ਕਰਦੀ ਹੈ ਤਾਂ ਉਦੋਂ ਜਦੋਂ ਲਾਈਟ ਡਿਸਪਰਸ ਕਰ ਜਾਂਦੀ ਹੈ, ਮਤਲਬ ਡਿਸਟ੍ਰੀਬਿਊਟ ਹੋ ਜਾਂਦੀ ਹੈ, ਉਹਨੂੰ ਆਪਾਂ ਸਕੈਟਰਿੰਗ ਕਹਿੰਦੇ ਆ। ਦੈਨ ਟੋਟਲ ਇੰਟਰਨਲ ਰਿਫਲੈਕਸ਼ਨ, ਯੈਸ ਇਹ ਵੀ ਹੈ, ਬਟ ਇਹ ਥੋੜਾ ਆਪਸ਼ਨ ਨੰਬਰ ਡੀ ਹੈ ਜਿਹਦੇ ਵਿੱਚ ਦੋਨੋਂ ਗੱਲਾਂ ਹੋ ਰਹੀਆਂ ਨੇ, ਵਾਈਟ ਲਾਈਟ ਦੀ ਡਿਸਪਰਜਨ ਤੇ ਡਿਸਪਰਜਨ ਹੋਣ ਤੋਂ ਬਾਅਦ ਟੋਟਲ ਇੰਟਰਨਲ ਰਿਫਲੈਕਸ਼ਨ, ਜਿਹਦੇ ਕਰਕੇ ਸਾਨੂੰ ਕੀ ਦੇਖਣ ਲਈ ਮਿਲਦਾ ਹੈ, ਰੇਨਬੋ। ਇਹ ਤਾਂ ਹਾਲੇ 2 ਆਪਸ਼ਨ ਦਿੱਤੇ ਹਨ, ਤੁਹਾਨੂੰ ਉਹ ਇਹ ਵੀ ਬੋਲ ਸਕਦੇ ਹਨ ਕਿ ਦੱਸੋ ਪਹਿਲਾ ਕਿਹੜਾ ਫਿਨੋਮੀਨਾ ਹੁੰਦਾ ਹੈ, ਤਾਂ ਇਹ ਫਲੋ ਚਾਰਟ ਤੁਸੀਂ ਯਾਦ ਕਰ ਲੈਣਾ ਹੈ। ਸਭ ਤੋਂ ਪਹਿਲਾਂ ਹੁੰਦੀ ਹੈ ਰਿਫਰੈਕਸ਼ਨ, ਫਿਰ ਹੁੰਦੀ ਹੈ ਡਿਸਪਰਜਨ, ਫਿਰ ਟੋਟਲ ਇੰਟਰਨਲ ਰਿਫਲੈਕਸ਼ਨ ਤੇ ਫਿਰ ਦੁਬਾਰਾ ਰਿਫਰੈਕਸ਼ਨ, ਤਾਂ ਸਾਨੂੰ ਮਿਲਦਾ ਹੈ ਰੇਨਬੋ। ਵੈਰੀ ਇੰਪੋਰਟੈਂਟ ਕਨਸੈਪਟ, ਬਹੁਤ ਹੀ ਜ਼ਿਆਦਾ ਲਾਈਟ ਤੇ ਕੁਐਸਚਨ ਬਹੁਤ ਆ ਰਿਹਾ। ਪਿਛਲੀ ਕਲਾਸ 'ਚ ਆਪਾਂ ਆਪਟੀਕਲ ਫਾਈਬਰ ਬਾਰੇ ਪੜਿਆ ਸੀਗਾ, ਆਪਟਿਕਸ 'ਚੋਂ ਟੋਟਲ ਇੰਟਰਨਲ ਰਿਫਲੈਕਸ਼ਨ ਤੇ ਕੁਐਸਚਨ ਪਹਿਲਾਂ ਵੀ ਪੁੱਛਿਆ ਗਿਆ ਤੇ ਹੁਣ ਰੇਨਬੋ ਦੀ ਫਾਰਮ 'ਚ ਪੁੱਛਿਆ ਗਿਆ। ਅਗੇਨ ਵੈਰੀ ਇੰਪੋਰਟੈਂਟ ਟੌਪਿਕ ਫॉर योर एग्जाम। ਠੀਕ ਹੋ ਗਿਆ। ਚਲੋ ਹੁਣ ਅਗਲਾ ਕੁਐਸਚਨ ਪੜ੍ਹਦੇ ਹਾਂ ਤੇ ਸਮਝਦੇ ਹਾਂ ਆਪਾਂ ਨੂੰ ਕੀ ਪੁੱਛਿਆ। ਕਿਹਾ ਗਿਆ ਕਿ when a person enters a dark room from a bright light, ਕੋਈ ਪਰਸਨ ਹੈ ਉਹ ਬਹੁਤ ਚਾਨਣ ਵਾਲੇ ਏਰੀਆ 'ਚੋਂ, ਬਹੁਤ ਬ੍ਰਾਈਟ ਲਾਈਟ ਵਾਲੇ ਏਰੀਆ 'ਚੋਂ ਮੂਵ ਕਰਕੇ ਇੱਕ ਅੰਧੇਰੇ ਕਮਰੇ ਵਿੱਚ ਆ ਗਿਆ, ਡਾਰਕ ਰੂਮ ਵਿੱਚ ਆ ਗਿਆ। ਤੇ ਜਿੱਦਾਂ ਹੀ ਆਪਾਂ ਕਿਸੇ ਚਾਨਣ ਵਾਲੇ ਕਮਰੇ 'ਚੋਂ ਨਿਕਲ ਕੇ ਹਨੇਰੇ ਕਮਰੇ ਵਿੱਚ ਜਾਂਦੇ ਆ ਤਾਂ ਸਾਨੂੰ ਇੱਕੋ ਦਮ ਨਹੀਂ ਦਿਖਦਾ। ਕਿਉਂ ਨਹੀਂ ਦਿਖਦਾ? ਇਹ ਕੁਐਸਚਨ ਪੁੱਛਿਆ ਹੈ। ਦੁਬਾਰਾ ਪੜ੍ਹਦੇ ਹਾਂ ਕੁਐਸਚਨ। when a person enters a dark room from a bright light, he is not able to see clearly for a little while because ਧੁੱਪ 'ਚੋਂ ਆਪਾਂ ਜਦੋਂ ਆਉਂਦੇ ਆ, ਧੁੱਪ 'ਚੋਂ ਆ ਕੇ ਸਪੋਜ਼ ਤੁਸੀਂ ਇੱਕ ਥੀਏਟਰ ਵਿੱਚ ਐਂਟਰ ਕਰ ਗਏ, ਫਿਰ ਧੁੱਪ 'ਚੋਂ ਆ ਕੇ ਤੁਸੀਂ ਇੱਕ ਹਨੇਰੇ ਵਾਲੇ ਕਮਰੇ ਵਿੱਚ ਵੜ ਗਏ ਤਾਂ ਕੁਝ ਸੈਕਿੰਡਸ ਲਈ ਆਪਾਂ ਨੂੰ ਕਲੀਅਰਲੀ ਨਹੀਂ ਦਿਖਦਾ। ਉਹਦਾ ਰੀਜ਼ਨ ਕੀ ਹੈ, ਇਹ ਤੁਹਾਨੂੰ ਪੁੱਛਿਆ ਗਿਆ ਹੈ। ਇਹ ਕੁਐਸਚਨ ਹਿਊਮਨ ਆਈ ਤੇ ਵਿਜ਼ਨ ਦੇ ਟੌਪਿਕ ਤੋਂ ਬਣਦਾ ਹੈ। ਬਹੁਤ ਬੇਸਿਕ ਕੁਐਸਚਨ ਹੈ, ਜਿਹਦੇ ਵਿੱਚ ਕਿ ਸਾਨੂੰ ਪਤਾ ਲੱਗਦਾ ਹੈ ਕਿ ਆਪਣੀ ਜਿਹੜੀ ਆਈ ਹੈ ਉਹ ਲਾਈਟ ਦੇ ਨਾਲ ਕਿੱਦਾਂ ਐਡਜਸਟ ਕਰਦੀ ਹੈ। ਠੀਕ ਹੈ, ਹੁਣ ਇਹਦਾ ਕੁਝ ਬੇਸਿਕ ਸਮਝ ਲੈਂਦੇ ਹਾਂ। ਜਿੱਦਾਂ ਸਪੋਜ਼ ਦਿਸ ਇਜ਼ ਆਵਰ ਹਿਊਮਨ ਆਈ ਦੇ ਵਿੱਚ ਜਿਹੜਾ ਆਹ ਟ੍ਰਾਂਸਪੇਰੈਂਟ ਏਰੀਆ ਹੁੰਦਾ ਹੈ ਨਾ, ਇਹਨੂੰ ਕਿਹਾ ਜਾਂਦਾ ਹੈ ਕੋਰਨੀਆ। ਇਹਦਾ ਫੰਕਸ਼ਨ ਕੀ ਹੈ? ਕੋਰਨੀਆ ਕਿੰਨੀ ਲਾਈਟ ਜਾਏਗੀ, ਲਾਈਟ ਨੂੰ ਇਹ ਅਲਾਉ ਕਰਦੀ ਹੈ ਟੂ ਐਂਟਰ, ਐਂਡ ਆਪਣੇ ਜਿਹੜੀ ਲਾਈਟ ਹੈਗੀ ਉਹ ਕਿੱਥੋਂ ਐਂਟਰ ਕਰਦੀ ਹੈ? ਫਰੋਮ ਕੋਰਨੀਆ। ਠੀਕ ਹੈ ਜੀ, ਜੋ ਆ ਕੋਰਨੀਆ ਹੈ, ਚਿੱਟਾ ਚਿੱਟਾ ਪਾਰਟ, ਇੱਥੋਂ ਕੀ ਕਰਦੀ ਹੈ? ਲਾਈਟ ਐਂਟਰ ਕਰਦੀ ਹੈ। ਠੀਕ ਹੈ, ਫਿਰ ਜਿਹੜਾ ਸਾਡਾ ਆਹ ਕਲਰਡ ਪਾਰਟ ਹੁੰਦਾ ਹੈ ਆਈ ਦਾ, ਜਿਹਨੂੰ ਆਪਾਂ ਕਹਿੰਦੇ ਆ ਆਈਰਿਸ, ਇਹ ਜਿਹੜਾ ਆਪਣਾ ਕਲਰਡ ਪਾਰਟ ਹੁੰਦਾ ਹੈ ਇਹਨੂੰ ਕਿਹਾ ਜਾਂਦਾ ਹੈ ਆਈਰਿਸ। ਕਿਸੇ ਦਾ ਬਲੈਕ ਹੁੰਦਾ ਹੈ, ਕਿਸੇ ਦਾ ਬਰਾਊਨ ਹੁੰਦਾ ਹੈ, ਕਿਸੇ ਦਾ ਬਲੂ ਹੁੰਦਾ ਹੈ, ਕਿਸੇ ਦਾ ਗ੍ਰੀਨ ਹੁੰਦਾ ਹੈ। ਉਹ ਕਲਰਡ ਪਾਰਟ ਕਿੱਥੋਂ ਆਉਂਦਾ ਹੈ? ਦੈਟ ਇਜ਼ ਦ ਕਲਰ ਆਫ ਯੋਰ ਆਈਰਿਸ। ਇਹਨੂੰ ਕੀ ਕਹਿੰਦੇ ਆ? ਆਈਰਿਸ। ਇਹ ਕੀ ਕਰਦਾ ਹੈ? ਇਹਨੇ ਇੱਕ ਤਰੀਕੇ ਦੇ ਡਾਇਆਫ੍ਰਾਮ ਵਰਗਾ ਹੁੰਦਾ ਹੈ। ਦਿਸ ਇਜ਼ ਬੇਸਿਕਲੀ ਲਾਈਕ ਅ ਡਾਇਆਫ੍ਰਾਮ। ਜਿੱਦਾਂ ਆਪਾਂ ਜਦੋਂ ਸਾਹ ਲੈਂਦੇ ਆ ਤਾਂ ਉਹਦੇ ਵਿੱਚ ਸਾਡੇ ਕੋਲ ਇੱਕ ਡਾਇਆਫ੍ਰਾਮ ਮਸਲ ਹੁੰਦੀ ਹੈ ਜੋ ਕਿ ਲੰਗਸ
ਕਿੰਨੀ ਹਵਾ ਹੋਲਡ ਕਰ ਸਕਦੀ ਹੈ, ਫਿਰ ਕਿੰਨੀ ਹਵਾ ਰਿਲੀਜ਼ ਕਰਨੀ ਹੈ, ਉਹ ਇੱਕ ਮਸਲ, ਇੱਕ ਡਾਇਆਫ੍ਰਾਮ ਵਾਂਗੂ ਹੁੰਦਾ ਜੋ ਕਿ ਕੰਟਰੋਲ ਕਰਦਾ ਹੈ। ਸਿਮਿਲਰਲੀ ਆਇਰਿਸ ਕੀ ਕਰਦਾ ਹੈ, ਇਹ ਜਿਹੜਾ ਸਾਡਾ ਅੱਖ ਦਾ ਬਿਲਕੁਲ ਇੰਟਰਨਲ ਪਾਰਟ ਹੈ, ਦ ਬਲੈਕੈਸਟ ਪਾਰਟ, ਜਿਹਨੂੰ ਕਿਹਾ ਜਾਂਦਾ ਹੈ ਪਿਊਪਿਲ, ਇਹ ਉਹਦੇ ਸਾਈਜ਼ ਨੂੰ ਕੰਟਰੋਲ ਕਰਦਾ ਹੈ। ਕੌਣ? ਆਇਰਿਸ। ਠੀਕ ਹੈ, ਬੇਸਿਕ ਫੰਕਸ਼ਨ। ਕੋਰਨੀਆ ਚੋਂ ਲਾਈਟ ਐਂਟਰ ਕਰਦੀ ਹੈ, ਆਇਰਿਸ ਕੀ ਕਰਦੀ ਹੈ, ਪਿਊਪਿਲ ਜਿਹੜਾ ਹੈਗਾ ਹੈ ਅਲਟੀਮੇਟਲੀ ਕਿੰਨੀ ਲਾਈਟ ਜਿਹੜੀ ਸਾਡੇ ਅੰਦਰ ਜਾਏਗੀ ਉਸ ਹਿਸਾਬ ਨਾਲ ਪਿਊਪਿਲ ਦਾ ਸਾਈਜ਼ ਚੇਂਜ ਹੁੰਦਾ ਰਹਿੰਦਾ ਹੈ, ਤੇ ਉਹ ਸਾਈਜ਼ ਚੇਂਜ ਕੌਣ ਕਰਵਾਉਂਦਾ ਹੈ? ਆਇਰਿਸ। ਠੀਕ ਹੈ, ਤੇ ਬਿਲਕੁਲ ਅੰਦਰ ਜਾ ਕੇ ਸਾਡੇ ਕੋਲ ਹੁੰਦਾ ਹੈ ਲੈਂਸ, ਜਿਹਦੇ ਨਾਲ ਕਿ ਜੋ ਲਾਈਟ ਹੈਗੀ ਆ ਉਹ ਫੋਕਸ ਕਰਦੀ ਹੈ ਰੈਟੀਨਾ ਤੇ ਰੈਟੀਨਾ ਦੇ ਵਿੱਚ ਸਾਡੇ ਬ੍ਰੇਨ ਸੈਲਸ ਨੂੰ ਇੰਪਲਸਿਸ ਮਿਲਦੇ ਨੇ, ਨਰਵ ਸੈਲਸ ਨੂੰ ਇੰਪਲਸਿਸ ਮਿਲਦੇ ਨੇ, ਤੇ ਸਾਨੂੰ ਸਮਝ ਆਉਂਦਾ ਹੈ ਕਿ ਆਪਾਂ ਕੀ ਦੇਖਿਆ। ਠੀਕ ਹੈ ਜੀ, ਤਾਂ ਸਿੰਪਲ ਆਇਰਿਸ ਕੀ ਹੈ? ਕੰਟਰੋਲਰ, ਤੇ ਕਿਹਨੂੰ ਕੰਟਰੋਲ ਕਰ ਰਹੀ ਹੈ? ਪਿਊਪਿਲ ਨੂੰ ਕੰਟਰੋਲ ਕਰ ਰਹੀ ਹੈ। ਮਤਲਬ ਤੁਸੀਂ ਇਦਾਂ ਮੰਨ ਲਓ ਕਿ ਅੱਖ ਨਹੀਂ ਇੱਕ ਕੈਮਰਾ ਹੈ, ਜਿੱਦਾਂ ਕੈਮਰਾ ਦਾ ਅਪਰਚਰ ਹੁੰਦਾ ਹੈ ਉਹ ਲਾਈਟ ਨੂੰ ਕੰਟਰੋਲ ਕਰਦਾ ਹੈ। ਠੀਕ ਹੈ, ਤੇ ਇਦਾਂ ਹੀ ਜਿਹੜੀ ਆਈ ਹੁੰਦੀ ਹੈ ਉਹ ਆਇਰਿਸ, ਆਈ ਦੇ ਕੇਸ ਵਿੱਚ ਕੀ ਹੁੰਦਾ ਹੈ? ਆਇਰਿਸ ਇਜ਼ ਕੰਟਰੋਲਿੰਗ ਦੀ ਸਾਈਜ਼ ਆਫ ਪਿਊਪਿਲ। ਠੀਕ ਹੋ ਗਿਆ। ਹੁਣ ਸਪੋਜ਼ ਕਰੋ ਤੁਸੀਂ ਇੱਕਦਮ ਬ੍ਰਾਈਟ ਲਾਈਟ ਵਿੱਚ ਗਏ, ਬਹੁਤ ਜ਼ਿਆਦਾ ਲਾਈਟ ਹੈ ਉੱਥੇ, ਤਾਂ ਹੁਣ ਆਈ ਨੂੰ ਕੀ ਕਰਨਾ ਪਏਗਾ? ਜ਼ਿਆਦਾ ਲਾਈਟ ਜੇ ਆਪਣੇ ਅੰਦਰ ਐਂਟਰ ਕਰ ਜੇਗੀ ਤਾਂ ਰੈਟੀਨਾ ਡੈਮੇਜ ਹੋ ਸਕਦਾ ਹੈ, ਜ਼ਿਆਦਾ ਬ੍ਰਾਈਟ ਲਾਈਟ ਨਾਲ ਆਪਣਾ ਰੈਟੀਨਾ ਡੈਮੇਜ ਹੋ ਸਕਦਾ ਹੈ। ਇਸ ਕਰਕੇ ਆਇਰਿਸ ਕੀ ਕਰਦੀ ਹੈ? ਆਇਰਿਸ ਕੰਟਰੈਕਟ ਕਰ ਜਾਂਦੀ ਹੈ। ਆ ਦੇਖੋ, ਆਇਰਿਸ ਕੰਟਰੈਕਟ ਕਰ ਜਾਂਦੀ ਹੈ, ਜਿਹਦੇ ਕਰਕੇ ਫਰਦਰ ਜਿਹੜਾ ਤੁਹਾਡਾ ਪਿਊਪਿਲ ਹੈ ਉਹ ਵੀ ਕੀ ਕਰ ਜਾਂਦਾ ਹੈ? ਛੋਟਾ ਹੋ ਜਾਂਦਾ ਹੈ। ਜਿੱਦਾਂ ਹੀ ਪਿਊਪਿਲ ਛੋਟਾ ਹੋਇਆ ਤਾਂ ਘੱਟ ਲਾਈਟ ਐਂਟਰ ਕਰਦੀ ਹੈ, ਜਿਸ ਕਰਕੇ ਸਾਡਾ ਅੱਖਾਂ ਦਾ ਜਿਹੜਾ ਰੈਟੀਨਾ ਹੈਗਾ ਉਹ ਕੰਟਰੋਲ ਰਹਿੰਦਾ ਹੈ। ਤਾਂ ਜਦੋਂ ਆਪਾਂ ਬ੍ਰਾਈਟ ਲਾਈਟ ਵਿੱਚ ਜਾਂਦੇ ਆ, ਸਾਡਾ ਜਿਹੜਾ ਪਿਊਪਿਲ ਹੈ ਉਹ ਕੀ ਕਰ ਜਾਂਦਾ ਹੈ? ਕੰਟਰੈਕਟ ਕਰ ਜਾਂਦਾ ਹੈ। ਠੀਕ ਹੈ, ਲੇਕਿਨ ਜਦੋਂ ਆਪਾਂ ਡਾਰਕਨੈਸ ਵਿੱਚ ਆਉਂਦੇ ਹਾਂ, ਹੁਣ ਉੱਥੇ ਕੀ ਹੈ? ਹਨੇਰੇ ਕਮਰੇ ਵਿੱਚ ਤਾਂ ਲਾਈਟ ਹੈ ਹੀ ਨਹੀਂ। ਸੋ ਇਹਦੇ ਵਿੱਚ ਆਈਜ਼ ਕੀ ਕਰਦੀਆਂ ਨੇ? ਆਈਜ਼ ਕੋਸ਼ਿਸ਼ ਕਰਦੀਆਂ ਨੇ ਕਿ ਵੱਧ ਤੋਂ ਵੱਧ ਲਾਈਟ ਅੰਦਰ ਜਾ ਸਕੇ ਤਾਂ ਕਿ ਸਾਡੇ ਕੋਲ ਇੱਕ ਵਧੀਆ ਇਮੇਜ ਬਣ ਸਕੇ। ਤਾਂ ਉਸ ਕੇਸ ਵਿੱਚ ਜਿਹੜਾ ਆਇਰਿਸ ਹੈ ਉਹ ਰਿਲੈਕਸ ਕਰ ਜਾਂਦਾ ਹੈ, ਤੇ ਰਿਲੈਕਸ ਕਰਨ ਦੇ ਨਾਲ ਜਿਹੜਾ ਪਿਊਪਿਲ ਹੈ ਉਹ ਵੱਡਾ ਹੋ ਜਾਂਦਾ ਹੈ, ਡਾਇਲੇਟ ਹੋ ਜਾਂਦਾ ਹੈ, ਐਨਲਾਰਜ ਹੋ ਜਾਂਦਾ ਹੈ, ਹੋਰ ਲਾਈਟ ਜਿਹੜੀ ਹੈਗੀ ਉਹ ਆਈ ਦੇ ਅੰਦਰ ਐਂਟਰ ਕਰ ਪਾਉਂਦੀ ਹੈ, ਤੇ ਆਪਾਂ ਡਾਰਕਨੈਸ ਚ ਵੀ ਦੇਖ ਪਾਉਂਦੇ ਹਾਂ। ਫਾਈਨ। ਤਾਂ ਜਦੋਂ ਬ੍ਰਾਈਟਨੈਸ ਵਿੱਚ ਜਾਵਾਂਗੇ ਆਇਰਿਸ ਕੀ ਕਰ ਦੂਗਾ? ਆਇਰਿਸ ਕੰਟਰੈਕਟ ਕਰ ਦੂਗਾ, ਤੇ ਕੰਟਰੈਕਟ ਕਰਕੇ ਜਿਹੜਾ ਤੁਹਾਡਾ ਪਿਊਪਿਲ ਹੈਗਾ ਉਹ ਕੀ ਹੋ ਜਾਏਗਾ? ਛੋਟਾ ਹੋ ਜਾਏਗਾ। ਹਨੇਰੇ ਕਮਰੇ ਦੇ ਵਿੱਚ ਜਿਹੜਾ ਆਇਰਿਸ ਹੈਗਾ ਉਹ ਕੀ ਕਰ ਜਾਂਦਾ ਹੈ? ਡਾਇਲੇਟ ਕਰ ਜਾਂਦਾ ਹੈ, ਜਿਸ ਕਰਕੇ ਪਿਊਪਿਲ ਦਾ ਸਾਈਜ਼ ਵੱਡਾ ਹੋ ਜਾਂਦਾ ਹੈ, ਐਕਸਪੈਂਡ ਕਰ ਜਾਂਦਾ ਹੈ, ਐਂਡ ਮੋਰ ਲਾਈਟ ਐਂਟਰਸ ਇਨਸਾਈਡ। ਇਸ ਕਰਕੇ ਆਪਾਂ ਹਨੇਰੇ ਵਿੱਚ ਵੀ ਦੇਖ ਪਾਉਂਦੇ ਹਾਂ। ਦੈਟ ਇਜ਼ ਦੀ ਬੇਸਿਕ ਮੈਕੈਨਿਜ਼ਮ। ਹੁਣ ਕੁਐਸਚਨ ਇਹ ਹੈ ਕਿ ਆਪਾਂ ਧੁੱਪ 'ਚ ਖੜੇ ਸੀ, ਬਹੁਤ ਬ੍ਰਾਈਟ ਸਨਲਾਈਟ 'ਚ ਖੜੇ ਸੀ, ਤਾਂ ਉਸ ਟਾਈਮ ਕੀ ਹੋਇਆ? ਸਾਡਾ ਜਿਹੜਾ ਪਿਊਪਿਲ ਦਾ ਸਾਈਜ਼ ਹੈ ਬਹੁਤ ਛੋਟਾ ਹੈ, ਬਹੁਤ ਘੱਟ ਲਾਈਟ ਆਪਣੀ ਅੱਖ ਦੇ ਅੰਦਰ ਜਾ ਰਹੀ ਹੈ, ਤੇ ਸਡਨਲੀ ਤੁਸੀਂ ਹਨੇਰੇ ਵਾਲੇ ਕਮਰੇ ਵਿੱਚ ਐਂਟਰ ਕਰ ਗਏ। ਹੁਣ ਉਸ ਰੂਮ ਦੇ ਵਿੱਚ ਘੱਟ ਲਾਈਟ ਹੈ, ਪਿਊਪਿਲ ਤੁਹਾਡਾ ਹਲੇ ਵੀ ਛੋਟਾ ਹੈ। ਛੋਟਾ ਹੈ ਤਾਂ ਮਤਲਬ ਪਹਿਲਾਂ ਹੀ ਲਾਈਟ ਘੱਟ ਹੈ, ਤੇ ਘੱਟ ਲਾਈਟ ਤੁਹਾਡੀ ਅੱਖਾਂ ਦੇ ਅੰਦਰ ਜਾ ਰਹੀ ਹੈ। ਇਸ ਕਰਕੇ ਸਾਨੂੰ ਇੱਕੋ ਦਮ ਕਲੀਅਰਲੀ ਨਜ਼ਰ ਨਹੀਂ ਆਉਂਦਾ। ਕਿਉਂਕਿ ਆਪਾਂ ਬਾਹਰ ਧੁੱਪੇ ਖੜੇ ਸੀ, ਬ੍ਰਾਈਟ ਏਰੀਆ ਵਿੱਚ ਖੜੇ ਸੀ, ਸਾਡਾ ਪਿਊਪਿਲ ਪਹਿਲਾਂ ਹੀ ਛੋਟਾ ਸੀਗਾ, ਤੇ ਹਨੇਰੇ ਵਿੱਚ ਆਏ ਤਾਂ ਲਾਈਟ ਪਹਿਲਾਂ ਹੀ ਘੱਟ ਹੈ। ਇਸ ਕਰਕੇ ਜਦ ਤੱਕ ਸਾਡਾ ਪਿਊਪਿਲ ਐਕਸਪੈਂਡ ਨਹੀਂ ਕਰਦਾ, ਡਾਇਲੇਟ ਨਹੀਂ ਕਰਦਾ, ਵੱਧ ਲਾਈਟ ਇਨਸਾਈਡ ਨਹੀਂ ਜਾ ਪਾਉਗੀ, ਉਨਾ ਚਿਰ ਆਪਾਂ ਨੂੰ ਕਲੀਅਰਲੀ ਹਨੇਰੇ ਵਿੱਚ ਨਜ਼ਰ ਨਹੀਂ ਆਉਂਦਾ। ਤਾਂ ਵਿਦਿਨ ਸੈਕਿੰਡਸ, ਇਹ ਸੈਕਿੰਡਸ ਦੀ ਗੱਲ ਹੈ, ਹੌਲੀ ਹੌਲੀ ਜਿਹੜਾ ਸਾਡਾ ਆਇਰਿਸ ਹੈਗਾ ਉਹ ਡਾਇਲੇਟ ਕਰਦਾ ਹੈ, ਪਿਊਪਿਲ ਐਕਸਪੈਂਡ ਕਰਦਾ ਹੈ, ਲਾਈਟ ਐਂਟਰ ਕਰਦੀ ਹੈ, ਤੇ ਆਪਾਂ ਹਨੇਰੇ ਵਿੱਚ ਵੀ ਦੇਖ ਪਾਉਂਦੇ ਹਾਂ, ਆਪਣੀ ਵਿਜ਼ਨ ਇੰਪਰੂਵ ਕਰਦੀ ਹੈ। ਸੋ ਇਹ ਸੈਕਿੰਡਸ ਦੀ ਖੇਡ ਹੈ। ਪਿਊਪਿਲ ਡਾਇਲੇਟ ਕਰਦਾ ਹੈ, ਜਿਹਦੇ ਨਾਲ ਹੋਰ ਲਾਈਟ ਐਂਟਰ ਕਰ ਪਾਉਂਦੀ ਹੈ, ਤੇ ਆਪਣੇ ਜਿਹੜੇ ਰੋਡ ਸੈਲਸ ਨੇ ਉਹ ਐਕਟਿਵ ਹੋ ਜਾਂਦੇ ਨੇ ਰੈਟਿਨਾ ਦੇ ਵਿੱਚ, ਤੇ ਵੀ ਆਰ ਏਬਲ ਟੂ ਸੀ। ਠੀਕ ਹੈ ਜੀ। ਹੁਣ ਕੁਐਸਚਨ ਕੀ ਕਹਿ ਰਿਹਾ ਸੀ? ਅ ਪਰਸਨ ਐਂਟਰਸ ਅ ਡਾਰਕ ਰੂਮ ਫਰੋਮ ਅ ਬ੍ਰਾਈਟ ਲਾਈਟ, he is unable to see clearly for a little while. Why? Because number 1 option है eye is unable to adjust itself immediately. Then retina becomes insensitive momentarily. Third, iris is unable to dilate the pupil immediately. Fourth is distance between lens and retina takes time to adjust. ਹੁਣ ਤੁਸੀਂ ਇੱਥੇ ਧਿਆਨ ਨਾਲ ਦੇਖੋ, ਪਹਿਲਾ ਆਪਸ਼ਨ ਕਹਿ ਰਿਹਾ ਕਿ ਇੱਕੋ ਦਮ ਇਮੀਡੀਏਟਲੀ
आई अपने आप ਨੂੰ ਐਡਜਸਟ ਨਹੀਂ ਕਰ ਪਾ ਰਹੀ। ਇਹ ਪਾਰਸ਼ਲੀ ਟਰੂ ਹੈ, ਬਟ ਇਹ ਸਟੇਟਮੈਂਟ ਬਹੁਤ ਹੀ ਵੇਗ ਹੈ। ਸਾਇੰਟਿਫਿਕ ਐਕਸਪਲੇਨੇਸ਼ਨ ਨਹੀਂ ਹੈ। ਸਾਇੰਟਿਫਿਕ ਐਕਸਪਲੇਨੇਸ਼ਨ ਆਹ ਹੈ ਕਿ ਸਾਡਾ ਜਿਹੜਾ ਆਇਰਿਸ ਹੈ ਉਹਨੂੰ ਡਾਇਲੇਟ ਹੋਣ ਦੇ ਵਿੱਚ ਟਾਈਮ ਲੱਗ ਰਿਹਾ, ਉਹਨੂੰ ਰਿਲੀਜ਼ ਹੋਣ ਲਈ ਟਾਈਮ ਲੱਗ ਰਿਹਾ, ਪਿਊਪਲ ਡਾਇਲੇਟ ਹੋ ਰਿਹਾ, ਹੌਲੀ ਹੌਲੀ ਹੋ ਰਿਹਾ। ਦਿਸ ਆਪਸ਼ਨ ਇਜ਼ ਨਾਟ ਜਸਟੀਫਾਈਡ ਆਪਸ਼ਨ। ਸੈਕੰਡ ਆਪਸ਼ਨ ਕਹਿ ਰਿਹਾ ਕਿ ਮੋਮੈਂਟੈਰੀਲੀ ਸਾਡਾ ਰੈਟੀਨਾ ਜਿਹੜਾ ਹੈਗਾ ਇਨਸੈਂਸਿਟਿਵ ਹੋ ਜਾਂਦਾ ਹੈ। ਰੈਟੀਨਾ ਇਨਸੈਂਸਿਟਿਵ ਨਹੀਂ ਹੋ ਰਿਹਾ, ਰਾਦਰ ਲੋ ਲਾਈਟ ਦੇ ਨਾਲ ਇੱਥੇ ਐਡਜਸਟਮੈਂਟ ਹੋ ਰਹੀ ਹੈ। ਇਮੀਡੀਏਟ ਇਸ਼ੂ ਕੀ ਹੈ ਕਿ ਸਾਡੇ ਅੱਖ ਵਿੱਚ ਜ਼ਿਆਦਾ ਲਾਈਟ ਨਹੀਂ ਜਾ ਪਾ ਰਹੀ। ਕਿਉਂ ਨਹੀਂ ਜਾ ਪਾ ਰਹੀ? ਬਿਕਾਜ਼ ਪਿਊਪਲ ਛੋਟਾ ਹੈ ਤੇ ਉਹ ਹੌਲੀ ਹੌਲੀ ਕੀ ਕਰੇਗਾ, ਡਾਇਲੇਟ ਕਰੇਗਾ। ਇਸ ਕਰਕੇ ਜਦੋਂ ਆਪਾਂ ਆਪਸ਼ਨ ਨੰਬਰ 3 ਪੜ੍ਹਦੇ ਹਾਂ, ਆਇਰਿਸ ਇਜ਼ ਅਨੇਬਲ ਟੂ ਡਾਇਲੇਟ ਦ ਪਿਊਪਲ ਇਮੀਡੀਏਟਲੀ ਇਫ ਵਿਦਿਨ ਸੈਕਿੰਡਸ ਸਾਡੇ ਕੋਲੇ ਪ੍ਰੋਸੈਸ ਹੁੰਦਾ ਹੈ। ਸੋ ਦੈਟ ਇਜ਼ ਦੀ ਐਗਜ਼ੈਕਟ ਰੀਜ਼ਨ ਜਿਹਦੇ ਕਰਕੇ ਸਾਨੂੰ ਇੱਕਦਮ ਹਨੇਰਾ ਲੱਗਦਾ ਹੈ, ਬਟ ਫਿਰ ਹੌਲੀ ਹੌਲੀ ਆਪਾਂ ਹਨੇਰੇ ਕਮਰੇ ਵਿੱਚ ਵੀ ਦੇਖ ਸਕਦੇ ਹਾਂ। ठीक है जी। सो आयरिस इथे एक्सपैंड करेगा हौली हौली एंड देन वी विल बी एबल टू सी। चलो अगला क्वेश्चन देख लेते हैं। नाउ नेक्स्ट क्वेश्चन इज अगेन वेरी इंपॉर्टेंट। इथे थानू पूछा गया है द स्पीड ऑफ द साउंड विल बी हाईएस्ट इन। साउंड वेव्स बारे आपां पढ़दे हैं ते साउंड वेव्स दी स्पीड किथे हाईएस्ट होएगी किथे घट होएगी, ये क्वेश्चन है। हुण दो डायमेंशनस दित्तियां गईयां इथे। पहला ये देखना चाहते हैं कि थानू पता है कि टैंपरेचर दा साउंड दी स्पीड दे उत्ते की असर है। मतलब जे टैंपरेचर हाई हुंदा है तां उदों साउंड दे उत्ते की फर्क पैंदा है, जे टैंपरेचर लो है तां साउंड दे उत्ते की फर्क पैंदा है। ठीक है। दूसरा ये देखना चाहते हैं कि थानू पता है ह्यूमिडिटी, वाटर जदों अपने एटमोसफेयर दे विच वाटर वेपर्स दी कंसनट्रेशन वध जांदी है, ह्यूमिडिटी जेकर तां लो है ਤਾਂ ਆਪਾਂ ਕਹਿੰਦੇ ਕਿ ਹਵਾ ਬਹੁਤ ਡਰਾਈ ਹੈ। ਜੇਕਰ ਹਿਊਮਿਡਿਟੀ ਜ਼ਿਆਦਾ ਹੁੰਦੀ ਹੈ ਤਾਂ ਆਪਾਂ ਕਹਿੰਦੇ ਕਿ ਹਵਾ ਬਹੁਤ ਹੀ ਜ਼ਿਆਦਾ ਮੋਇਸਟ ਹੈ, ਮੋਇਸਚਰ ਬਹੁਤ ਜ਼ਿਆਦਾ ਹੈ ਹਵਾ ਦੇ ਵਿੱਚ। ਇਹਨਾਂ ਦੋਨਾਂ ਫੈਕਟਰਸ ਦਾ ਕੀ ਪ੍ਰਭਾਵ ਪੈਂਦਾ ਹੈ? ਦੋ ਟੈਂਪਰੇਚਰ ਦਿੱਤੇ ਨੇ, ਇੱਕ ਦਿੱਤਾ ਹੈ ਤੁਹਾਨੂੰ 0 ਡਿਗਰੀ ਜੋ ਕਿ ਦੱਸ ਰਿਹਾ ਹੈ ਕਿ ਲੋ ਟੈਂਪਰੇਚਰ ਦੇ ਉੱਤੇ ਕੀ ਹੋਏਗਾ, ਤੇ ਇੱਕ ਦਿੱਤਾ ਹੋਇਆ ਹੈ 30 ਡਿਗਰੀ ਜੋ ਕਿ ਤੁਹਾਨੂੰ ਪੁੱਛ ਰਿਹਾ ਹੈ ਕਿ ਹਾਈ ਟੈਂਪਰੇਚਰ ਦੇ ਉੱਤੇ ਕੀ ਫਰਕ ਪਏਗਾ। दो तरह की मॉइस्चर कंडीशंस ने, ड्राई एयर या फिर ह्यूमिड एयर। तो मतलब सानू एक बेसिक कॉन्सैप्ट इत्थे समझना होएगा कि की फर्क पैंदा है साडे डिफरेंट मीडिया का। हुण साउंड नू लैके आपां की कहंदे हैं, जनरल रूल की है कि स्पीड ऑफ द साउंड इज मैक्सिमम इन सॉलिड्स देन इन लिक्विड्स ते सब तो घट हुंदी है इन दी गैस। क्यों सॉलिड्स ज्यादा क्यों होंदी है? बिकॉज सॉलिड्स दे विच की हुंदा है द पार्टिकल्स आर क्लोजली पैक्ड, तो साउंड करके जो भी वाइब्रेशंस आंदियां ने वो वाइब्रेशंस बहुत जल्दी पास कर जांदियां ने किदे विचों, सॉलिड विचों, एज कंपेयर टू लिक्विड्स जिथे जो मॉलिक्यूल्स ने वो थोड़े दूर दूर हुंदे ने ते गैसेस जिथे होर भी ज्यादा दूर हुंदे ने। ते ਆਪਾਂ ਜੇ ਫੈਕਟਰਸ ਦੀ ਗੱਲ ਕਰੀਏ ਤਾਂ ਟੈਂਪਰੇਚਰ ਤੇ ਹਿਊਮਿਡਿਟੀ ਸਾਊਂਡ ਦੀ ਸਪੀਡ ਦੇ ਉੱਤੇ ਪ੍ਰਭਾਵ ਲੈ ਕੇ ਆਉਂਦੇ ਨੇ। ਬੇਸਿਕ ਰੂਲ ਕੀ ਹੈ ਕਿ ਜਿਵੇਂ ਜਿਵੇਂ ਟੈਂਪਰੇਚਰ ਵੱਧਦਾ ਹੈ, ਜਿਵੇਂ ਜਿਵੇਂ ਟੈਂਪਰੇਚਰ ਵੱਧਦਾ ਹੈ, ਸਪੀਡ ਆਫ ਦ ਸਾਊਂਡ ਆਲਸੋ ਇਨਕਰੀਜ਼ਸ। ਸੋ ਥੰਬ ਰੂਲ ਤੁਸੀਂ ਇੱਥੇ ਕੀ ਬਣਾਉਣਾ ਹੈ ਕਿ ਜਿਵੇਂ ਜਿਵੇਂ ਟੈਂਪਰੇਚਰ ਇਨਕਰੀਜ਼ ਕਰੇਗਾ, ਟੈਂਪਰੇਚਰ ਜਦੋਂ ਵੀ ਇਨਕਰੀਜ਼ ਕਰੇਗਾ, ਜਿਹੜੀ ਸਾਊਂਡ ਦੀ ਸਪੀਡ ਹੈ ਉਹ ਵੱਧ ਜਾਂਦੀ ਹੈ। ਕਿਉਂ? देखो जो भी टेंपरेचर इंक्रीज करता है ना तो मॉलिक्यूल्स ना बहुत ज्यादा वाइब्रेट करना शुरू कर देते हैं, बहुत तेज 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 जाना शुरू कर देते हैं। इनू तुसी विजुअलाइज करो कि तुसी गैस के उत्ते एक बीकर दे विच पानी रखिया ते गैस ऑन कर दी। जिवें जिवें पानी का टेंपरेचर वधदा जांदा है तुहानू वाटर दे विच मॉलिक्यूल्स की मूवमेंट फील हुंदी है। ਆਪਾਂ ਸੈਂਸ ਕਰ ਪਾਉਂਦੇ ਹਾਂ ਕਿ એનર્ਜੀ ਮਿਲ ਗਈ ਹੈ ਕਿਹਨੂੰ, ਵਾਟਰ ਨੂੰ। ਤਾਂ ਜਿਵੇਂ ਜਿਵੇਂ ਟੈਂਪਰੇਚਰ ਵੱਧਦਾ, ਚਾਹੇ ਉਹ ਗੈਸ ਹੋਵੇ, ਵਾਟਰ ਹੋਵੇ, ਲਿਕੁਇਡ ਹੋਵੇ, ਜਿਹੜੇ ਮੋਲੀਕਿਊਲਸ ਨੇ, ਮੋਲੀਕਿਊਲਸ ਕੋਲ ਕੀ ਆ ਜਾਂਦੀ ਹੈ, ਕਾਈਨੈਟਿਕ એનર્ਜੀ ਆ ਜਾਂਦੀ ਹੈ। ਕੀ ਆ ਜਾਂਦੀ ਹੈ? ਕਾਈਨੈਟਿਕ એનર્ਜੀ, ਐਂਡ ਦੇ ਮੂਵ ਵੈਰੀ ਫਾਸਟਰ। ਤਾਂ ਹੁਣ ਵਾਈਬ੍ਰੇਸ਼ਨ ਦੇ ਵਿੱਚ ਵੀ ਤੁਹਾਡੀ એનર્ਜੀ ਪਾਸ ਹੋਣੀ ਸੀ। ਜਦੋਂ ਆਲਰੇਡੀ ਮੋਲੀਕਿਊਲਸ ਕੋਲ ਬਹੁਤ ਤੇਜ਼, ਬਹੁਤ ਜ਼ਿਆਦਾ એનર્ਜੀ ਹੋਏਗੀ ਤਾਂ ਵਾਈਬ੍ਰੇਸ਼ਨ ਜ਼ਿਆਦਾ ਜਲਦੀ ਜਿਹੜੀ ਹੈਗੀਆਂ ਨੇ ਉਹ ਟ੍ਰਾਂਸਫਰ ਕਰ ਪਾਣਗੀਆਂ। ਇਸ ਕਰਕੇ ਜਿਵੇਂ ਜਿਵੇਂ ਟੈਂਪਰੇਚਰ ਵੱਧਦਾ ਹੈ
ਉਵੇਂ ਉਵੇਂ ਤੁਹਾਡੇ ਕੋਲ ਸਪੀਡ ਆਫ ਦ ਸਾਊਂਡ ਇੰਕਰੀਜ਼ ਕਰਦੀ ਹੈ। ਤਾਂ ਮਤਲਬ ਜੇ ਆਪਾਂ ਆਹ ਵਾਲੀ ਦੇਖੀਏ ਜੋ ਸਿਚੁਏਸ਼ਨ ਸਾਨੂੰ ਇੱਥੇ ਦਿੱਤੀ ਗਈ ਹੈ ਟੈਂਪਰੇਚਰ ਦੀ, ਤਾਂ ਆਪਾਂ ਕਲੀਅਰਲੀ ਕਹਿ ਸਕਦੇ ਹਾਂ ਕਿ 30 ਡਿਗਰੀ ਸੈਲਸੀਅਸ ਤੇ ਸਪੀਡ ਆਫ ਦ ਸਾਊਂਡ ਜ਼ਿਆਦਾ ਹੁੰਦੀ ਹੈ ਐਸ ਕੰਪੇਅਰ ਟੂ 0 ਡਿਗਰੀ ਸੈਲਸੀਅਸ। ਠੀਕ ਹੈ ਜੀ, ਇਹ ਕਲੀਅਰ ਹੋ ਗਿਆ। ਸੋ दूसरा ਤੁਹਾਨੂੰ ਇੱਥੇ ਇਫੈਕਟ ਪੁੱਛਿਆ ਹਿਊਮਿਡਿਟੀ ਦਾ। ਹੁਣ ਹਿਊਮਿਡਿਟੀ ਇੱਕ ਐਸਾ ਕਨਸੈਪਟ ਹੈ ਜਿੱਥੇ ਥੋੜੀ ਕਨਫਿਊਜ਼ਨ ਹੋ ਸਕਦੀ ਹੈ। ਕਈ ਵਾਰੀ ਆਪਾਂ ਨੂੰ ਆ ਲੱਗਦਾ ਹੈ ਕਿ ਹਿਊਮਿਡਿਟੀ ਹੈ ਮਤਲਬ ਹਵਾ ਦੇ ਵਿੱਚ ਵਾਟਰ ਵੇਪਰ ਜ਼ਿਆਦਾ ਨੇ, ਮੋਇਸਚਰ ਜ਼ਿਆਦਾ ਹੈ, ਤਾਂ ਹਿਊਮਿਡ ਹਵਾ ਭਾਰੀ ਹੋ ਜਾਏਗੀ, ਇਸ ਕਰਕੇ ਜਿਹੜੀ ਸਾਊਂਡ ਹੈ ਉਹ ਸਲੋ ਮੂਵ ਕਰੇਗੀ। ਵੈਲ ਇਹ ਥਿੰਕਿੰਗ ਰੋਂਗ ਹੈ। ਇਹਨੂੰ 1 ਬਾय 1 ਡੀਕੋਡ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡਰਾਈ 에ਅਰ ਦੀ ਕਿ ਹਿਊਮਿਡਿਟੀ ਹੈ ਹੀ ਨਹੀਂ, ਮੋਇਸਚਰ ਹੈ ਹੀ ਨਹੀਂ, ਵਾਟਰ ਵੇਪਰ ਹੈ ਹੀ ਨਹੀਂ, ਡਰਾਈ 에ਅਰ ਹੈ। ਤਾਂ ਡਰਾਈ 에ਅਰ ਹੈ ਤੇ ਇਹਦੇ ਵਿੱਚ ਕੀ ਹੋਏਗਾ? ਇਹਦੇ ਵਿੱਚ ਮੇਨਲੀ ਤੁਹਾਨੂੰ ਮਿਲੇਗਾ ਨਾਈਟ੍ਰੋਜਨ ਤੇ ਆਕਸੀਜਨ, ਨਾਈਟ੍ਰੋਜਨ ਤੇ ਆਕਸੀਜਨ। ਹੁਣ ਜੇ ਆਪਾਂ ਇਹਨਾਂ ਦੋਨਾਂ ਦਾ weight ਦੀ ਗੱਲ ਕਰੀਏ, ਮਾਸ ਦੀ ਗੱਲ ਕਰੀਏ, ਮੋਲੀਕਿਊਲਰ ਮਾਸ ਦੀ ਗੱਲ ਕਰੀਏ, ਤਾਂ ਨਾਈਟ੍ਰੋਜਨ ਤੇ ਆਕਸੀਜਨ ਦਾ ਮਾਸ ਤਕਰੀਬਨ 29 ਦੇ ਆਸ-ਪਾਸ ਪਹੁੰਚ ਜਾਏਗਾ। ਬਟ ਜੇਕਰ ਆਪਾਂ ਮੋਇਸਟ 에ਅਰ ਦੀ ਗੱਲ ਕਰ ਰਹੇ ਹਾਂ ਤਾਂ ਮਤਲਬ ਉਹਦੇ ਵਿੱਚ ਕੀ ਐਡ ਹੋ ਗਿਆ? ਵਾਟਰ ਵੇਪਰ ਐਡ ਹੋ ਗਏ। ਵਾਟਰ ਵੇਪਰ ਦਾ ਮਾਸ ਕਿੰਨਾ ਹੁੰਦਾ ਹੈ? 18। ਮਾਸ ਕਿੰਨਾ ਹੁੰਦਾ ਹੈ? 18। ਹੁਣ ਜਦੋਂ ਵੀ ਹਿਊਮਿਡਿਟੀ ਵਧੇਗੀ, ਮਤਲਬ ਜਦੋਂ ਤੁਹਾਡੇ 에ਅਰ ਦੇ ਵਿੱਚ ਹਿਊਮਿਡਿਟੀ ਵਧੇਗੀ, ਤਾਂ ਸਪੋਜ਼ ਕਰੋ ਆ 에ਅਰ ਪੈਕੇਟ ਹੈ, ਹੁਣ ਇਹਦੇ ਵਿੱਚ ਵਾਟਰ ਮੋਲੀਕਿਊਲਸ ਜਾਂ ਵਾਟਰ ਵੇਪਰਸ ਦਾ ਜੇ ਅਮਾਉਂਟ ਵਧੇਗਾ, ਜਿੰਨਾ ਜਿੰਨਾ ਵਾਟਰ ਵੇਪਰ ਐਡ ਹੁੰਦਾ ਜਾਏਗਾ, ਨਾਈਟ੍ਰੋਜਨ ਤੇ ਆਕਸੀਜਨ ਇੱਥੋਂ ਰਿਮੂਵ ਹੁੰਦੇ ਜਾਣਗੇ। heavier nitrogen and oxygen molecules would be replaced by water vapor ਤੇ water vapor ਤਾਂ ਉਹਦਾ ਮਾਸ ਤਾਂ ਸਿਰਫ ਕਿੰਨਾ ਹੈ? 18। ਨਾਈਟ੍ਰੋਜਨ ਤੇ ਆਕਸੀਜਨ ਦਾ ਮਾਸ ਕਿੰਨਾ ਹੈ? 29। ਤਾਂ ਜਿੰਨਾ ਜਿੰਨਾ ਹਵਾ ਦੇ ਵਿੱਚ ਮੋਇਸਚਰ ਐਡ ਹੁੰਦੇ ਜਾਣਗੇ, ਵਾਟਰ ਵੇਪਰਸ ਐਡ ਹੁੰਦੇ ਜਾਣਗੇ, ਇੱਕ ਲਾਈਟਰ ਵਾਟਰ ਵੇਪਰ ਦਾ ਮੋਲੀਕਿਊਲ ਐਡ ਕਰੇਗਾ ਤਾਂ ਉਹ ਹੈਵੀਅਰ ਨਾਈਟ੍ਰੋਜਨ ਔਰ ਆਕਸੀਜਨ ਨੂੰ ਕੀ ਕਰ ਦੇਗਾ? ਰਿਪਲੇਸ ਕਰ ਦੇਗਾ। ਜਿਸ ਕਰਕੇ ਜਿੰਨੀ ਜ਼ਿਆਦਾ 에ਅਰ ਦੇ ਵਿੱਚ ਵਾਟਰ ਵੇਪਰਸ ਹੋਣਗੇ, ਮਤਲਬ ਲਾਈਟਰ ਮੋਲੀਕਿਊਲਸ ਹੋਣਗੇ, ਹਿਊਮਿਡ 에ਅਰ ਉਨੀ ਹੀ ਘੱਟ ਡੈਂਸ ਹੋਵੇਗੀ। ਸੋ ਜੇਕਰ ਆਪਾਂ ਇੱਥੇ ਦੇਖੀਏ ਸਪੀਡ ਆਫ ਦ ਲਾਈਟ ਜਿਹੜੀ ਹੈਗੀ ਹੈ ਉਹ ਹਿਊਮਿਡ 에ਅਰ ਦੇ ਵਿੱਚ ਕੀ ਹੋਏਗੀ? ਨਾਓ ਅੰਡਰਸਟੈਂਡ ਦਿਸ, ਹਿਊਮਿਡ 에ਅਰ ਕੀ ਬਣ ਗਈ? ਤੁਹਾਡੀ ਲੈਸ ਡੈਂਸ ਬਣ ਗਈ। ਹਿਊਮਿਡ 에ਅਰ ਇਜ਼ ਲੈਸ ਡੈਂਸ ਤੇ ਜਿਹੜੀ ਡਰਾਈ 에ਅਰ ਹੈ ਇਟ ਇਜ਼ ਕੰਪੈਰੀਟਿਵਲੀ ਮੋਰ ਡੈਂਸ। ਵਾਈ? ਆਪਾਂ ਨੂੰ ਸਮਝ ਆ ਗਿਆ ਕਿ ਵਾਟਰ ਵੇਪਰਸ ਕੀ ਕਰ ਰਹੇ ਨੇ? ਤੁਹਾਡੇ ਨਾਈਟ੍ਰੋਜਨ ਤੇ ਆਕਸੀਜਨ ਨੂੰ ਰਿਪਲੇਸ ਕਰ ਰਹੇ ਨੇ। ਹੁਣ ਰੂਲ ਇਹ ਕਹਿੰਦਾ ਹੈ ਕਿ ਜਿੱਦਾਂ ਜਿੱਦਾਂ ਡੈਂਸਿਟੀ ਜਿਵੇਂ ਜਿਵੇਂ ਡੈਂਸਿਟੀ ਲੈਟਸ ਸੇ ਡਿਕਰੀਜ਼ ਕਰੂਗੀ, ਜੇਕਰ ਡੈਂਸਿਟੀ ਡਿਕਰੀਜ਼ ਕਰੂਗੀ, ਜਿਹੜੀ ਸਪੀਡ ਹੈ ਤੁਹਾਡੀ ਸਾਊਂਡ ਦੀ ਉਹ ਕੀ ਕਰ ਜੇਗੀ? ਇਨਕਰੀਜ਼ ਕਰ ਜੇਗੀ। ਜਿਵੇਂ ਜਿਵੇਂ ਡੈਂਸਿਟੀ ਡਿਕਰੀਜ਼ ਕਰੂਗੀ, ਸਪੀਡ ਆਫ ਦ ਸਾਊਂਡ ਵਿਲ ਇਨਕਰੀਜ਼। ਹੁਣ ਡੈਂਸਿਟੀ ਦਾ ਫਾਰਮੂਲਾ ਕੀ ਹੁੰਦਾ? ਆਪਾਂ ਪਿੱਛੇ ਪੜ੍ਹ ਕੇ ਆਏ ਹਾਂ, ਇਟ ਇਜ਼ ਮਾਸ ਅਪਨ ਵੋਲਿਊਮ। ਆਪਾਂ ਮਾਸ ਦੇਖ ਲਿਆ ਕਿ ਜਿਹੜੀ ਤੁਹਾਡੀ ਹਿਊਮਿਡ 에ਅਰ ਹੈ ਉਹਦਾ ਮਾਸ ਕੀ ਹੈ? ਘੱਟ ਹੈ, ਇਟ ਇਜ਼ ਲੈਸ ਡੈਂਸ। ਤਾਂ ਇਹਦੇ ਵਿੱਚ ਕੀ ਹੋਏਗਾ? ਤੁਹਾਡੀ ਸਪੀਡ ਆਫ ਦ ਸਾਊਂਡ ਵੁੱਡ ਬੀ ਹਾਇਰ। ਤਾਂ ਇੱਥੇ ਸਪੀਡ ਜ਼ਿਆਦਾ ਹੋਏਗੀ ਐਸ ਕੰਪੇਅਰ ਟੂ ਡਰਾਈ 에ਅਰ। ਹਿਊਮਿਡ 에ਅਰ ਜ਼ਿਆਦਾ ਸਾਊਂਡ ਨੂੰ ਕੰਡਕਟ ਕਰਦੀ ਹੈ ਤੇ ਜ਼ਿਆਦਾ ਫਾਸਟਰ ਟਰੈਵਲ ਕਰਵਾਉਂਦੀ ਹੈ ਐਸ ਕੰਪੇਅਰ ਟੂ ਡਰਾਈ 에ਅਰ। ਤਾਂ ਸਿੰਪਲ, ਵਾਟਰ ਵੇਪਰ ਲਾਈਟਰ ਨੇ, ਇਸ ਕਰਕੇ ਹਿਊਮਿਡ ਜਿਹੜੀ 에ਅਰ ਹੈ ਉਹ ਲੈਸ ਡੈਂਸ ਹੈ। ਲੈਸ ਡੈਂਸ 에ਅਰ ਦੇ ਵਿੱਚ ਜਿੰਨੀ ਘੱਟ ਡੈਂਸਿਟੀ ਉਨਾ ਫਾਸਟਰ ਮੂਵਮੈਂਟ ਆਫ ਦ ਸਾਊਂਡ। ਹੁਣ ਇਹਨਾਂ ਦੋਨਾਂ ਕਨਸੈਪਟਸ ਨੂੰ ਆਪਸ ਚ ਜੋੜ ਦੋ, ਟੈਂਪਰੇਚਰ ਤੇ ਉਹਨੂੰ। ਸਭ ਤੋਂ ਪਹਿਲੇ ਆਪਸ਼ਨ ਦੇ ਵਿੱਚ ਕੀ ਦਿੱਤਾ ਗਿਆ ਹੈ? ਡਰਾਈ 에ਅਰ ਐਟ 0 ਡਿਗਰੀ, ਲੋ ਟੈਂਪਰੇਚਰ, नो ਹਿਊਮਿਡਿਟੀ। ਦੋਨੋਂ ਹੀ ਫੈਕਟਰ ਉਹ ਨੇ ਜਿਹਦੇ ਨਾਲ ਕਿ ਸਾਊਂਡ ਦੀ ਸਪੀਡ ਘਟ ਜਾਂਦੀ ਹੈ। ਤਾਂ ਪਹਿਲਾ ਆਪਸ਼ਨ ਹੋ ਗਿਆ ਗਲਤ। दूसरा ऑप्शन ड्राई एयर 30 डिग्री। हुण सानू ये पता है कि जो टेंपरेचर है, टेंपरेचर इंक्रीज करन दे नाल साउंड की स्पीड इंक्रीज हुंदी है, लेकिन दूसरी तरफ की है ह्यूमिडिटी नहीं है, ड्राई एयर है, तो ह्यूमिडिटी का बेनिफिट नहीं मिलेगा। तो ए ऑप्शन भी गलत हो गया। सी ऑप्शन कह रहा ह्यूमिड एयर एट 0 डिग्री। हुण बेशक ह्यूमिडिटी के नाल स्पीड इंक्रीज कर दी है, पर दूसरी तरफ की दे देता 0 डिग्री टेंपरेचर, टेंपरेचर हले भी घट है, अगेन बेनिफिट नहीं मिलेगा। ए ऑप्शन भी गलत है। लास्टली बचा तुहाडा ऑप्शन डी, जिथे एयर ह्यूमिड भी है, हाई टेंपरेचर भी है, 30 डिग्री का टेंपरेचर भी है, दोनों कंडीशंस दे नाल स्पीड इंक्रीज कर दी है। इस करके ऑप्शन डी वुड बी करेक्ट।
ਇਹੀ ਰੀਜ਼ਨ ਹੈ, ਤੁਸੀਂ ਦੇਖਿਆ ਹੋਏਗਾ ਕਿ ਬਾਰਿਸ਼ ਪੈਣ ਤੋਂ ਪਹਿਲਾਂ, ਮੀਂਹ ਪੈਣ ਤੋਂ ਪਹਿਲਾਂ ਜਿਹੜੀ ਆਪਣੇ ਆਲੇ ਦੁਆਲੇ ਹਵਾ ਹੁੰਦੀ ਹੈ, ਆਪਾਂ ਨੂੰ ਜ਼ਿਆਦਾ ਕਲੀਅਰ ਸਾਊਂਡ ਸੁਣਦੀ ਹੈ। ਕਿਉਂ? ਕਿਉਂਕਿ ਹਿਊਮਿਡਿਟੀ ਵੱਧ ਜਾਂਦੀ ਹੈ। ਹਿਊਮਿਡਿਟੀ ਵਧਣ ਦੇ ਨਾਲ ਸਪੀਡ ਆਫ ਦ ਸਾਊਂਡ ਆਲਸੋ ਇਨਕਰੀਜ਼ਸ। ਦੂਸਰਾ, ਗਰਮੀਆਂ ਦੇ ਵਿੱਚ, ਸਮਰ ਡੇਜ਼ ਦੇ ਵਿੱਚ ਜ਼ਿਆਦਾ ਸਾਊਂਡ ਫਾਸਟਰ ਟਰੈਵਲ ਕਰਦੀ ਹੈ, ਹਾਈ ਟੈਂਪਰੇਚਰ ਹੁੰਦਾ ਹੈ, ਹਾਈ ਮੋਲੀਕੂਲਰ ਮੋਸ਼ਨ ਹੁੰਦਾ ਹੈ, ਜਿਸ ਕਰਕੇ ਸਪੀਡ ਆਫ ਦ ਸਾਊਂਡ ਵੀ ਜ਼ਿਆਦਾ ਹੁੰਦੀ ਹੈ। ਦੈਟ ਇਜ਼ ਦ ਰੀਅਲ ਟਾਈਮ ਐਪਲੀਕੇਸ਼ਨ ਜੋ ਸਾਨੂੰ ਆਪਣੇ ਸਰਾਊਂਡਿੰਗਸ ਵਿੱਚ ਦੇਖਣ ਲਈ ਮਿਲਦੀ ਹੈ। ਕਲੀਅਰ एवरीवन? ਚਲੋ ਅਗਲਾ ਕੁਐਸਚਨ ਦੇਖਦੇ ਹਾਂ। ਨਾਓ ਇਹ ਕੁਐਸਚਨ ਫਿਜ਼ਿਕਸ ਚ ਆਪਾਂ ਇਹਦੇ ਬਾਰੇ ਪੜ੍ਹਦੇ ਹਾਂ। ਇਟ ਸੇਜ਼ ਦੈਟ ਬੈਟਸ ਕੈਨ ਫਲਾਈ ਇਨ ਡਾਰਕ ਬਿਕॉज ਰਾਤ ਨੂੰ ਆਪਾਂ ਚਮਕਾਦੜ ਉੱਡਦੀਆਂ ਦੇਖਦੇ ਹਾਂ, ਚਮਕਾਦੜ ਫਲਾਈ ਕਰਦੀਆਂ ਹੁੰਦੀਆਂ ਨੇ। ਬੈਟਸ ਆਰ ਫਲਾਈਂਗ ਇਨ ਦ ਨਾਈਟ ਇਨ ਦ ਡਾਰਕ ਬਿਕॉज ਪਹਿਲਾ ਆਪਸ਼ਨ ਹੈ ਦੇ ਹੈਵ ਬੈਟਰ ਵਿਜ਼ਨ ਇਨ ਦ ਡਾਰਕ, ਹਨੇਰੇ ਚ ਉਹਨਾਂ ਨੂੰ ਜ਼ਿਆਦਾ ਦਿਖਦਾ ਹੈ। ਦੂਸਰਾ ਹੈ ਕਿ देयर ਪਿਊਪਲ ਆਫ देयर ਆਈਜ਼ ਆਰ ਵੈਰੀ ਬਿਗ। ਹੁਣ ਆਪਾਂ ਪਿੱਛੇ ਪੜ੍ਹ ਕੇ ਆਏ ਸੀ, ਜੇ ਪਿਊਪਲ ਵੱਡਾ ਹੋਏਗਾ ਤਾਂ ਜ਼ਿਆਦਾ ਲਾਈਟ ਐਂਟਰ ਕਰ ਪਾਉਂਦੀ ਹੈ ਤੇ ਆਪਾਂ ਡਾਰਕ ਵਿੱਚ ਦੇਖ ਪਾਉਂਦੇ ਹਾਂ। ਤਾਂ ਉਸੇ ਕਨਸੈਪਟ ਦੇ ਉੱਤੇ ਇੱਕ ਹੋਰ ਆਪਸ਼ਨ ਆ ਗਿਆ, ਤੁਸੀਂ ਦੇਖੋ ਸੇਮ ਪੇਪਰ ਦੇ ਵਿੱਚ। ਦੈਨ they are guided by ultrasonic waves produced by them। ਤੇ ਤੀਸਰਾ ਕਹਿ ਰਿਹਾ ਕਿ ਕੋਈ ਵੱਡੀ ਗੱਲ ਨਹੀਂ ਹੈ, ਹਰ ਇੱਕ ਬਰਡ ਰਾਤ ਨੂੰ ਉੜ ਪਾਉਂਦੀ ਹੈ ਤੇ ਦੇਖ ਪਾਉਂਦੀ ਹੈ। ਹੁਣ ਇਹਦਾ ਰਾਈਟ ਆਨਸਰ ਤਾਂ ਸੀ ਹੈ। ਦ ਮੇਨ ਰੀਜ਼ਨ ਜਿਹਦੇ ਕਰਕੇ ਬੈਟਸ ਰਾਤ ਨੂੰ ਫਲਾਈ ਕਰਦੇ ਨੇ ਤੇ ਬਿਕਾਜ਼ ਦੇ ਆਰ ਗਾਈਡਡ ਬਾय ਅਲਟਰਾਸੋਨਿਕ ਵੇਵਸ। Now this is something which is important। ਅਲਟਰਾਸੋਨਿਕ ਵੇਵਸ ਦੀ ਹੈਲਪ ਨਾਲ ਜਿਹੜਾ ਬੈਟ ਹੈ ਉਹ ਫਲਾਈ ਕਰ ਸਕਦਾ। ਹੁਣ ਕਦੇ ਕਦੇ ਕੀ ਹੁੰਦਾ, ਇੱਕ ਮਿਥ ਹੁੰਦਾ ਹੈ, ਕਿਉਂਕਿ ਆਪਾਂ ਇਹ ਪੜ੍ਹਦੇ ਹਾਂ ਕਿ ਬੈਟਸ ਜਿਹੜੇ ਨੇ ਉਹ ਰਾਤ ਨੂੰ ਮੂਵ ਕਰਦੇ ਨੇ ਬਿਕਾਜ਼ ਆਫ ਅਲਟਰਾਸੋਨਿਕ ਰੇਜ਼, ਅਲਟਰਾਸੋਨਿਕ ਵੇਵਸ। ਤਾਂ ਆਪਾਂ ਮੰਨ ਲੈਂਦੇ ਕਿ ਸ਼ਾਇਦ ਆਲ ਦ ਬੈਟਸ ਆਰ ਬਲਾਈਂਡ, ਇਹ ਬੈਟਸ ਜਿਹੜੇ ਉਹਨਾਂ ਨੂੰ ਦਿਖਦਾ ਨਹੀਂ, ਦੇ ਆਰ ਬਲਾਈਂਡ। ਇਟ ਇਜ਼ ਫਾਲਸ। ਜ਼ਿਆਦਾਤਰ ਬੈਟਸ ਦੇਖ ਸਕਦੇ ਨੇ, ਕੁਝ ਸਪੀਸ਼ੀਜ਼ ਤਾਂ ਬਹੁਤ ਅੱਛਾ ਦੇਖ ਸਕਦੀਆਂ ਨੇ, ਬਟ ਉਹ ਨਾਈਟ ਟਾਈਮ ਦੇ ਵਿੱਚ ਨੈਵੀਗੇਸ਼ਨ ਦੇ ਲਈ ਆਪਣੀ ਅੱਖਾਂ ਦਾ ਇਸਤੇਮਾਲ ਨਹੀਂ ਕਰਦੇ। ਅੱਖਾਂ ਨੇ ਉਹਨਾਂ ਕੋਲ, ਦੇਖ ਸਕਦਾ ਹੈ ਬੈਟ, ਲੇਕਿਨ ਨਾਈਟ ਟਾਈਮ ਦੇ ਵਿੱਚ, ਫਲਾਈਟ ਦੇ ਟਾਈਮ ਤੇ ਪ੍ਰਾਇਮਰੀਲੀ ਐਟ ਨਾਈਟ ਉਹ ਆਪਣੀ ਵਿਜ਼ਨ ਦਾ ਇਸਤੇਮਾਲ ਨਹੀਂ ਕਰਦੇ। ਉਹਨਾਂ ਦਾ ਜਿਹੜਾ ਸੀਕ੍ਰੇਟ ਹੈਗਾ ਹੈ, ਇਹਨੂੰ ਕਹਿੰਦੇ ਆ ਈਕੋ ਲੋਕੇਸ਼ਨ। ਇਸ ਫਿਨੋਮੇਨਾ ਨੂੰ ਕੀ ਕਿਹਾ ਜਾਂਦਾ ਹੈ? ਈਕੋ ਲੋਕੇਸ਼ਨ। ਜਿਸ ਫਿਨੋਮੇਨਾ ਨੂੰ ਬੈਟਸ ਯੂਜ਼ ਕਰਦੇ ਆ, ਇਟ ਇਜ਼ ਕਾਲਡ ਐਜ਼ ਈਕੋ ਲੋਕੇਸ਼ਨ। ਬੈਟਸ ਦੇ ਵਿੱਚ ਨਾ ਇੱਕ ਬਾਇਓਲੋਜੀਕਲ ਰੇਡਾਰ ਸਿਸਟਮ ਦਿੱਤਾ ਹੈ ਰੱਬ ਨੇ। ਜਿਵੇਂ ਆਪਾਂ ਰਡਾਰ ਲਗਾਉਂਦੇ ਆ, ਬੈਟਸ ਦੇ ਅੰਦਰ ਬਾਬਾ ਜੀ ਨੇ ਫਿੱਟ ਕਰਕੇ ਦਿੱਤਾ ਹੈ ਇੱਕ ਬਾਇਓਲੋਜੀਕਲ ਰਡਾਰ ਸਿਸਟਮ, ਜਿਹਨੂੰ ਕੀ ਕਿਹਾ ਜਾਂਦਾ ਹੈ? ਈਕੋ ਲੋਕੇਸ਼ਨ। ਈਕੋ ਲੋਕੇਸ਼ਨ ਕੀ ਹੈ? ਜਦੋਂ ਆਪਾਂ ਕਿਸੇ ਆਬਜੈਕਟ ਨੂੰ ਲੋਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਈ ਇਮਿਟਿੰਗ ਸਾਊਂਡ ਵੇਵਸ, ਬੈਟ ਨੇ ਕੀ ਕੀਤਾ? ਸਾਊਂਡ ਵੇਵਸ ਨੂੰ ਐਮਿਟ ਕੀਤਾ। ਹੁਣ ਇਹ ਸਾਊਂਡ ਵੇਵ ਜਾ ਕੇ ਜਦੋਂ ਇਸ ਆਬਜੈਕਟ ਤੇ, ਲੈਟਸ ਸੇ ਇਸ ਬਰਡ ਦੇ ਉੱਤੇ ਜਦੋਂ ਪਹੁੰਚੀਆਂ ਤਾਂ ਕੀ ਹੋਏਗਾ? these waves are reflected back। ਤਾਂ ਕਿਸ ਤਰੀਕੇ ਦੇ ਨਾਲ, ਕਿਸ ਇਕੋਜ਼ ਵਿੱਚੋਂ ਉਹ ਰਿਫਲੈਕਟ ਹੋ ਕੇ ਵਾਪਸ ਆ ਰਹੀਆਂ ਨੇ, ਉਹਨੂੰ ਐਨਾਲਾਈਜ਼ ਕਰਕੇ ਬੈਟ ਅੰਦਾਜ਼ਾ ਲਗਾਉਂਦਾ ਹੈ ਕਿ ਉਹ ਕਿੰਨੀ ਦੂਰ ਹੈ, ਕਿੰਨਾ ਵੱਡਾ ਆਬਜੈਕਟ ਹੈ। ਬੈਟ ਕੀ ਕਰਦਾ ਹੈ? ਅੱਜ ਤੁਸੀਂ ਦੇਖ ਰਹੇ ਹੋ, ਬੈਟ ਅਲਟਰਾਸੋਨਿਕ ਸਾਊਂਡ ਪ੍ਰੋਡਿਊਸ ਕਰਦਾ ਹੈ। ਇਹ ਅਲਟਰਾਸੋਨਿਕ ਸਾਊਂਡ ਜਾ ਕੇ ਪੇੜ ਤੇ ਟਕਰਾਏਗੀ, ਵਾਲ ਤੇ ਟਕਰਾਏਗੀ, ਕੋਈ ਇਨਸੈਕਟ ਹੈ ਉਸ ਤੇ ਟਕਰਾਏਗੀ, ਕਿਸੇ ਬਰਡ ਤੇ ਟਕਰਾਏਗੀ, ਐਂਡ ਟਕਰਾਉਣ ਤੋਂ ਬਾਅਦ ਇਟ ਵਿਲ ਰਿਫਲੈਕਟ ਬੈਕ। ਸਾਊਂਡ ਕੀ ਕਰੂਗਾ? ਰਿਫਲੈਕਟ ਬੈਕ ਕਰੂਗਾ। ਤੇ ਰਿਫਲੈਕਟ ਬੈਕ ਕਰਨ ਤੋਂ ਬਾਅਦ ਬੈਟ ਨੂੰ ਕੀ ਮਿਲੂਗੀ? ਬੈਟ ਨੂੰ ਮਿਲੂਗੀ ਉਸ ਸਾਊਂਡ ਦੀ ਇਕੋ। ਜਿਵੇਂ ਆਪਾਂ ਪਹਾੜਾਂ ਵਿੱਚ ਜਾ ਕੇ ਜ਼ੋਰ ਤੋਂ ਨਾਮ ਬੋਲਦੇ ਆ ਤੇ ਉਹ ਸਾਊਂਡ ਆਪਾਂ ਨੂੰ ਰਿਫਲੈਕਟ ਹੋ ਕੇ ਵਾਪਸ ਹੁੰਦੀ ਹੈ, ਤਾਂ ਆਪਾਂ ਉਸ ਫਿਨੋਮੇਨਾ ਨੂੰ ਕੀ ਕਹਿੰਦੇ ਆ? ਇਕੋ। ਤਾਂ ਸਿਮਿਲਰਲੀ ਬੈਟ ਨੇ ਜੋ ਅਲਟਰਾਸੋਨਿਕ ਸਾਊਂਡ ਪ੍ਰੋਡਿਊਸ ਕੀਤੀ, ਜਦੋਂ ਉਹ ਟਕਰਾ ਕੇ ਵਾਪਸ ਆਏਗੀ ਤਾਂ ਬੈਟ ਨੂੰ ਕੀ ਰਿਸੀਵ ਹੁੰਦੀ ਹੈ? ਇਕੋ। ਹੁਣ ਬੈਟ ਦਾ ਬ੍ਰੇਨ ਕੈਲਕੂਲੇਟ ਕਰਦਾ ਹੈ ਕਿ ਇਹ ਕਿੰਨੀ ਦੇਰ 'ਚ ਮੇਰੇ ਕੋਲ ਵਾਪਸ ਆਈ ਹੈ, ਡਿਸਟੈਂਸ ਕਿੰਨਾ ਹੈ, ਕਿਹੜੀ ਡਾਇਰੈਕਸ਼ਨ ਦੇ ਵਿੱਚ ਇਹ ਆਬਜੈਕਟ ਮੂਵ ਕਰ ਰਿਹਾ ਹੈ, ਸਾਈਜ਼ ਕਿੰਨਾ ਹੈ, ਮੂਵਮੈਂਟ ਕਿਹੜੀ ਹੈ, ਇਹ ਸਭ ਕੁਝ ਬੈਟ ਐਨਾਲਾਈਜ਼ ਕਰਦਾ ਹੈ। ਹੁਣ ਆਪਾਂ ਕਹਿੰਦੇ ਕਿ ਆਪਾਂ ਤਾਂ ਕਿੰਨੀ ਵਾਰੀ ਬੈਟਸ ਨੂੰ ਉੜਦੇ ਹੋਏ ਦੇਖਿਆ, ਆਪਾਂ ਨੂੰ ਤਾਂ ਕੋਈ ਵੀ ਅਲਟਰਾਸੋਨਿਕ ਜਿਹੜੀਆਂ ਵੇਵਸ ਨੇ ਉਹ ਮਹਿਸੂਸ ਨਹੀਂ ਹੁੰਦੀਆਂ। ਹੁਣ ਇਹਦੇ ਵਿੱਚ ਕੀ ਹੈ ਕਿ ਹਿਊਮਨ ਈਅਰ ਜਿਹੜਾ ਹੈਗਾ ਇਹ 20 ਹਰਟਸ ਤੋਂ 20,000 ਹਰਟਸ ਦੀ ਕੈਪੈਸਿਟੀ ਦੇ ਵਿੱਚ ਆਪਾਂ ਹੀਅਰਿੰਗ ਰੇਂਜ ਰੱਖਦੇ ਆ। 20 ਹਰਟਸ ਤੋਂ ਘੱਟ ਦੀ ਆਵਾਜ਼ ਸਾਨੂੰ ਨਹੀਂ ਸੁਣਦੀ, 20 ਹਰਟਸ ਤੋਂ ਜ਼ਿਆਦਾ ਦੀ ਆਵਾਜ਼ ਵੀ ਸਾਨੂੰ ਨਹੀਂ ਸੁਣਦੀ। ਠੀਕ ਹੈ, ਤੇ ਜਦੋਂ ਵੀ ਆਪਣੀ ਕੈਪੇਬਿਲਿਟੀ ਕੀ ਹੈ? 20 to 20,000 ਹਰਟਸ ਇਹ ਆਪਣੀ ਹਿਊਮਨ ਈਅਰ ਦੀ ਕੈਪੇਬਿਲਿਟੀ ਹੈ। ਜਦੋਂ ਵੀ 20,000 ਹਰਟਸ ਤੋਂ ਜ਼ਿਆਦਾ ਦੀ ਜਿਹੜੀਆਂ ਸਾਊਂਡ ਵੇਵਸ ਹੁੰਦੀਆਂ ਨੇ
ਉਹਨਾਂ ਨੂੰ ਕਿਹਾ ਜਾਂਦਾ ਹੈ ਅਲਟਰਾਸੋਨਿਕ ਸਾਊਂਡ ਵੇਵ, ਜੋ ਕਿ ਹਿਊਮਨ ਈਅਰ ਨਹੀਂ ਸੁਣ ਪਾਉਂਦਾ, ਇਸ ਕਰਕੇ ਆਪਾਂ ਨੂੰ ਪਤਾ ਨਹੀਂ ਲੱਗਦਾ, ਪਰ ਬੈਟ ਕੀ ਕਰ ਰਿਹਾ ਹੁੰਦਾ ਹੈ, ਅਲਟਰਾਸੋਨਿਕ ਸਾਊਂਡ ਪ੍ਰੋਡਿਊਸ ਕਰ ਰਿਹਾ ਹੁੰਦਾ ਹੈ, ਜਿਹਦੇ ਨਾਲ ਕੀ ਉਹ ਆਪਣੇ ਇਕੋ ਲੋਕੇਸ਼ਨ ਦੇ ਪ੍ਰੋਸੈਸ ਦੇ ਨਾਲ ਨਾਈਟ ਟਾਈਮ 'ਚ ਫਲਾਈਟ ਕਰਦਾ ਹੈ ਤੇ ਸਾਰਾ ਕੁਝ ਐਨਾਲਾਈਜ਼ ਕਰਦਾ ਹੈ, ਕਿਹੜਾ ਆਬਜੈਕਟ ਹੈ, ਕਿੰਨੀ ਦੂਰ ਹੈ, ਕਿੰਨੀ ਸਪੀਡ ਨਾਲ ਜਾ ਰਿਹਾ ਹੈ, all on the basis of echolocation, ਜਿੱਥੇ ਕਿ ਬੈਟ ਅਲਟਰਾਸੋਨਿਕ ਵੇਵਸ, ਅਲਟਰਾਸੋਨਿਕ ਸਾਊਂਡ ਪ੍ਰੋਡਿਊਸ ਕਰਦਾ ਹੈ। ਇਟ ਇਜ਼ ਨਾਟ ਜਸਟ ਬੈਟ, ਡੋਲਫਿਨਸ ਵੀ ਈਕੋਲੋਕੇਸ਼ਨ ਦਾ ਪ੍ਰੋਸੈਸ ਲਗਾਉਂਦੀਆਂ ਨੇ। ਸਾਡੇ ਕੋਲ ਕੁਝ ਵੇਲਸ ਨੇ, ਉਹ ਵੀ ਹੰਟਿੰਗ ਦੇ ਟਾਈਮ ਦੇ ਉੱਤੇ ਅਲਟਰਾਸੋਨਿਕ ਵੇਵਸ ਰਿਲੀਜ਼ ਕਰਦੀਆਂ ਨੇ, ਪ੍ਰੋਡਿਊਸ ਕਰਦੀਆਂ ਨੇ, ਤੇ ਜਦੋਂ ਵਾਪਸ ਆਉਂਦੀ ਹੈ ਤਾਂ ਉੱਥੋਂ ਨੂੰ ਪਤਾ ਲੱਗਦਾ ਹੈ ਕਿ ਮੇਰਾ ਅੱਗੇ ਕੀ ਹੈ, ਵੱਡੀ ਫਿਸ਼ ਹੈ, ਛੋਟੀ ਫਿਸ਼ ਹੈ, ਕਿੰਨੀ ਸਪੀਡ ਨਾਲ ਜਾ ਰਹੀ ਹੈ, ਤਾਂ ਉਹ ਵੀ ਲਗਾਤਾਰ ਅਲਟਰਾਸੋਨਿਕ ਵੇਵਸ ਹੀ ਪ੍ਰੋਡਿਊਸ ਕਰਦੀ ਹੈ। ਸੋ ਇੱਥੇ ਜਿਹੜਾ ਸਹੀ ਆਨਸਰ ਸੀਗਾ that bats can fly in the dark because they are guided by ultrasonic waves produced by them. This is the correct answer over here. फिर अगला क्वेश्चन देख लेते हैं। अगेन दिस इज आवर सेकंड पेपर जो ਆਪਾਂ ਸਾਇੰਸ ਦਾ ਡਿਸਕਸ ਕਰਦੇ ਪਏ ਆ। ਜੇਕਰ ਤੁਸੀਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਉਹ ਵੀ ਜ਼ਰੂਰ ਦੇਖਿਓ, ਬਿਕਾਜ਼ ਓਨਲੀ ਦੈਨ ਯੂ ਵਿਲ ਸੀ ਕਿ ਕਿਸ ਤਰੀਕੇ ਦੇ ਨਾਲ ਪੀਪੀਐਸਸੀ ਕੁਝ ਕਨਸੈਪਟਸ ਨੂੰ ਰਿਪੀਟ ਕਰ ਰਿਹਾ ਹੈ। दिस इज आवर सेकेंड पेपर। तो देखो ऑप्टिक्स का क्वेश्चन इनडायरेक्टली कॉन्सेप्ट दोबारा रिपीट होया, ते हुण आपां पिछली वीडियो दे विच रेडियो एक्टिविटी बारे पढ़िया सीगा। अनदर क्वेश्चन जो कि रेडियो एक्टिविटी तो आया है, न्यूक्लियर फिजिक्स तो आया है। कह रहे हैं विच ऑफ द फॉलोइंग वेव्स एंड रेज आर प्रोड्यूस्ड ड्यूरिंग रेडियो एक्टिव न्यूक्लियर चेंजेस। ਜਦੋਂ ਰੇਡੀਓ ਐਕਟਿਵ ਮਟੀਰੀਅਲ ਦੇ ਵਿੱਚ ਨਿਊਕਲੀਅਰ ਚੇਂजेस ਹੁੰਦੇ ਨੇ ਤਾਂ ਕਿਸ ਤਰੀਕੇ ਦੀਆਂ ਵੇਵਸ ਜਾਂ ਰੇਜ਼ ਪ੍ਰੋਡਿਊਸ ਹੁੰਦੀਆਂ ਨੇ। ਰੇਡੀਓ ਐਕਟੀਵਿਟੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਸਾਡੇ ਕੋਲ ਜੇ ਕੋਈ ਐਸਾ ਐਟਮ ਹੈ, ਐਸਾ ਐਟੋਮਿਕ ਨਿਊਕਲੀਅਸ ਹੈ ਜੋ ਕਿ ਕੀ ਹੈ, ਅਨਸਟੇਬਲ ਹੈ, ਇਹ ਕਾਫੀ ਜ਼ਿਆਦਾ ਅਨਸਟੇਬਲ ਹੈ, ਸਟੇਬਲ ਨਹੀਂ ਹੈ, ਇਹ ਉਹਨਾਂ ਚ ਡਿਸਇੰਟੀਗ੍ਰੇਟ ਹੁੰਦਾ ਜਾਏਗਾ, ਬ੍ਰੇਕਡਾਊਨ ਹੁੰਦਾ ਜਾਏਗਾ ਜਿੰਨਾ ਚਿਰ ਕਿ ਇਹ ਕੀ ਨਹੀਂ ਹੋ ਜਾਂਦਾ, ਸਟੇਬਲ ਨਹੀਂ ਹੋ ਜਾਂਦਾ। ਤੇ ਜਦ ਤੱਕ ਇਹ ਅਨਸਟੇਬਲ ਤੋਂ ਸਟੇਬਲ ਨਹੀਂ ਹੁੰਦਾ, ਜਿਹੜਾ ਲਗਾਤਾਰ ਡਿਸਇੰਟੀਗ੍ਰੇਸ਼ਨ ਹੁੰਦਾ ਹੈ, ਤੇ ਇਸ ਟਾਈਮ ਤੇ ਕੀ ਪ੍ਰੋਡਿਊਸ ਹੁੰਦੀਆਂ ਨੇ, ਰੇਡੀਏਸ਼ਨਸ। ਕੀ ਪ੍ਰੋਡਿਊਸ ਹੁੰਦੀਆਂ ਨੇ, ਰੇਡੀਏਸ਼ਨਸ। ਕੁਝ ਨਿਊਕਲੀਅਸ ਹੁੰਦੇ ਨੇ ਉਹ ਨੈਚੁਰਲੀ ਅਨਸਟੇਬਲ ਹੁੰਦੇ ਨੇ, ਜਿਵੇਂ ਕਿ ਆਪਾਂ ਜਦੋਂ ਨਿਊਕਲੀਅਰ ਫਿਜ਼ਿਕਸ ਪੜ੍ਹਦੇ ਹਾਂ, ਯੂਰੇਨੀਅਮ 238 ਆਈਸੋਟੋਪ ਹੈ, ਉਹ ਅਨਸਟੇਬਲ ਹੈ। ਤਾਂ ਲਗਾਤਾਰ ਨਿਊਕਲੀਅਸ ਕੀ ਕੋਸ਼ਿਸ਼ ਕਰਦਾ ਹੈ ਕਿ ਮੈਂ ਸਟੇਬਲ ਹੋ ਜਾ, ਤੇ ਉਸ ਡਿਊਰੇਸ਼ਨ ਦੇ ਵਿੱਚ ਉਹ ਕੀ ਰਿਲੀਜ਼ ਕਰਦਾ ਹੈ, ਰੇਡੀਏਸ਼ਨ ਰਿਲੀਜ਼ ਕਰਦਾ ਹੈ। ਇਹਨੂੰ ਆਪਾਂ ਰੇਡੀਓ ਐਕਟਿਵ ਡੀਕੇ ਵੀ ਕਹਿ ਦਿੰਦੇ ਹਾਂ। ਦਿਸ ਪ੍ਰੋਸੈਸ ਇਜ਼ ਆਲਸੋ ਕਾਲਡ ਐਜ਼ ਰੇਡੀਓ ਐਕਟਿਵ ਡੀਕੇ, ਜਿਹਦੇ ਵਿੱਚ ਲਗਾਤਾਰ ਜੋ ਨਿਊਕਲੀਅਸ ਹੈ ਉਹ ਫਰਦਰ ਸਪੌਂਟੇਨੀਅਸ ਬ੍ਰੇਕਡਾਊਨਸ ਹੁੰਦੀਆਂ ਨੇ ਤੇ ਅਨਸਟੇਬਲ ਤੋਂ ਸਟੇਬਲ ਹੋਣ ਦੀ ਕੋਸ਼ਿਸ਼ ਕਰਦਾ ਹੈ। ਠੀਕ ਹੈ, ਹੁਣ ਰੇਡੀਓ ਐਕਟਿਵ ਐਮਿਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ, ਅਲਫਾ ਪਾਰਟੀਕਲ, ਬੀਟਾ ਪਾਰਟੀਕਲ ਐਂਡ ਗਾਮਾ ਰੇਜ਼। ਅਲਫਾ ਪਾਰਟੀਕਲਸ ਪੋਜ਼ਿਟਿਵਲੀ ਚਾਰਜ ਹੁੰਦੇ ਨੇ, ਹੈਵੀ ਹੁੰਦੇ ਨੇ, ਬਹੁਤ ਘੱਟ ਪੈਨੀਟ੍ਰੇਸ਼ਨ ਪਾਵਰ ਹੁੰਦੀ ਹੈ। ਬੀਟਾ ਦੀ ਉਸ ਤੋਂ ਥੋੜੀ ਜਿਹੀ ਵੱਧ ਹੁੰਦੀ ਹੈ, ਬਟ ਦ ਮੋਸਟ ਇੰਪੋਰਟੈਂਟ ਵਨਸ ਆਰ ਦੀ ਗਾਮਾ ਰੇਜ਼ ਜੋ ਇੱਥੋਂ ਪ੍ਰੋਡਿਊਸ ਹੁੰਦੀਆਂ ਨੇ। गामा रेज आर हाई एनर्जी इलेक्ट्रोमैग्नेटिक रेडिएशन जो कि डायरेक्टली एटम के न्यूक्लियस तो प्रोड्यूस होंदियां ने एंड दे आर वेरी इंपॉर्टेंट। इन्हां च बहुत एनर्जी हुंदी है, ये पेनीट्रेट कर पाते हैं, तो आपां पढ़िया सीगा कि इन्हां नूं यूज किया जाता है इन वेरियस मेडिकल फील्ड्स एज वेल। ठीक है जी, सो ਇਹਦਾ सही आंसर की होएगा गामा रेज। वेरी 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 बेसिक क्वेश्चन। ठीक है, इंफ्रारेड रेज ਤਾਂ ਜਦੋਂ हीट अप ਹੁੰਦਾ है, ਜਦੋਂ ਕਿਸੇ ਚੀਜ਼ ਨੂੰ ਹੀਟ ਕਰ ਕੀਤਾ ਜਾਂਦਾ ਹੈ, ਹੀਟ એનર્ਜੀ ਤੋਂ ਜਿਹੜੀਆਂ ਰੇਜ਼ ਨਿਕਲਦੀਆਂ ਨੇ ਉਹਨੂੰ ਇਨਫਰਾਰੈਡ ਕਿਹਾ ਜਾਂਦਾ ਹੈ। ਸੈਕੰਡ ਆਪਸ਼ਨ ਇਜ਼ ਲਾਈਟ ਵੇਵ। ਲਾਈਟ ਵੇਵ ਇਜ਼ ਵਿਜ਼ੀਬਲ ਲਾਈਟ ਜੋ ਕਿ ਕਿਸੇ ਇਲੈਕਟ੍ਰੋਨਿਕ ਟ੍ਰਾਂਜੀਸ਼ਨ ਤੋਂ ਆਈ ਹੈ, ਇੱਥੇ ਰੇਡੀਓ ਐਕਟੀਵਿਟੀ ਨਹੀਂ ਹੋ ਰਹੀ ਹੁੰਦੀ। ਐਕਸ-ਰੇ ਕਿੱਥੋਂ ਆਉਂਦਾ ਹੈ? ਐਕਸ-ਰੇ ਇਜ਼ ਬੇਸਿਕਲੀ ਡਿਫਰੈਂਟ ਸੈਟ ਆਫ ਰੇਜ਼ ਜੋ ਕਿ ਨਿਊਕਲੀਅਸ ਤੋਂ ਬਾਹਰ ਪ੍ਰੋਡਿਊਸ ਹੁੰਦਾ ਹੈ। ਜਦੋਂ ਫਾਸਟ ਇਲੈਕਟ੍ਰੋਨਸ ਜਾकर मूवमेंट ਹੁੰਦੀ ਹੈ ਤੇ ਉਹਨਾਂ ਕਰਕੇ ਫਰਦਰ ਐਕਸ-ਰੇ ਪ੍ਰੋਡਿਊਸ ਹੁੰਦਾ। ਆਪਾਂ ਇਹਨੂੰ ਕਲਾਸਿਸ 'ਚ ਡਿਸਕਸ ਕਰਾਂਗੇ। ਬਟ ਗਾਮਾ ਰੇਜ਼ ਆਰ ਦ ਰੇਜ਼ ਜੋ ਕਿ ਨਿਊਕਲੀਅਸ ਦੇ ਇਨਸਾਈਡ ਪ੍ਰੋਡਿਊਸ ਹੁੰਦੀਆਂ ਨੇ, ਰੇਡੀਓ ਐਕਟਿਵ ਡਿਕੇ ਦੇ ਟਾਈਮ ਤੇ ਪ੍ਰੋਡਿਊਸ ਹੁੰਦੀਆਂ ਨੇ। ਠੀਕ ਹੋ ਗਿਆ, ਚਲੋ। ਸੋ ਦੈਟਸ ਵਾਸ योर ਅਨਦਰ ਕੁਐਸਚਨ। ਫਿਰ ਕੈਮਿਸਟਰੀ ਤੋਂ ਸਿੱਧਾ ਡਾਇਰੈਕਟ ਕੁਐਸਚਨ ਆਇਆ ਹੈ। ਤੁਹਾਨੂੰ ਉਹਨਾਂ ਨੇ ਪੁੱਛਿਆ ਕਿ ਅਗਾਰ a commonly used synthetic growth medium in bakery is obtained from। जो अगार है जिन्होंने बेकरी दे विच
ਗਰੋਥ ਮੀਡੀਅਮ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ। ਇਹਨੂੰ ਕਿੱਥੋਂ ਆਬਟੇਨ ਕੀਤਾ ਜਾਂਦਾ ਹੈ? एल्गी तो करते हैं, मॉसिस तो करते हैं, साइकैस तो करते हैं, पाइन तो करते हैं, कित्थों करते हैं? सो माइक्रोबायोलॉजी का क्वेश्चन है, सीधा सीधा क्वेश्चन है। अगार जिहड़ा हैगा इनू बेकरीज दे विच यूज किया जाता है टू ग्रो बैक्टीरिया, फंगस, टिश्यू कल्चर। इनू बेकरीज नालों ज्यादा ये लैब्स विच वध यूज होता है। तुसीं देखिया होना लैब्स च ना तुहाडे कोल इस तरीके दी ਤੁਹਾਡੇ ਕੋਲ ਇੱਕ ਪਲੇਟ ਹੁੰਦੀ ਹੈ ਤੇ ਉਹਦੇ ਵਿੱਚ ਅਗਾਰ ਮੀਡੀਅਮ ਪਾਇਆ ਹੁੰਦਾ ਹੈ ਤੇ ਅਗਾਰ ਮੀਡੀਅਮ ਦੇ ਵਿੱਚ ਬੈਕਟੀਰੀਆ, ਫੰਗਸ, ਟਿਸ਼ੂ ਕਲਚਰਸ ਹਰ ਚੀਜ਼ ਨੂੰ ਗਰੋ ਕੀਤਾ ਜਾਂਦਾ ਹੈ। ਅਗਾਰ ਬੇਸਿਕਲੀ ਜੈਲੀ ਲਾਈਕ ਹੁੰਦਾ ਹੈ, ਠੀਕ ਹੈ, ਐਂਡ ਇਟ ਇਜ਼ ਯੂਜ਼ਡ ਤੁਹਾਡੇ ਬੇਸਿਕਲੀ ਅਗਾਰ ਕਿੱਥੋਂ ਆਉਂਦਾ ਹੈ? ਅਗਾਰ ਕਮਸ ਫਰੋਮ ਐਨ ਐਲਗੀ ਐਂਡ ਮੋਰ ਸਪੈਸੀਫਿਕਲੀ ਸਾਡੇ ਕੋਲ ਰੈੱਡ ਐਲਗੀ ਤੋਂ ਅਗਾਰ ਆਬਟੇਨ ਕੀਤਾ ਜਾਂਦਾ ਹੈ। Very important, source of agar is algae and algae ਦੇ ਵਿੱਚ ਵੀ red algae is the most important one ਜਿੱਥੋਂ ਕਿ agar produce ਹੁੰਦਾ ਹੈ। Clear? ਚਲੋ next question ਦੇਖ ਲੈਂਦੇ हैं। next question biology perspective ਤੋਂ ਬਹੁਤ important ਹੈ। ਸਿੱਧਾ ਸਿੱਧਾ blood groups ਦੀ knowledge ਤੋਂ question ਆਇਆ ਹੈ। ਕਹਿ ਰਹੇ हैं कि एक man है ਜਿਹਦਾ AB blood group ਹੈ। ਕਿਹੜਾ blood group ਹੈ? AB। ਤੇ ਉਹਦਾ ਕੋਈ ਸੀਰੀਅਸ ਐਕਸੀਡੈਂਟ ਹੋ ਜਾਂਦਾ ਹੈ ਤੇ ਉਹਨੂੰ ਇਮੀਡੀਏਟਲੀ ਬਲੱਡ ਦੀ ਲੋੜ ਹੈ, ਬਲੱਡ ਟ੍ਰਾਂਸਫਿਊਜ਼ਨ ਦੀ ਲੋੜ ਹੈ। ਕੌਣ ਉਹਨੂੰ ਜਾ ਕੇ ਬਲੱਡ ਡੋਨੇਟ ਕਰ ਸਕਦਾ ਹੈ? ਠੀਕ ਹੈ, ਵਾਈਫ ਦਾ ਬਲੱਡ ਗਰੁੱਪ ਹੈ A, ਸਨ ਦਾ ਬਲੱਡ ਗਰੁੱਪ ਹੈ AB, ਫਰੈਂਡ ਦਾ ਬਲੱਡ ਗਰੁੱਪ ਹੈ O ਤੇ ਡਾਟਰ ਦਾ ਬਲੱਡ ਗਰੁੱਪ ਹੈ B। ਪੁੱਛ ਰਹੇ हैं कि कौन जाके अपना ब्लड ग्रुप दे सकता है इमीडिएटली। ठीक है जी, हुण जदों आपां ब्लड ग्रुप्स की क्लासीफिकेशन देखते हैं ना तो एक किहदे बेसिस ते कीती जाती है कि साडी बॉडी दे विच जिहड़े RBCs हुंदे ने, रेड ब्लड सैल्स हुंदे ने, उन्हां दी सरफेस दे उत्ते किद्दां दा प्रोटीन प्रेजेंट है, किस तरीके दा प्रोटीन RBC दी सरफेस दे उत्ते प्रेजेंट है, ਉਹਦੇ बेसिस ਤੇ ਬਲੱਡ ਗਰੁੱਪਸ ਜਿਹੜੇ ਹੈਗੇ ਨੇ ਉਹ ਕਲਾਸੀਫਾਈ ਕੀਤੇ ਜਾਂਦੇ ਨੇ। ਇਹਨਾਂ ਪ੍ਰੋਟੀਨਸ ਨੂੰ ਆਪਾਂ ਕਹਿੰਦੇ ਆ ਐਂਟੀਜਨ। ਕੀ ਕਹਿੰਦੇ ਆ? ਐਂਟੀਜਨ। ਐਂਟੀਜਨ ਕੀ ਹੈ? ਜੋ ਨੈਚੁਰਲੀ ਤੁਹਾਡੀ RBC ਦੇ ਉੱਤੇ ਜੋ ਪ੍ਰੋਟੀਨ ਲਾਈ ਕਰਦਾ ਹੈ ਉਹਨੂੰ ਕਿਹਾ ਜਾਂਦਾ ਹੈ ਐਂਟੀਜਨ। ਇਹ ਹਰ ਪਰਸਨ ਦਾ, ਹਰ ਬਲੱਡ ਗਰੁੱਪ ਦਾ ਆਪਣਾ ਪ੍ਰੋਟੀਨ ਹੁੰਦਾ ਹੈ। ਠੀਕ ਹੈ, ਹੁਣ ਜਿਹੜਾ ਸਾਡੇ ਕੋਲ ਐਂਟੀਜਨ ਹੈ, बॉडी ਦੇ ਵਿੱਚ ਕੋਈ ਫੋਰਨ ਸਬਸਟੈਂਸ ਆਇਆ, ਕੋਈ ਡਿਫੈਂਸਿਵ ਪ੍ਰੋਟੀਨ ਆਇਆ, ਕੋਈ ਫੋਰਨ ਐਂਟੀਜਨ ਆਇਆ ਤਾਂ ਉਹਨੂੰ ਲੜਨ ਵਾਸਤੇ ਉਹਦੇ ਅਗੇਂਸਟ ਕੀ ਬਣਾਈਆਂ ਜਾਂਦੀਆਂ ਨੇ? ਐਂਟੀਬਾਡੀਜ਼ ਬਣਾਈਆਂ ਜਾਂਦੀਆਂ ਨੇ। ਕੀ ਬਣਾਈਆਂ ਜਾਂਦੀਆਂ ਨੇ? ਐਂਟੀਬਾਡੀਜ਼। ਠੀਕ ਹੈ, ਹੁਣ ਸਪੋਜ਼ ਕਰੋ ਕਿਸੇ ਦਾ ਬਲੱਡ ਗਰੁੱਪ A ਹੈ ਤੇ ਉਹਦੇ ਵਿੱਚ A ਐਂਟੀਜਨ ਪ੍ਰੈਜ਼ੈਂਟ ਹੈ। ਆ ਕਿਹੜਾ ਐਂਟੀਜਨ ਲੱਗਿਆ ਹੋਇਆ ਹੈ? ਇੱਕ ਪਾਰਟਿਕੂਲਰ ਕਾਈਂਡ ਆਫ ਪ੍ਰੋਟੀਨ ਹੈ ਜਿਹਨੂੰ ਆਪਾਂ ਕੀ ਨਾਮ ਦੇ ਦਿੰਦੇ ਨੇ? A ਐਂਟੀਜਨ। ਤੇ ਇਦਾਂ ਦੇ ਪਰਸਨ ਦੇ ਵਿੱਚ ਜਿਹੜੀ ਐਂਟੀਬਾਡੀਜ਼ ਹੋਣਗੀਆਂ ਉਹ ਐਂਟੀ ਬੀ, ਮਤਲਬ A ਹੀ ਆ ਸਕਦਾ ਹੈ, B ਨਹੀਂ ਆ ਸਕਦਾ। ਤਾਂ ਜੋ ਐਂਟੀਬਾਡੀਜ਼ ਹੋਣਗੀਆਂ ਉਹ ਕੀ ਹੋਣਗੀਆਂ? ਐਂਟੀ B ਹੋਣਗੀਆਂ। ਤਾਂ A ਬਲੱਡ ਗਰੁੱਪ ਦੇ ਪਰਸਨ ਦੇ ਵਿੱਚ ਕਦੇ ਵੀ B ਬਲੱਡ ਗਰੁੱਪ ਤੇ AB ਬਲੱਡ ਗਰੁੱਪ ਦਾ ਖੂਨ ਨਹੀਂ ਚੜ ਸਕਦਾ। ਹਮੇਸ਼ਾ A, ਕਿਉਂਕਿ A ਤਾਂ ਐਕਸੈਪਟਡ ਹੈ, ਐਂਟੀਜਨ ਹੈ, ਤੇ O ਕਿਉਂਕਿ O ਨਿਊਟਰਲ ਹੁੰਦਾ ਹੈ। ਉਹਦੇ ਵਿੱਚ ਦੋਨੋਂ ਚੀਜ਼ਾਂ ਹੁੰਦੀਆਂ ਨੇ, ਇਸ ਕਰਕੇ O ਇਜ਼ ਆਲਸੋ ਅਨਦਰ ਯੂਨੀਵਰਸਲ ਡੋਨਰ ਆਪਾਂ ਕਹਿੰਦੇ ਆ। ਸੋ A ਤੇ O ਜਿਹੜੇ ਹੈਗੇ ਆ ਬਲੱਡ ਦੇ ਸਕਦੇ ਆ। B ਦੇ ਵਿੱਚ ਕੀ ਹੈ? B ਐਂਟੀਜਨ ਲੱਗਿਆ ਹੋਇਆ। ਆ B ਐਂਟੀਜਨ ਹੈ ਤੇ ਜੇ B ਐਂਟੀਜਨ ਹੈ ਤਾਂ ਐਂਟੀਬਾਡੀ ਕਿਹਦੀ ਹੋਏਗੀ? A ਦੀ। ਤਾਂ ਇੱਥੇ ਕਿਹੜੀ ਐਂਟੀਬਾਡੀ ਲੱਗੀ ਹੋਈ ਹੋਏਗੀ? A ਦੀ ਐਂਟੀਬਾਡੀ ਲੱਗੀ ਹੋਏਗੀ। ਤਾਂ B ਬਲੱਡ ਗਰੁੱਪ ਵਾਲੇ ਪਰਸਨ ਦੇ ਵਿੱਚ A ਬਲੱਡ ਗਰੁੱਪ ਔਰ AB ਦੋਨੋਂ ਆਪਣਾ ਖੂਨ ਨਹੀਂ ਦੇ ਸਕਦੇ, ਸਿਰਫ B ਤੇ O ਜੋ ਕਿ ਯੂਨੀਵਰਸਲ ਡੋਨਰ ਹੈ, ਇਹ ਦੋਨੋਂ ਖੂਨ ਦੇ ਸਕਦੇ ਹਨ। ਹੁਣ ਜੇਕਰ ਆਪਾਂ ਗੱਲ ਕਰੀਏ AB ਦੀ, ਤਾਂ AB ਦੀ ਖਾਸ ਗੱਲ ਕੀ ਹੈ? ਇਹਦੇ ਵਿੱਚ A ਐਂਟੀਜਨ ਵੀ ਹੁੰਦਾ ਹੈ ਤੇ B ਐਂਟੀਜਨ ਵੀ ਹੁੰਦਾ ਹੈ, ਦੋਨੋਂ ਹੀ ਹੈ, A ਵੀ ਹੈ ਤੇ B ਵੀ ਹੈ। ਇਸ ਕਰਕੇ AB ਪਰਸਨ ਦੇ ਬਲੱਡ ਗਰੁੱਪ ਦੇ ਵਿੱਚ ਨਾ ਤਾਂ ਐਂਟੀ A ਐਂਟੀਬਾਡੀਜ਼ ਹੁੰਦੀਆਂ ਨੇ, ਨਾ ਹੀ ਐਂਟੀ B ਐਂਟੀਬਾਡੀਜ਼ ਹੁੰਦੀਆਂ ਨੇ। AB ਬਲੱਡ ਗਰੁੱਪ ਵਾਲਿਆਂ ਦੇ ਪਰਸਨ ਦੇ ਬਲੱਡ ਦੇ ਵਿੱਚ ਐਂਟੀਬਾਡੀਜ਼ ਨਹੀਂ ਹੁੰਦੀਆਂ। ਇਸ ਕਰਕੇ ਇਹਨਾਂ ਨੂੰ ਚਾਹੇ A, B, AB, O ਕੋਈ ਵੀ ਬਲੱਡ ਗਰੁੱਪ ਦੇ ਸਕਦਾ ਹੈ। ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ ਯੂਨੀਵਰਸਲ ਰੈਸੀਪੀਐਂਟ। ਇਹ A ਐਂਟੀਬਾਡੀਜ਼ ਐਂਟੀਜਨ ਤੋਂ ਵੀ ਖੂਨ ਲੈ ਸਕਦੇ ਨੇ, B ਐਂਟੀਜਨ ਤੋਂ ਵੀ ਖੂਨ ਲੈ ਸਕਦੇ ਨੇ। O ਤਾਂ ਹੈ ਹੀ ਡੋਨਰ
ਤਾਂ AB ਜਿਹੜਾ ਹੈ ਇਹ ਕਿਸੇ ਵੀ ਬਲੱਡ ਗਰੁੱਪ ਤੋਂ ਖੂਨ ਲੈ ਸਕਦੇ ਨੇ, ਇਸ ਕਰਕੇ AB ਨੂੰ ਕਿਹਾ ਜਾਂਦਾ ਹੈ ਯੂਨੀਵਰਸਲ ਰੈਸੀਪੀਐਂਟ। ਵੇਅਰ ਐਜ਼ ਜੇਕਰ ਆਪਾਂ O ਦੀ ਗੱਲ ਕਰੀਏ, O ਦੇ ਵਿੱਚ ਐਂਟੀਜਨ ਹੁੰਦਾ ਹੀ ਨਹੀਂ, ਇਸ ਕਰਕੇ ਇਹਦੇ ਵਿੱਚ ਦੋਨੋਂ ਐਂਟੀ A ਤੇ ਐਂਟੀ B ਦੋਨੋਂ ਐਂਟੀਬਾਡੀਜ਼ ਹੁੰਦੀਆਂ ਨੇ, ਹੈਂਸ ਇਹਨੂੰ ਆਪਾਂ ਕਹਿੰਦੇ ਆ ਯੂਨੀਵਰਸਲ ਡੋਨਰ। ਇਹ ਕਿਸੇ ਚ ਵੀ ਜਾ ਕੇ ਆਪਣਾ ਬਲੱਡ ਗਰੁੱਪ ਦੇ ਸਕਦਾ ਹੈ। ਯੂਨੀਵਰਸਲ ਡੋਨਰ ਕੌਣ ਹੈ? O। ਕਿਉਂ? ਬਿਕਾਜ਼ O ਦੇ ਵਿੱਚ ਕੋਈ ਐਂਟੀਜਨ ਹੁੰਦਾ ਹੀ ਨਹੀਂ। ਜਦੋਂ ਕੋਈ ਐਂਟੀਜਨ ਹੋਏਗਾ ਹੀ ਨਹੀਂ ਤਾਂ ਦੂਸਰੀ ਬਾਡੀ ਵਿੱਚ ਜਦੋਂ ਜਾਏਗਾ ਤਾਂ ਕੋਈ ਐਂਟੀ ਰਿਐਕਸ਼ਨ ਆਏਗਾ ਹੀ ਨਹੀਂ। यूनिवर्सल रेसिपिएंट कौन है? ए बी। क्यों? बिकॉज ਉਹਦੇ ਕੋਲ ਦੋਨੋਂ ਹੀ ਹੈ, ए एंटीजन भी है बी एंटीजन भी है, तो कोई भी खून दे सकता है, ए भी दे सकता है, बी भी दे सकता है, ए भी खुद दे सकता है, ओ दे सकता है। फाइन, एक बेसिक अंडरस्टैंडिंग है ब्लड ग्रुप्स की। तो ਤੁਹਾਨੂੰ ਪੁੱਛਿਆ ਗਿਆ ਕਿ ए बी ब्लड ग्रुप ਦੇ ਬੰਦੇ ਨੂੰ ਐਮਰਜੈਂਸੀ ਚ ब्लड ਦੀ ਰੋਲ ਹੈ, नीड है। तो ਸਾਨੂੰ पता है कि ए बी की है यूनिवर्सल रेसिपिएंट, इनू ए बी ब्लड दे सकता है, ए बी भी ब्लड दे सकता है, ओ भी दे सकता है, बी भी दे सकता है। सो ऑप्शन नंबर डी इज करेक्ट, ए बी इज यूनिवर्सल रेसिपिएंट। ठीक होगी जी गल। नाउ इस तो बाद आंदा है आई थिंक अपना लास्ट क्वेश्चन, ਜਿਹਦੇ ਵਿੱਚ ਕਿ ਡਿਜ਼ੀਜ਼ਸ ਦਾ ਕੁਐਸਚਨ ਹੈ। ਅਗੇਨ ਅਨਦਰ ਇੰਪੋਰਟੈਂਟ ਥੀਮ ਜਿੱਥੋਂ ਪੀਪੀਐਸਸੀ ਕੁਐਸਚਨ ਪੁੱਛਦਾ ਹੈ ਡਿਜ਼ੀਜ਼ਸ ਤੋਂ। ਡਿਜ਼ੀਜ਼ਸ ਦੇ ਨਾਮ ਦਿੱਤੇ ਗਏ ਨੇ ਰੇਬੀਜ਼, ਲੈਪਰਸੀ, ਮਲੇਰੀਆ। ਤੇ ਤੁਹਾਨੂੰ ਪੁੱਛਿਆ ਗਿਆ ਕਿ ਦੱਸੋ ਇਹਨਾਂ ਵਿੱਚੋਂ ਕਿਹੜਾ ਬੈਕਟੀਰੀਆ ਹੈ, ਕਿਹੜਾ ਵਾਇਰਸ ਹੈ, ਕਿਹੜਾ ਪ੍ਰੋਟੋਜ਼ੋਆ ਡਿਜ਼ੀਜ਼ ਹੈ। ਠੀਕ ਹੈ ਜੀ। ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਲੈਪਰਸੀ ਦੀ, ਲੈਪਰਸੀ ਇੱਕ ਬੈਕਟੀਰੀਆ ਕਰਕੇ ਹੁੰਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਮਾਈਕੋਬੈਕਟੀਰੀਅਮ ਲੈਪਰੇ। ਇਹਦੀ ਹਜੇ ਆਪਾਂ ਡਿਟੇਲਸ 'ਚ ਨਹੀਂ ਜਾਵਾਂਗੇ, ਹਾਲੇ ਤੁਸੀਂ ਸਿਰਫ ਇੰਨਾ ਯਾਦ ਰੱਖਣਾ ਹੈ ਕਿ ਲੈਪਰਸੀ ਇੱਕ ਬੈਕਟੀਰੀਅਲ ਡਿਜ਼ੀਜ਼ ਹੈ ਜੋ ਕਿ ਮਾਈਕੋਬੈਕਟੀਰੀਅਮ ਲੈਪਰੇ ਕਰਕੇ ਹੁੰਦਾ ਹੈ। ਸੋ ਲੈਪਰਸੀ ਨੂੰ ਕਿਹਦੇ ਨਾਲ ਮੈਚ ਕਰਾਂਗੇ? ਬੈਕਟੀਰੀਆ ਦੇ ਨਾਲ। ਕਿਹਦੇ ਨਾਲ? ਬੈਕਟੀਰੀਆ ਦੇ ਨਾਲ। ਫਿਰ ਗੱਲ ਆਉਂਦੀ ਹੈ ਰੇਬੀਜ਼ ਦੀ। ਰੇਬੀਜ਼ ਤਾਂ ਆਪਾਂ ਕਿੰਨੀ ਕਾਮਨਲੀ ਸੁਣਦੇ ਹਾਂ, ਡੌਗ ਬਾਈਟ ਕਰਕੇ ਰੇਬੀਜ਼ ਹੋ ਜਾਂਦਾ ਹੈ। ਸੋ ਰੇਬੀਜ਼ ਇਜ਼ ਅ ਡਿਜ਼ੀਜ਼ ਜੋ ਕਿ ਇੱਕ ਵਾਇਰਲ ਡਿਜ਼ੀਜ਼ ਹੈ। ਰੇਬੀਜ਼ ਨੂੰ ਮੈਚ ਕਰਾਂਗੇ ਆਪਾਂ ਵਾਇਰਸ ਦੇ ਨਾਲ। ਤੇ ਮਲੇਰੀਆ ਇੱਕ ਪ੍ਰੋਟੋਜ਼ੋਆ ਡਿਜ਼ੀਜ਼ ਹੈ। ਇੱਥੇ ਬੇਸਿਕਲੀ ਪ੍ਰੋਟੋਜ਼ੋਆ ਇੱਕ ਯੂਕੈਰੀਓਟਿਕ ਆਰਗੇਨਿਜ਼ਮ ਹੁੰਦਾ ਹੈ। ਇਹਦੇ ਵਿੱਚ ਟਰੂ ਨਿਊਕਲੀਅਸ ਹੁੰਦਾ ਹੈ, ਆਰਗੇਨਲਸ ਹੁੰਦੇ ਨੇ। ਉਹ ਪ੍ਰੋਟੋਜ਼ੋਆ ਦੇ ਥਰੂ ਜਦੋਂ ਕੋਈ ਡਿਜ਼ੀਜ਼ ਹੁੰਦੀ ਹੈ ਉਹਨੂੰ ਆਪਾਂ ਇੱਥੇ ਜੇ ਆਪਾਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰੀਏ ਦੈਟ ਇਜ਼ ਯੋਰ ਮਲੇਰੀਆ। ਤਾਂ ਰਾਈਟ ਆਂਸਰ ਹੋਏਗਾ A2, B1 and C3. Diseases becomes important from our exam perspective. ਪਿਛਲੇ ਵੀਡੀਓ ਦੇ ਵਿੱਚ ਟਾਈਫਾਇਡ ਡਿਜ਼ੀਜ਼ ਤੋਂ ਰਿਲੇਟਡ ਕੁਐਸਚਨ ਆਇਆ ਸੀ। ਹਰ ਸਾਲ ਡਿਜ਼ੀਜ਼ਸ ਤੋਂ ਰਿਲੇਟਡ ਕੁਐਸਚਨ ਆ ਜਾਂਦਾ ਹੈ। ਡਿਜ਼ੀਜ਼ਸ ਆਰ ਅਗੇਨ ਵੈਰੀ ਇੰਪੋਰਟੈਂਟ ਥੀਮ ਫॉर PPSC। ਕਲੀਅਰ ਐਵਰੀਬਡੀ? ਟੂਬਰਕਲੋਸਿਸ ਕਿਵੇਂ ਹੁੰਦਾ ਹੈ, ਲੈਪਰਸੀ ਕੌਣ ਕਰਦਾ ਹੈ, ਕੋਲੇਰਾ, ਟਾਈਫਾਇਡ, ਰੇਬੀਜ਼, ਏਡਸ, ਡੇਂਗੂ, ਮਲੇਰੀਆ, ਇਹਨਾਂ ਸਾਰਿਆਂ ਦਾ ਇਦਾਂ ਦੀ ਬਹੁਤ ਕਾਮਨ ਕੁਝ ਡਿਜ਼ੀਜ਼ਸ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਹੜੇ ਆਰਗੇਨਿਜ਼ਮ ਦੇ ਨਾਲ ਹੁੰਦਾ ਹੈ। ਬੈਕਟੀਰੀਆ ਕਰਕੇ ਹੁੰਦਾ ਹੈ, ਵਾਇਰਸ ਕਰਕੇ ਹੁੰਦਾ ਹੈ, ਪ੍ਰੋਟੋਜ਼ੋਆ ਕਰਕੇ ਹੁੰਦਾ ਹੈ, ਕਿਹੜਾ ਪੈਥੋਜਨ ਕਰਕੇ ਉਹ ਪਾਰਟਿਕੂਲਰ ਡਿਜ਼ੀਜ਼ ਹੁੰਦੀ ਹੈ। ਫਾਈਨ। ਸੋ ਇਹਦੇ ਨਾਲ ਆਪਣਾ ਪੇਪਰ ਕੰਪਲੀਟ ਹੁੰਦਾ ਹੈ। ਸੋ ਤੁਸੀਂ ਦੇਖਿਆ ਹੋਵੇਗਾ ਵੈਨ ਵੀ ਡੂ ਕੁਐਸਚਨ ਬਾਏ ਕੁਐਸਚਨ ਐਨਾਲਿਸਿਸ ਸਾਨੂੰ ਸਮਝ ਆਉਂਦਾ ਹੈ ਕਿ ਕਿਹੜੇ ਟੌਪਿਕਸ ਇੰਪੋਰਟੈਂਟ ਨੇ। ਪੜ੍ਹਾਈ ਕਰਨ ਲੱਗੇ, ਆਪਣੀ ਪ੍ਰੈਪਰੇਸ਼ਨ ਕਰਨ ਲੱਗੇ ਇਹਨਾਂ ਟੌਪਿਕਸ ਨੂੰ ਤੁਸੀਂ ਮਿਸ ਨਹੀਂ ਕਰਨਾ, ਡੈਪਥ ਵਿੱਚ ਪੜ੍ਹਨਾ ਹੈ। ਸੋ that is all from my side. ਅਗਲੀ ਵੀਡੀਓ ਵਿੱਚ ਮਿਲਾਂਗੇ, ਨੈਕਸਟ ਪੇਪਰ ਨੂੰ ਡਿਸਕਸ ਕਰਾਂਗੇ, ਦੇਖਾਂਗੇ ਕਿਹੜਾ ਟ੍ਰੈਂਡ PPSC ਫੋਲੋ ਕਰ ਰਹੀ ਹੈ, ਕਿਹੜੇ ਇੰਪੋਰਟੈਂਟ ਟੌਪਿਕਸ ਨੇ। ਸੋ ਜੇਕਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਪਲੀਜ਼ ਡੂ ਲਾਈਕ ਐਂਡ ਕਮੈਂਟ ਤੇ ਮਿਲਦੇ ਹਾਂ ਆਪਣੀ ਨੈਕਸਟ ਵਨ ਚ। ਥੈਂਕ ਯੂ ਸੋ ਮਚ।